ਅਹਨਿਸ ਨਾਮ ਹਰੇ ਮੇਰੇ ਮਨ ਜਪ ਅਹਨਿਸ ਨਾਮ ਹਰੇ ਵਡ ਭਾਗੀ ਹਰ ਨਾਮ ਤੇ ਆਵੇ 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 ਨਾਮ ਤੇ ਆਵੇ ਵਡ ਭਾਗੀ ਹਰ 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 ਨਾਮ ਤੇ ਆਵੇ ਹਰ ਕੇ ਭਗਤ ਹਰੇ ਹਰ ਕੇ ਭਗਤ ਹਰੇ ਹਰ ਕੇ ਭਗਤ ਹਰੇ ਤਿਨ ਕੀ ਸੰਗਤ ਦੇ ਪ੍ਰਭ ਜਾਚੋ 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 ਮੈਂ ਮੂੜ ਮੁਕਤ ਨਿਸਤਰੇ 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 ਮੇਰੇ ਮਨ ਜਪ ਅਹਨਿਸ ਨਾਮ ਹਰੇ ਮੇਰੇ ਮਨ ਜਪ ਅਹਨਿਸ ਨਾਮ ਹਰੇ ਮੇਰੇ ਮਨ ਜਪ ਅਹਨਿਸ ਨਾਮ ਹਰੇ ਕੋਟ ਕੋਟ ਦੁਖ
ਕਿਰਪਾ ਕਿਰਪਾ ਤਾਰ ਜਗ ਜੀਵਨ ਕਿਰਪਾ ਕਿਰਪਾ ਤਾਰ ਜਗ ਜੀਵਨ ਕਿਰਪਾ ਕਿਰਪਾ ਤਾਰ ਜਗ ਜੀਵਨ रख ले वो सरन परे कृपा कृपा तार जग जीवन रख ले वो सरन परे रख ले वो सरन परे सरन परे सरन परे रख ले वो सरन परे ਕਿਰਪਾ ਕਿਰਪਾ ਤਾਰ ਜਗ ਜੀਵਨ ਕਿਰਪਾ ਕਿਰਪਾ ਤਾਰ ਜਗ ਜੀਵਨ ਕਿਰਪਾ ਕਿਰਪਾ ਤਾਰ ਜਗ ਜੀਵਨ कृपा कृपा तार जग कृपा कृपा तार जग जीवन ਕਿਰਪਾ ਕਿਰਪਾ ਤਾਰ ਜਗ ਜੀਵਨ ਕਿਰਪਾ ਕਿਰਪਾ ਤਾਰ ਜਗ ਜੀਵਨ ਰੱਖ ਲੈ ਵੋ ਸਰਨ ਪਰੇ
ਕੋਟ ਦੁਖ ਬਹੁ ਕੀਨੇ, ਕੋਟ ਕੋਟ ਦੁਖ ਬਹੁ ਕੀਨੇ, ਕੋਟ ਕੋਟ ਦੁਖ ਬਹੁ ਕੀਨੇ। ਸਭ ਪਰ ਹਰ ਪਾਸ ਤਰੇ, ਸਭ ਪਰ ਹਰ ਪਾਸ ਤਰੇ, ਸਭ ਪਰ ਹਰ ਪਾਸ ਤਰੇ। ਮੇਰੇ ਮਨ ਜਪ ਅਹਨਿਸ ਨਾਮ ਹਰੇ, ਮੇਰੇ ਮਨ ਜਪ ਅਹਨਿਸ ਨਾਮ ਹਰੇ, ਮੇਰੇ ਮਨ ਜਪ ਅਹਨਿਸ ਨਾਮ ਹਰੇ, ਮੇਰੇ ਮਨ ਜਪ ਅਹਨਿਸ ਨਾਮ ਮੇਰੇ ਨਾਮ ਹਰੇ, ਮੇਰੇ ਮਨ ਜਪ ਅਹਨਿਸ ਨਾਮ ਹਰੇ, ਮੇਰੇ ਮਨ ਨਾਮ ਮੇਰੇ ਮਨ ਜਪ ਅਹਨਿਸ ਨਾਮ ਹਰੇ, 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 ਨਾਮ ਹਰੇ, ਨਾਮ ਹਰੇ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਬਾਨ, ਅੰਤਰਜਾਮੀ ਸੁਖਾਂ ਦੇ ਸਾਗਰ, ਸਦਾ ਸਹਾਈ ਹੋਣ ਵਾਲੇ, ਮੁਕਤ ਭੁਗਤ ਜੁਗਤ ਦੇ ਦਾਤੇ, ਦੀਨ ਦਇਆਲ ਕਿਰਪਾਲ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਸਰੂਪ ਬਾਣੀ ਰੂਪ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ। ਕਹੋ ਸਾਰੀਆਂ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ, ਸੱਚੇ ਪਾਤਸ਼ਾਹ ਜੀ ਦੇ ਸੁਖ ਸ਼ਾਂਤੀ ਦੇਣ ਵਾਲੇ, ਆਨੰਦ ਦੇਣ ਵਾਲੇ, ਲੋਕ ਪਰਲੋਕ ਸਫਲਾ ਕਰਨ ਵਾਲੇ, ਸਮੂਹ ਦੁੱਖਾਂ ਤੋਂ ਬਚਾਉਣ ਵਾਲੇ ਸਤਿਗੁਰੂ ਜੀ ਦੇ ਸੋਹਣੇ ਪਿਆਰੇ ਦਰਸ਼ਨ ਤੇ ਜਨਮ ਮਰਨ ਨੂੰ ਕੱਟਣ ਵਾਲੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਤ ਸੰਗਤ ਦੇ ਰੂਪ ਵਿੱਚ ਬੈਠ ਕੇ ਆਪ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹੋ। ਗੁਰੂ ਜੀ ਨੇ ਬਹੁਤ ਚੰਗਾ ਆਖਿਆ ਤੇ ਬੜਾ ਭਲਾ ਆਖਿਆ ਜਿਹੜੇ ਇਹ ਕੰਮ ਕਰਦੇ ਨੇ ਜੀ। ਐਸਾ ਕੰਮ ਜੋ ਲੋਕ ਕਰਦੇ ਨੇ ਉਹਨਾਂ ਨੂੰ ਸਤਿਗੁਰੂ ਜੀ ਨੇ ਬੜਾ ਹੀ ਚੰਗਾ ਆਖਿਆ, ਬੜਾ ਹੀ ਚੰਗਾ ਆਖਿਆ। ਤੇ ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਆ, ਭਾਈ ਜੇ ਤੁਸੀਂ ਇਹ ਕੰਮ ਕਰੋਗੇ ਤੁਹਾਨੂੰ ਬੜੀ ਵਡਿਆਈ ਮਿਲੇਗੀ, ਤੁਹਾਨੂੰ ਬਹੁਤ ਸੁੱਖ ਮਿਲੇਗਾ। ਸੱਚੇ ਪਾਤਸ਼ਾਹ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇਗਾ ਲਹਿਣਾ। ਜਦੋਂ ਕਿਸੇ ਜੀਵ ਦਾ ਕੋਈ ਬਹੁਤਾ ਚੰਗਾ ਕਰਮ ਅੱਗੇ ਆਉਂਦਾ ਨਾ ਜੀ, ਤੇ ਰੱਬ ਦੀ ਉਹਦੇ ਉੱਤੇ ਹੁੰਦੀ ਮਿਹਰ, ਤੇ ਉਹ ਫਿਰ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦੀ ਸਿਫਤ ਦੇ ਨਾਲ ਜੁੜਦਾ ਜੀ। ਪ੍ਰਭੂ ਪਰਮੇਸ਼ਰ ਦੇ ਕੀਰਤਨ ਦੇ ਵਿੱਚ ਉਹ ਆਨੰਦ ਮਾਣਦਾ ਹੈ, ਸਰਵਣ ਕਰਦਾ ਹੈ। ਜਦੋਂ ਕੋਈ ਬਹੁਤਾ ਚੰਗਾ ਕਰਮ ਅੱਗੇ ਆ ਜਾਂਦਾ,
ਤੇ ਅਕਾਲ ਪੁਰਖ ਦੀ ਮਿਹਰ ਹੁੰਦੀ, ਬਖਸ਼ਿਸ਼ ਹੁੰਦੀ ਹੈ। ਸੋ ਸਾਡੇ ਕੋਈ ਪੂਰਬਲੇ ਭਾਗ ਚੰਗੇ, ਅਸੀਂ ਸਾਰੇ ਹੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਨੰਦ ਮਾਣ ਰਹੇ ਹਾਂ। ਮੇਰੇ ਤੋਂ ਪਹਿਲਾਂ ਬਹੁਤ ਸਾਰੇ ਰਾਗੀ ਜਥਿਆਂ ਨੇ ਬੜੇ ਪ੍ਰੇਮ ਦੇ ਨਾਲ ਕੀਰਤਨ ਕੀਤਾ ਜੀ। ਬੜੇ ਬੜੇ ਮਹਾਨ ਉਸਤਾਦ ਕੀਰਤਨੀਏ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ। ਵੇਖੋ ਕਿੰਨੀ ਮਹਾਂਪੁਰਖਾਂ ਦੀ ਮਿਹਰ ਹੈ, ਕਿੰਨੀ ਸੰਤਾਂ ਦੀ ਕਿਰਪਾ ਹੈ ਤੇ ਕਿੰਨਾ ਸੋਹਣਾ ਕੀਰਤਨ ਕਰਨ ਵਾਲੇ ਜਥੇ। ਇਹਨਾਂ 'ਚ ਕਈ ਰਾਗੀ ਜਥੇ ਐਸੇ ਨੇ ਜਿਨ੍ਹਾਂ ਨੂੰ 27 ਸਾਲ ਹੋ ਗਏ ਲਗਾਤਾਰ ਕੀਰਤਨ ਕਰਨ ਆਉਂਦਿਆਂ ਨਿਸ਼ਕਾਮ ਕੀਰਤਨ ਦੀ ਹਾਜ਼ਰੀ ਭਰਦੇ ਨੇ। ਅੱਧੀ ਅੱਧੀ ਰਾਤ ਤੱਕ ਆਪਣੇ ਪੱਲਿਓਂ ਖਰਚ ਕਰਕੇ ਆਉਂਦੇ ਨੇ ਜੀ। ਬਾਹਰ ਇਹਨਾਂ ਨੂੰ ਕਿਸੇ ਬੁਲਾਉਣਾ ਹੋਵੇ ਤੇ ਬੜਾ ਖਰਚਾ, ਪਰ ਸਤਿਗੁਰ ਦੀ ਤੇ ਮਹਾਂਪੁਰਖਾਂ ਦੀ ਮਿਹਰ ਦਾ ਸਦਕਾ ਪ੍ਰੇਮ ਦੇ ਨਾਲ ਆ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਂਦੇ। ਸਮਾਂ ਵੀ ਕੋਈ ਜ਼ਿਆਦਾ ਨਹੀਂ ਮਿਲਦਾ, ਤਕਰੀਬਨ ਬਹੁਤੇ ਰਾਗੀ ਸਿੰਘਾਂ ਨੂੰ ਇੱਕ ਸ਼ਬਦ ਦਾ ਹੀ ਟਾਈਮ ਮਿਲਦਾ ਜੀ। ਇਹ ਸਾਰੀ ਮਹਾਂਪੁਰਖਾਂ ਦੀ ਕਿਰਪਾ ਹੈ। ਧੰਨ ਧੰਨ ਸੰਤ ਬਾਬਾ ਦੇਵਾ ਸਿੰਘ ਜੀ ਮਹਾਰਾਜ। ਪਰਮੇਸ਼ਰ ਨੇ ਸੰਜੋਗ ਬਣਾਇਆ ਤੇ ਮਹਾਂਪੁਰਖਾਂ ਨੇ ਆਪਣੇ ਚਰਨਾਂ ਵਿੱਚ ਥਾਂ ਦਿੱਤਾ। ਸਮਤ ਬਖਸ਼ੀ ਮਹਾਂਪੁਰਖਾਂ ਨੇ। ਖਾਣਾ ਪੀਣਾ, ਬੋਲਣਾ, ਬਹਿਣਾ, ਤੁਰਨਾ, ਚੱਲਣਾ, ਹਰ ਚੀਜ਼ ਉਹਨਾਂ ਨੇ ਸਿਖਾਈ ਜੀ। ਤੇ ਵੱਡਾ ਪਰਉਪਕਾਰ ਕੀਤਾ। ਸਤਿਗੁਰੂ ਜੀ ਦੀ ਬਾਣੀ ਵੀ ਆਪ ਪੜ੍ਹਾਈ ਤੇ ਕੀਰਤਨ ਵੀ ਆਪ ਸਿਖਾਇਆ। ਉਹਨਾਂ ਦੀ ਬਖਸ਼ਿਸ਼, ਉਹਨਾਂ ਦੀ ਮਿਹਰ, ਉਹਨਾਂ ਦੀ ਕਿਰਪਾ ਗਿਣਨ ਲੱਗੀਏ ਤੇ ਗਿਣੀ ਨਹੀਂ ਜਾ ਸਕਦੀ ਜੀ। ਬਹੁਤੇ ਉੱਚੇ ਸੁੱਚੇ ਪਵਿੱਤਰ ਜੀਵਨ ਵਾਲੇ। ਗੁਰਬਾਣੀ ਵਿੱਚ ਬਚਨ ਆਉਂਦਾ ਸਤਿਗੁਰੂ ਜੀ ਦਾ, ਰਾਮ ਸੰਤ ਮਹਿ ਭੇਦ ਕਿਛ ਨਾਹੀ। ਰਾਮ ਸੰਤ ਮਹਿ ਭੇਦ ਕਿਛ ਨਾਹੀ। ਇਹ ਗੱਲ ਤੇ ਬਿਲਕੁਲ ਸੱਚੀ ਹੈ ਜੀ। ਬਾਣੀ ਦਾ ਅਟੱਲ ਫੈਸਲਾ ਏ, ਰੱਬ ਵਿੱਚ ਤੇ ਸੰਤ ਵਿੱਚ ਕੋਈ ਫਰਕ ਨਹੀਂ ਹੈਗਾ। ਪਰ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਵੀ ਇਸ ਤਰ੍ਹਾਂ ਦਾ ਤੁਹਾਨੂੰ ਕੋਈ ਸੌਖਾ ਨਹੀਂ ਲੱਭਣਾ। ਏਕ ਜਨ ਕਈ ਮੈਂ ਲੱਖ ਕਰੋੜੀ। ਕਈ ਲੱਖ ਤੇ ਕਈ ਕਰੋੜ ਦੇ ਵਿੱਚੋਂ ਇਸ ਤਰ੍ਹਾਂ ਦਾ ਕੋਈ ਹੋਏਗਾ ਜੀ। ਕਈ ਲੱਖ ਤੇ ਕਈ ਕਰੋੜ ਦੇ ਵਿੱਚੋਂ ਜੀ। ਏਕ ਜਨ ਕਈ ਮੈਂ ਲੱਖ ਕਰੋੜੀ। ਗੁਰੂ ਜੀ ਕਹਿੰਦੇ ਜਿਹੋ ਜਿਹਾ ਅਸੀਂ ਤੁਹਾਨੂੰ ਦੱਸ ਰਹੇ ਨਾ ਭਈ ਰੱਬ ਵਿੱਚ ਤੇ ਐਸੇ ਸੰਤ ਵਿੱਚ ਫਰਕ ਨਹੀਂ ਹੈਗਾ, ਇਹੋ ਜਿਹੇ ਥਾਂ ਥਾਂ ਤੇ ਨਹੀਂ ਹੈਗੇ ਜੀ। ਥਾਂ ਥਾਂ ਤੇ ਨਹੀਂ ਹੈਗੇ। ਲੱਖਾਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੋ ਸਕਦਾ। ਮਾਰੇ ਕਹਿੰਦੇ ਇਸ ਤਰ੍ਹਾਂ ਦਾ ਜੀ। ਹਾਂਜੀ, ਮੈਂ ਤਕਰੀਬਨ ਸਾਰੇ ਪੰਥ ਵਿੱਚ ਵਿਚਰਦਾ ਜੀ। ਹਰ ਸਥਾਨ ਤੇ ਪਰਮੇਸ਼ਰ ਨੇ ਸਾਡੀ ਸਾਂਝ ਬਣਾਈ। ਅਸੀਂ ਜਾਂਦੇ ਹਾਂ, ਮਿਲਦੇ ਹਾਂ। ਬੜਿਆਂ ਬੜਿਆਂ ਦੀ ਧਾਰਮਿਕ ਪੁਰਸ਼ਾਂ ਦੀ ਸਾਡੀ ਗਾੜੀ ਸਾਂਝ ਹੈ। ਪਰ ਸੰਗਤ ਜੀ, ਮੈਂ ਵਿਚਰਦਿਆਂ ਹੋਇਆਂ ਵੇਖਿਆ ਵੱਡੇ ਵੱਡੇ ਮਹਾਂਪੁਰਖਾਂ ਦੇ ਵਿੱਚ ਵੀ ਲੋਕ ਕੋਈ ਨਾ ਕੋਈ ਨੁਕਸ਼ ਕੱਢਦੇ ਆ ਜੀ। ਭਾਵੇਂ ਉਹਨਾਂ 'ਚ ਹੈ ਤੇ ਭਾਵੇਂ ਨਹੀਂ ਹੈਗਾ, ਪਰ ਲੋਕ ਕੱਢਦੇ ਜੀ। ਕਹਿੰਦੇ ਆ ਕੋਈ ਨਾ ਕੋਈ ਗੱਲ ਲੋਕ ਕਰਦੇ ਨੁਕਤਾਚੀਨੀ ਦੀ। ਪਰ ਮੈਂ ਆਪਣੇ ਜੀਵਨ ਦੇ ਵਿੱਚ ਅੱਜ ਤੱਕ ਇੱਕ ਮਨੁੱਖ ਵੀ ਨਹੀਂ ਵੇਖਿਆ ਜਿਹਨੇ ਬਾਬਾ ਦੇਵਾ ਸਿੰਘ ਜੀ ਦੇ ਜੀਵਨ ਵਿੱਚ ਕੋਈ ਨੁਕਸ਼ ਵੇਖਿਆ ਹੋਵੇ ਤੇ ਕੱਢਿਆ ਹੋਵੇ ਜਾਂ ਕਿਸੇ ਨੂੰ ਦੱਸਿਆ ਹੋਵੇ ਜੀ। ਹਾਂਜੀ, ਨਹੀਂ ਤਾਂ ਦੁਨੀਆ ਦੀ ਆਦਤ ਬੜੀ ਮਾੜੀ ਆ। ਲੋਕ ਦੇ ਕੁਝ ਨਾ ਕੁਝ ਆਖੀ ਜਾਂਦੇ ਨੇ, ਪਰ ਅੱਜ ਤੱਕ ਨਹੀਂ ਨਾ ਕੋਈ ਵੇਖਿਆ ਤੇ ਨਾ ਸੁਣਿਆ ਕੋਈ ਇਹੋ ਜਿਹਾ ਬੰਦਾ। ਪਿੰਡੋਂ ਹੀ ਮਹਾਂਪੁਰਖ ਉੱਠੇ ਤੇ ਪਿੰਡ ਦੇ ਕੋਲ ਹੀ ਸਾਰੀ ਜ਼ਿੰਦਗੀ ਉਹਨਾਂ ਨੇ ਵੇਖ ਲਓ ਪਰਉਪਕਾਰ ਕੀਤੇ ਜੀ। ਤੇ ਤਿਆਗ ਇੰਨਾ ਵੱਡਾ, ਕਮਾਲ ਦੀ ਗੱਲ, ਤਿਆਗ ਇੰਨਾ ਵੱਡਾ। ਮਹਾਂਪੁਰਖ ਟਾਂਗੇ ਤੇ ਸਵਾਰ ਬਾਜ਼ਾਰ ਵਿੱਚ ਦੀ ਲੰਘ ਰਹੇ ਸੀ। ਸੰਗਤਾਂ ਮੱਥੇ ਟੇਕ ਰਹੀਆਂ ਸਨ। ਇੱਕ ਬੰਦਾ ਆਣ ਕੇ ਕਹਿੰਦਾ, ਮਹਾਰਾਜ ਜੀ ਤੁਹਾਨੂੰ ਪਤਾ ਇਸ ਗਲੀ ਵਿੱਚ ਤੁਹਾਡਾ ਘਰ ਸੀਗਾ? ਮੈਂ ਨਾਲ ਬੈਠਾ ਸੀ ਮਹਾਂਪੁਰਖਾਂ ਦੇ। ਤੁਹਾਨੂੰ ਪਤਾ ਇਸ ਗਲੀ 'ਚ ਤੁਹਾਡਾ ਘਰ ਸੀਗਾ? ਤੇ ਸੰਤ ਮਹਾਰਾਜ ਬਾਬਾ ਦੇਵਾ ਸਿੰਘ ਜੀ ਕਹਿਣ ਲੱਗੇ, ਭਲਿਆ ਲੋਕਾ, ਜਿਉਂ ਅਸੀਂ ਗਏ ਮੁੜ ਆ ਕੇ ਘਰ ਵੇਖਿਆ ਹੀ ਨਹੀਂ। ਕਹਿੰਦੇ ਸਾਨੂੰ ਨਹੀਂ ਪਤਾ ਘਰ ਕਿੱਥੇ ਹੈਗਾ। ਕਹਿਣ ਲੱਗੇ ਅਸੀਂ ਜਿਉਂ ਗਏ ਮੁੜ ਘਰ ਵੇਖਿਆ ਹੀ ਨਹੀਂ ਆ ਕੇ। ਇਸ ਜਗਤ ਵਿੱਚ ਤੁਹਾਨੂੰ ਲੱਭੇਗਾ ਕੋਈ ਇਸ ਤਰ੍ਹਾਂ ਦਾ ਜੀ? ਹਾਂਜੀ, ਘਰ ਵੱਲ ਤੇ ਮਰਨ ਤੋਂ ਬਾਅਦ ਵੀ ਲੋਕ ਭਟਕਦੇ ਰਹਿੰਦੇ ਆ ਜੀ। ਮਰਨ ਤੋਂ ਬਾਅਦ ਵੀ ਰੂਹਾਂ ਘਰਾਂ ਦੇ ਵਿੱਚ ਹੀ ਭਟਕਦੀਆਂ ਰਹਿੰਦੀਆਂ, ਘਰ ਨਹੀਂ ਛੁੱਟਦੇ ਜੀ। ਹਾਂਜੀ, ਧੰਨ ਮਹਾਂਪੁਰਖਾਂ ਦਾ ਪਵਿੱਤਰ ਜੀਵਨ।
बड़ी भगती की, बड़ी सेवा की, बहुत सिमरन किया, बहुत उन्होंने परोपकार किए। अज बड़ी खुशी है जिथे असीं धन धन श्री गुरु रामदास साहब जी के अवतार गुरपुरब दीयां खुशियां मना रहे हैं। उत्थे बहुत वड्डी खुशी है कि महापुरखों के स्थान तो संगत आई है जी। महापुरखों के स्थान तो गुरमुख प्यारे आए ने, जिन्हां महापुरखों ने अस्थान नूं कायम किया, शुरुआत की धन धन बाबा ध्यान सिंह जी महाराज। तिन्हां महापुरखों के परिवार विचों, उन्हां दे खानदान दे विचों गुरमुख प्यारे जिहड़े तुहानूं कीर्तन सुना रहे सन जी। पूरा नाम की है? नहीं, इन्हां दा सत्कारयोग भाई सोहण सिंह जी। ये महापुरखों के पड़पोता साहब ने जी बाबा ध्यान सिंह जी दे। फिर इन्हां दे नाल उन्हां महापुरखों के खानदानी सेवक जिहड़े ने जी, फिर जिन्हां ने मेरे तो काफ़ी साल पहला अस्थान ते करतारपुर साहब महापुरखों के चरणों में रह के सेवा आरंभ की, ते अज तक भी उत्थे सेवा निभा रहे ने जथेदार बाबा कुंदन सिंह जी। कोई कोई शरीर होंदे ने जिहड़े पूरी निभा दिंदे ने जी, वाहिगुरू की मेहर दे नाल जिन्हां दी निभ जांदी, कोई विरले विरले हुंदे आ। समय समय नाल असीं जिथे जिथे साडा अन्न जल परमेश्वर ने लिखिया होर प्राप्तियां वास्ते विचरदे रहे, पर इन्हां दी सतगुरु की कृपा दे नाल उस स्थान ते प्रीत बनी रही, जुड़े रहे। वो भी संगत दे नाल इत्थे सानूं दर्शन देण आए ने। जी आयां नूं। जिन्ने भी संगत स्थान तो आई है, बाकी भी जिन्नी संगत इत्थे तुसीं बैठे हो, सारिਆਂ ਨੂੰ जी आया ਨੂੰ, जी आया ਨੂੰ, जी आया ਨੂੰ। गुरु जी ने कृपा की है। जिथे आप सतगुरु जी दर्शन दे रहे हैं, उत्थे तुहाडे संगत के दर्शन भी हो रहे हैं। संगत जी ये जिहड़ा शब्द आप जी ने सरवण किया, ये चौथे पातशाह महाराज का उचारण किया होया है। आखो गज के धन धन श्री गुरु रामदास, 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 धन धन श्री गुरु रामदास। ये शब्द सतगुरु जी ने नट नारायण राग विच उचारिया जी। नट नारायण ते नट नारायण राग दियां सुरां दे विच इहनूं पढ़िया जी। महापुरखों की कृपा नाल ही पट्ठे पुट आदमी, गावां मੱਝਾਂ चारन वाले। हाँ जी, वेखो संतां की कृपा, महापुरखों की मेहर, उन्होंने अपने पास रखिया, समत दी महापुरखों ने, ते इस सेवा के योग उन्होंने बना दिता जी। महापुरखों की कृपा। एक जट बूट अनपढ़ बंदे जिहड़े उन्होंने क्या पता राग की हुंदे जी। हाँ जी, ये राग बड़ा बिखड़ा जी। इहदियां सुरां जिहड़ियां लाउणियां ने बड़ियां औखियां ने जी। हाँ जी, ताल भी बड़ा औखा सीगा। सतगुर की कृपा नाल, बख्शिश नाल, महापुरखों की मेहर दे नाल जिहड़ी सेवा महापुरखों ने लैनी हुंदी, बंदे नूं बल बख्श दिंदे आ, उहनूं मत दे दिंदे ने, उहनूं सोझी दे दिंदे ने। साधु जनां दे कोल बड़ी वड्डी ताकत। बाबा ज्वाला सिंह जी महाराज बैठे, एक ज्ञानी जी भिंडरां वाले वड्डे महापुरखों को बाबा सुंदर सिंह जी को पढ़ के आए, उन्हां दे कोल कथा करते हुंदे सी। एक दिन बाबा ज्वाला सिंह जी महाराज नूं कहण लगे, वो ज्ञानी जी, बाबा जी मैं पढ़ाई बहुत करदा ते मैनू ना भुल जाता है, याद नहीं रहिंदा मैनू, किरपा करो। बाबा जी कह लगे प्रेम नाल संगत नूं कथा सुणाउंदे रहो। हाँ जी, ते इन्नी मेहर हो जाएगी भी तुसीं ग्रंथ प्रकाश करके ना वेखी जाया करो, तो पत्तरी थली जाया करो, सब जबानी याद हो जा करेगा। कहन लगे अगे तो पढ़ के नहीं ना याद हुंदा जी, कहंदे पढ़न की नहीं लोड़, बस ऐ दर्शन ही करी जाने तो पत्तरे थली जाने तो जबानी याद हो जा करेगा। वो इस तरह होना शुरू हो गया। पूर्ण पुरुषों का वचन है जी। वो फिर एक दिन कहन लगे बाबा जी मेरे को तो ग्रंथ बहुत ज़्यादा आ, तो एक ग्रंथ नूं कल्ले कल्ले नूं पत्तरे थलदियां बड़ा चिर मैनूं लग जाता है।
ਆ ਜਿਹੜੇ ਇੰਨੇ ਗ੍ਰੰਥ ਫਿਰ ਕਿਸ ਤਰ੍ਹਾਂ ਮੈਨੂੰ ਯਾਦ ਹੋਣਗੇ। ਬਾਬਾ ਜੀ ਕਹਿਣ ਲੱਗੇ ਇਸ ਬੰਨੇ ਉਹ ਗ੍ਰੰਥ ਚੁੱਕ ਕੇ ਇਸ ਬੰਨੇ ਰੱਖ ਦਿਆ ਕਰ, ਸਾਰਾ ਜ਼ਬਾਨੀ ਯਾਦ ਹੋ ਜਾ ਕਰੇਗਾ। ਕਹਿਣ ਲੱਗੇ ਕਮਾਈ ਵਾਲਿਆਂ ਦੀ ਖੇਡ ਆ ਜੀ, ਜਿਨ੍ਹਾਂ ਦੀ ਕਮਾਈ ਆ ਰੱਬ ਦੇ ਘਰ, ਜਿਨ੍ਹਾਂ ਦੀ ਪਹੁੰਚ ਆ ਨਾ ਜੀ, ਉਹ ਜੋ ਮੂੰਹੋਂ ਬੋਲ ਦਿੰਦੇ ਉਹ ਸੱਤ ਹੁੰਦਾ ਜੀ, ਸੱਤ ਹੁੰਦਾ ਜੀ। ਉਹ ਮਹਾਂਪੁਰਖਾਂ ਦਾ ਬੜਾ ਵੱਡਾ ਪ੍ਰਤਾਪ ਹੈ, ਜਿਨ੍ਹਾਂ ਨੇ ਵੇਖਿਆ ਉਹ ਤੇ ਸੱਤ ਕਰਕੇ ਮੰਨਦੇ, ਤੇ ਜਿਨ੍ਹਾਂ ਨਹੀਂ ਵੇਖਿਆ ਉਹ ਸ਼ੰਕੇ ਕਰਦੇ ਨੇ ਜੀ। ਹਾਂਜੀ, ਤੇ ਜੇ ਆਪਾਂ ਕਹੀਏ ਨਾ ਸ਼ੰਕਾਵਾਦੀ ਜਿਹੜੇ ਆ ਉਹ ਵੀ ਸੱਚੇ ਹੀ ਨੇ ਜੀ, ਉਹ ਵੀ ਸੱਚੇ ਸੱਚ ਹੀ ਬੋਲਦੇ ਆ। ਹੁਣ ਅੰਨਾ ਬੰਦਾ ਆਪਣੇ ਨਾਲ ਬਹਿਸ ਕਰਨ ਲੱਪੇ, ਤੁਹਾਡੇ ਸਾਡੇ ਨਾਲ ਅੰਨਾ, ਤੇ ਅੰਨਾ ਸਾਨੂੰ ਆਖਿਆ ਵੀ ਸੂਰਜ ਨਹੀਂ ਹੈਗਾ, ਤੇ ਆਪਾਂ ਆਖੀਏ ਸੂਰਜ ਹੈਗਾ। ਹਾਂਜੀ, ਅੰਨਾ ਵੀ ਸੱਚ ਹੀ ਬੋਲਣ ਡਿਆ, ਉਹਨੇ ਵੇਖਿਆ ਹੀ ਨਹੀਂ ਸੂਰਜ ਜੀ ਵਿਚਾਰੇ, ਉਹਨੇ ਵੇਖਿਆ ਹੀ ਨਹੀਂਗਾ, ਉਹ ਵੀ ਸੱਚ ਹੀ ਬੋਲਦਾ ਜੀ। ਜਿਨ੍ਹਾਂ ਨੇ ਮਹਾਂਪੁਰਖਾਂ ਦਾ ਪ੍ਰਤਾਪ ਵੇਖਿਆ ਨਹੀਂ, ਇਹਨਾਂ ਨੂੰ ਕਿਆ ਪਤਾ ਵਿਚਾਰਿਆਂ ਨੂੰ ਜੀ, ਕਿਆ ਪਤਾ ਉਹਨਾਂ ਨੂੰ। ਸਭ ਖਜ਼ਾਨੇ ਪਰਮੇਸ਼ਰ ਨੇ ਇਹਨਾਂ ਦੇ ਅਧੀਨ ਕੀਤੇ ਹੁੰਦੇ, ਸਭ ਤਾਕਤਾਂ ਨਾਮ ਦੇ ਵਿੱਚ ਨੇ, ਤੇ ਮਹਾਂਪੁਰਖਾਂ ਨੇ ਨਾਮ ਆਪਣੇ ਹਿਰਦੇ ਵਿੱਚ ਵਸਾਇਆ ਜੀ ਪਰਮੇਸ਼ਰ ਦਾ। ਚੌਥੇ ਪਾਤਸ਼ਾਹ ਮਹਾਰਾਜ ਫਰਮਾ ਰਹੇ ਨੇ ਜੀ, ਰਾਗ ਨਟ ਨਰਾਇਣ ਮਹੱਲਾ ਚੌਥਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਪਾਤਸ਼ਾਹ ਜੀ ਫਰਮਾਉਂਦੇ ਨੇ, ਮੇਰੇ ਮਨ ਜਪ ਅਹਨਿਸ ਨਾਮ ਹਰੇ। ਹੁਣ ਇਹ ਬਚਨ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਰੂਪ ਬਚਨ ਹੈ ਜੀ, ਹੈ ਤੇ ਸਾਰਿਆਂ ਵਾਸਤੇ ਆ, ਪਰ ਸਾਰੇ ਇਸ ਬਚਨ ਨੂੰ ਨਹੀਂ ਕਮਾ ਸਕਦੇ ਜੀ, ਇੰਨੇ ਜੋਗੇ ਨਹੀਂ ਹੈਗੇ ਜੀ। ਅਹਨਿਸ ਦਾ ਅਰਥ ਹੁੰਦਾ 8 ਪਹਿਰ, ਅਹਨਿਸ ਦਿਨ ਤੇ ਰਾਤ, 8 ਪਹਿਰ। ਸਤਿਗੁਰੂ ਜੀ ਕਹਿੰਦੇ, ਪਿਆਰੇ ਸਿੱਖਾ ਆਪਣੇ ਮਨ ਨੂੰ ਮਨਾ ਤੇ 8 ਪਹਿਰ ਹੀ ਉਸ ਪਰਮੇਸ਼ਰ ਦਾ ਨਾਮ ਜਪਿਆ ਕਰ। ਹਰੇ ਦਾ ਅਰਥ ਹੈ ਜਿਸ ਨੇ ਸਾਨੂੰ ਜਿੰਦ ਜਾਨ ਬਖਸ਼ੀ, ਜਿਹਦੀ ਕਿਰਪਾ ਨਾਲ ਅਸੀਂ ਜੀ ਰਹੇ ਹਾਂ ਜੀ। ਸਵਾਸ ਚੱਲ ਰਹੇ ਨੇ, ਅੱਖਾਂ ਵੇਖ ਰਹੀਆਂ ਨੇ, ਕੰਨ ਸੁਣ ਰਹੇ, ਰਸਨਾ ਬੋਲ ਰਹੀ ਆ, ਸਾਰੇ ਹੱਥ ਪੈਰ ਜਿੰਨੀ ਸਰੀਰ ਦੀ ਮਸ਼ੀਨਰੀ ਰੋਮ ਰੋਮ ਕੰਮ ਕਰ ਰਿਹਾ ਜੀ। ਇਹ ਸਰੀਰ ਜੇ ਹਰਿਆ ਭਰਿਆ ਜਿਉਂਦਾ ਜਾਗਦਾ ਏ ਤਾਂ ਉਸ ਪਰਮੇਸ਼ਰ ਦੀ ਮਿਹਰ ਨਾਲ ਹੈ ਜੀ। ਇਹ ਜਿੰਨੀਆਂ ਆਪਣੀਆਂ ਜੀ ਹਜ਼ੂਰੀਆਂ ਨੇ ਨਾ, ਸਭ ਉਹਦੀ ਕਿਰਪਾ ਨਾਲ ਹੈ। ਜਿਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ। ਜਿੰਨਾ ਚਿਰ ਉਹ ਵਿੱਚ ਬੈਠਾ ਉਹਨਾਂ ਚਿਰ ਸਾਰੇ ਜੀ ਜੀ ਕਰਦੇ ਆ ਜੀ, ਸਭ ਹੱਥ ਜੋੜਦੇ, ਸਭ ਰਿਸ਼ਤੇ ਕਾਇਮ ਨੇ ਦੁਨੀਆ ਵਿੱਚ। ਜਾਂ ਉੱਠੀ ਚੱਲ ਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਮੁੜ ਕੇ ਨਹੀਂ ਪਾਣੀ ਦੀ ਘੁੱਟ ਕੋਈ ਪੁੱਛਦਾ ਜੀ। ਸਰੀਰ ਉਹੀ ਹੈ, ਘਰ ਵੀ ਉਹੀ ਹੈ, ਤੇ ਪਰਿਵਾਰ ਵੀ ਉਹੀ ਹੈ। 4 ਚਫੇਰੇ ਤੁਰੇ ਫਿਰਦੇ ਸੀ ਸਾਰੇ। ਅੱਜ ਤੁਸੀਂ ਪ੍ਰਸ਼ਾਦਾ ਨਹੀਂ ਛਕਿਆ, ਕੀ ਗੱਲ? ਅੱਜ ਤੁਸੀਂ ਚਾਹ ਨਹੀਂ ਪੀਤੀ, ਕੀ ਗੱਲ ਹੈ? ਪਰ ਜਦੋਂ ਉਹ ਮਾਲਕ ਵਿੱਚੋਂ ਚਲਾ ਜਾਂਦਾ, ਮੁੜ ਕੋਈ ਨਹੀਂ ਜੇ ਪੁੱਛਦਾ ਵੀ ਅੱਜ ਪ੍ਰਸ਼ਾਦਾ ਨਹੀਂ ਛਕਿਆ। ਫਿਰ ਉਹਦੀ ਕਿਰਪਾ ਨਾਲ ਹੀ ਅਸੀਂ ਹਰੇ ਭਰੇ ਆ ਨਾ ਜੀ। ਤਾਈਓ ਤੇ ਗੁਰੂ ਜੀ ਕਹਿੰਦੇ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਉਹ ਨਾਮ ਜਪ ਜਪ ਕੇ, ਪਰਮੇਸ਼ਰ ਦਾ ਨਾਮ ਜਪ, ਉਹ ਜਿਹੜਾ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਨਾ, ਉਸ ਦਾ ਨਾਮ ਜਪ। ਪੁੱਛਿਆ ਜੀ ਕਿੰਨਾ ਕੁ ਚਿਰ ਜਪਾਂ? ਮਾਰੇ ਕਹਿੰਦੇ 8 ਪੈਰੀ। ਆਖੋ ਗੱਜ ਕੇ ਸ੍ਰੀ ਵਾਹਿਗੁਰੂ। 8 ਪੈਰ ਜਪ, ਦਿਨ ਰਾਤ ਜਪ, ਹਰ ਵੇਲੇ ਜਪ। ਇਹ ਤੇਰਾ ਆਪਣਾ ਕੰਮ ਹੀ, ਕਰ ਲੈ ਤਗੜਾ ਹੋ ਕੇ। ਇਹਦੇ ਵਾਸਤੇ ਵੀ ਸਮਾਂ ਹੀ ਆ ਥੋੜਾ ਬਹੁਤਾ। ਹਾਂਜੀ, ਵੇਖੋ ਮਹਾਰਾਜ ਜੀ, ਜਿਹੜੇ ਬੰਦੇ ਥੋੜਾ ਬਹੁਤਾ ਨਿਤਨੇਮ ਕਰਦੇ, ਉਹ ਕਿਤੇ ਘੜੀ ਬੈਠ ਕੇ ਅੰਦਾਜ਼ਾ ਲਾਉਣ ਜੀ। 70 ਸਾਲ ਦੀ ਕਿਸੇ ਬੰਦੇ ਦੀ ਉਮਰ ਹੈ ਜੀ, 80 ਸਾਲ ਦੀ ਲਾ ਲਓ ਕਿਸੇ ਦੀ ਉਮਰ ਹੈ ਜੀ, ਤੇ ਉਹਦੇ ਵਿੱਚੋਂ 12-13 ਸਾਲ ਦੇ ਬਚਪਨ ਦੇ ਕੱਢ ਦਿਓ ਜੀ। ਹਾਂਜੀ, ਤੇ 25 ਕੁ ਸਾਲ ਸੌਣ ਦੇ ਕੱਢ ਦਿਓ ਜੀ, ਰੋਟੀ ਕਮਾਉਣ ਦੇ ਕੱਢ ਦਿਓ ਜੀ, ਗੱਲਾਂ ਬਾਤਾਂ ਦੇ ਕੱਢ ਦਿਓ ਜੀ, ਰਿਸ਼ਤੇਦਾਰੀਆਂ ਨਿਭਾਉਣ ਦੇ ਕੱਢ ਦਿਓ, ਤੇ ਭਜਨ ਬੰਦਗੀ ਦਾ ਸਮਾਂ ਥੋੜਾ ਜਿਹਾ, ਜਿਹੜਾ ਰੋਜ਼ ਦਾ ਨਿਤਨੇਮੀ ਆ, ਥੋੜਾ ਜਿਹਾ ਟਾਈਮ ਹੀ ਨਿਕਲਣਾ ਜੀ। ਕਿੰਨਾ ਕੁ ਟਾਈਮ ਬਣਿਆ ਜੀ? ਤੇ ਥੋੜੇ ਟਾਈਮ ਨਾਲ ਨਹੀਂ ਸਰਦਾ ਜੀ, ਥੋੜੇ ਟਾਈਮ ਨਾਲ ਨਹੀਂ ਸਰਨਾ। ਗੁਰੂ ਚੌਥੇ ਪਾਤਸ਼ਾਹ ਕਹਿੰਦੇ, ਭਾਈ ਆਪਣੇ ਮਨ ਨੂੰ ਮਨਾ
ਤੇ ਇਸ ਮਨ ਨੂੰ ਮਨਾ ਕੇ ਲਾ ਇਸ ਪਾਸੇ ਤੇ ਅੱਠੇ ਪੈਰ ਜਪਣਾ, ਮੇਰੇ ਮਨ ਜਪ ਅਹਨਿਸ ਨਾਮ ਹਰੇ, ਦਿਨ ਰਾਤ। ਤੇ ਜਿਨ੍ਹਾਂ ਜਪਿਆ ਉਹਨਾਂ ਦੀਆਂ ਜੈ ਜੈਕਾਰਾਂ ਨੇ ਜੀ। ਜਿਹੜੇ ਨਹੀਂ ਲੱਗੇ, ਕੋਈ ਜਾਣਦਾ ਜੀ ਉਹਨਾਂ ਨੂੰ ਜੀ? ਕੇਤੀ ਗਈ ਦੇਖ ਵਾਜੇ ਵਜਾਏ, ਕਈ ਇੱਥੇ ਵਾਜੇ ਵਜਾਉਂਦੇ ਚਲੇ ਗਏ, ਵਹੀ ਇੱਕ ਰਹਿਸੀ ਜੋ ਸਾਚਾ ਖੁਦਾਏ। ਗੁਰੂ ਜੀ ਕਹਿੰਦੇ ਨਾ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕਿਸੇ ਵਿਰਲੇ ਨੇ ਜਪਿਆ, ਵਿਰਲੇ ਨੇ, ਸਾਰੇ ਨਹੀਂ ਲੱਗਦੇ ਜੀ। ਮੇਰੇ ਮਨ ਜਪ ਅਹਨਿਸ ਨਾਮ ਹਰੇ। ਬਾਬਾ ਧਿਆਨ ਸਿੰਘ ਜੀ ਮਹਾਰਾਜ ਗ੍ਰਸਤੀ ਨੌਕਰੀ ਕਰਦੇ ਸੀ, ਏਡਾ ਨਾਮ ਦਾ ਹਿਰਦੇ ਵਿੱਚ ਵਾਸ ਹੋ ਗਿਆ, ਅਭਿਆਸ ਵੱਧ ਗਿਆ, ਵੇਖਿਆ ਨੌਕਰੀ ਭਜਨ ਚ ਉਹਨੂੰ ਵਿਘਨ ਬਣ ਰਹੀ, ਨੌਕਰੀ ਛੱਡ ਦਿੱਤੀ ਜੀ ਉਹਨਾਂ ਨੇ। ਫੌਜ ਵਿੱਚ ਨੌਕਰੀ ਕਰਦੇ ਸੀ। ਜਿਉਂ-ਜਿਉਂ ਰੱਬ ਦੇ ਨਾਮ ਨਾਲ ਪ੍ਰੇਮ ਬਣੇਗਾ, ਸਭ ਕੁਝ ਫਜ਼ੂਲ ਹੀ ਲੱਗੇਗਾ ਜੀ, ਵਾਧੂ ਹੀ ਲੱਗੇਗਾ ਜੀ। ਤੇ ਫਿਰ ਨੌਕਰੀ ਛੱਡੀ ਤੇ ਘਰ ਆ ਗਏ। ਵੱਡਾ ਗ੍ਰਸਤ ਮਹਾਂਪੁਰਖਾਂ ਦਾ ਵੱਡਾ ਪਰਿਵਾਰ, ਤੇ ਲੋਕ ਸਵੇਰੇ ਉੱਠਦੇ ਸਕੀਮ ਬਣਾਉਂਦੇ ਵੀ ਅੱਜ ਆਪਾਂ ਆਹ ਕੰਮ ਕਰਨਾ, ਅੱਜ ਆਪਾਂ ਆਹ ਕੰਮ ਕਰਨਾ। ਮਹਾਂਪੁਰਖਾਂ ਨੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਤੇ ਜੰਗਲ ਵਿੱਚ ਬਾਹਰ ਚਲੇ ਜਾਣਾ। 12 ਘੰਟੇ ਰੋਜ਼ ਜੰਗਲ 'ਚ ਸਿਮਰਨ ਕਰਕੇ ਆਉਣਾ ਜੀ। 5 ਵਜੇ ਜਾਣਾ ਜੰਗਲ ਵਿੱਚ। ਮੈਂ ਘਣਾ ਜੰਗਲ ਵੇਖਿਆ ਜੀ। ਬਾਬਾ ਕੁੰਨ ਸਿੰਘ ਜੀ ਨੂੰ ਪਤਾ ਕਿੰਨਾ ਜੰਗਲ ਸੀ, ਟਿੱਬੇ ਹੀ ਟਿੱਬੇ ਤੇ ਸਰ ਕੰਡਾ, ਡਰਾਉਣੀ ਜਗ੍ਹਾ ਜੀ। ਵੱਡੇ ਵੱਡੇ ਨਾਗ ਸੱਪ ਤੁਰੇ ਫਿਰਦੇ ਜੀ ਉੱਥੇ। ਉਦੋਂ ਉਹਨਾਂ ਦਿਨਾਂ 'ਚ ਤੇ ਮਾਰ ਖੋਰੇ ਜਾਨਵਰ ਵੀ ਹੁੰਦੇ ਸੀ। ਮੈਂ ਜਦੋਂ ਛੋਟਾ ਹੁੰਦਾ ਸਾਂ ਕਿ ਬਘਿਆੜ ਗਿੱਦੜ ਆਮ ਹੀ ਫਿਰਦੇ ਹੁੰਦੇ ਸੀ ਜੀ। ਮਹਾਂਪੁਰਖਾਂ ਨੇ ਜਾ ਕੇ ਸਮਾਧੀ ਲਾ ਲੈਣੀ, ਇਕਾਂਤ ਬੈਠ ਜਾਣਾ। 5 ਵਜੇ ਤੋਂ ਲੈ ਕੇ 5 ਵਜੇ ਤੱਕ 12 ਘੰਟੇ ਜੀ। ਤੇ ਫਿਰ ਘਰ ਆ ਕੇ ਵੀ ਨਹੀਂ, ਇਹ ਨਹੀਂ ਵੀ ਘਰ ਆ ਕੇ ਸੁੱਤੇ ਰਹਿਣਾ ਜੀ, ਘਰ ਆ ਕੇ ਫਿਰ ਨਾਮ ਦਾ ਮੋਰਚਾ ਲਾ ਦੇਣਾ ਜੀ। ਹਾਂਜੀ, ਤੇ ਪਤਾ ਨਹੀਂ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਕੁ ਉਸ ਇਲਾਕੇ ਵਿੱਚ ਬੜੇ ਬੜੇ ਧਨਾਢ ਅਮੀਰ ਜ਼ਿੰਦਗੀਆਂ ਬਤੀਤ ਕਰਕੇ ਚਲੇ ਗਏ, ਕਿਸੇ ਦਾ ਕੋਈ ਨਾਮੋ ਨਿਸ਼ਾਨ ਨਹੀਂ। ਮਹਾਂਪੁਰਖਾਂ ਦੇ ਨਿਸ਼ਾਨ ਚੁੱਲ ਰਹੇ ਨੇ ਜੀ। ਮਹਾਂਪੁਰਖਾਂ ਦੇ ਸਥਾਨਾਂ ਤੇ ਦਿਨ ਰਾਤ ਵਾਜੇ ਵੱਜ ਰਹੇ ਨੇ, ਸਾਜ਼ ਵੱਜ ਰਹੇ ਨੇ ਤੇ ਕੀਰਤਨ ਹੋ ਰਹੇ ਨੇ ਜੀ। ਮਹਾਂਪੁਰਖ ਦੇ ਅਸਥਾਨ ਤੇ ਮਹਾਂਪੁਰਖਾਂ ਦੇ ਕੋਈ ਆ ਕੇ ਭੁੱਖਾ ਨਹੀਂ ਜੇ ਜਾਂਦਾ ਜੀ, ਭੁੱਖਾ ਨਹੀਂ ਕੋਈ ਜਾਂਦਾ ਜੀ। ਤੇ ਜਿਹੜਾ ਵੀ ਆਉਂਦਾ ਉੱਥੇ ਆ ਕੇ ਆਪਣੀ ਅਰਜ਼ ਅਰਦਾਸ ਬੇਨਤੀ ਕਰਦਾ ਤੇ ਉਹ ਵੀ ਤਰਸ ਕਰਦੇ, ਉਹ ਵੀ ਸੁਣ ਲੈਂਦੇ ਨੇ ਜੀ, ਸੁਣ ਲੈਂਦੇ ਨੇ, ਭਲਾ ਕਰਦੇ ਨੇ। ਪਰਮੇਸ਼ਰ ਦੇ ਨਾਮ ਦਾ ਬੜਾ ਵੱਡਾ ਪ੍ਰਤਾਪ ਹੈ। ਵੇਖੋ ਵਾਹਿਗੁਰੂ ਦੇ ਨਾਮ ਦੀ ਮਹਿਮਾ ਸਤਿਗੁਰੂ ਜੀ ਨੇ ਬਾਣੀ ਵਿੱਚ ਬੜੀ ਲਿਖੀ ਜੀ, ਬੜੀ ਲਿਖੀ। ਬੜੀਆਂ ਬੜੀਆਂ ਮਹਾਨਤਾ ਵਾਲੀਆਂ ਗੱਲਾਂ ਜਿਨ੍ਹਾਂ ਦੇ ਮਗਰ ਦੁਨੀਆ ਭੱਜੀ ਫਿਰਦੀ ਤੇ ਪ੍ਰਾਪਤ ਨਹੀਂ ਹੁੰਦੀਆਂ। ਵੇਖੋ ਕਿੱਡੀ ਵੱਡੀ ਮਹਾਨਤਾ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਹੁਣ ਇਹ ਬਚਨ ਤੇ ਆਪਾਂ ਪੜ੍ਹ ਲਏ ਜੀ, ਤੇ ਪੜ੍ਹਿਆ ਲੋਕਾਂ ਦੀ ਨਿਸ਼ਾਨੀ ਹੁੰਦੀ, ਇੰਨੀ ਮੱਤ ਹਰ ਇੱਕ ਦੀ ਨਹੀਂ। ਮਹਾਂਪੁਰਖ ਵਿਖਾ ਦਿੰਦੇ ਜੇ ਕਰਕੇ ਜੀ, ਵਿਖਾ ਦਿੰਦੇ ਨੇ, ਨਾਮ ਜਪ ਕੇ ਵਿਖਾ ਦਿੰਦੇ ਨੇ ਨਾਮ ਦਾ ਪ੍ਰਤਾਪ ਵੀ। ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆ, ਅਸੀਂ ਇਸੇ ਪਿੰਡ ਵਿੱਚ ਜੰਮੇ ਪਲੇ, ਇੱਥੇ ਰਹੇ। ਆ ਵੇਖ ਲਓ ਰੱਬ ਦੇ ਨਾਮ ਦਾ ਪ੍ਰਤਾਪ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਹਾਂਪੁਰਖਾਂ ਦੇ ਜਿਨ੍ਹਾਂ ਦੇ ਕਾਗਜ਼ਾਂ ਦੇ ਉੱਤੇ ਉਹਨਾਂ ਦੇ ਚਿੱਤਰ ਛਪੇ ਨੇ ਜੀ। ਜਿਸ ਸਰੀਰ ਨਾਲ ਉਹਨਾਂ ਨੇ ਨਾਮ ਜਪਿਆ, ਭਜਨ ਕੀਤਾ, ਕਾਗਜ਼ਾਂ ਦਾ ਲੋਕੀ ਸਤਿਕਾਰ ਕਰਨ ਦੇ ਤੇ ਮੱਥਾ ਟੇਕਣ ਦੇ ਵੀ ਮਹਾਂਪੁਰਖਾਂ ਦਾ ਸਰੂਪ ਆ, ਉਹਨਾਂ ਦਾ ਫੋਟੋ ਆ ਜੀ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰੱਖ ਕੇ, ਕਿਉਂ? ਇਹ ਨਾਮ ਦਾ ਪ੍ਰਤਾਪ ਹੈ। ਮੈਂ ਸ਼ੰਕਰ ਜਿੰਨੇ ਮਰਜ਼ੀ ਕੋਈ ਕਰੀ ਜਾਵੇ, ਗੱਲ ਤੇ ਇੱਧਰ ਆਉਣੀ ਚਾਹੀਦੀ ਆ। ਇਹ ਨਾਮ ਦਾ ਪ੍ਰਤਾਪ ਹੈ, ਇਹ ਨਾਮ ਦਾ ਪ੍ਰਤਾਪ ਹੈ। ਗੁਰੂ ਦੀ ਹਜ਼ੂਰੀ ਵਿੱਚ ਵੀ ਲੋਕ ਉਹਨਾਂ ਅੱਗੇ ਸੀਸ ਝੁਕਾ ਰਹੇ ਨੇ ਜੀ। ਇਹ ਨਾਮ ਦਾ ਪ੍ਰਤਾਪ ਆ। ਇੱਥੋਂ ਸਿੱਖਿਆ ਲੈਣੀ ਹੈ, ਸਮੱਤ ਲੈਣੀ ਹੈ। ਤੇ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ, ਮੇਰੇ ਮਨ ਜਪ ਅਹਨਿਸ ਨਾਮ ਹਰੇ, ਮੇਰੇ ਮਨਾ
ਤੂੰ ਵੀ ਅੱਠੇ ਪੈਰੀ ਪਰਮੇਸ਼ਰ ਪ੍ਰਭੂ ਦਾ, ਜਿਨੇ ਤੈਨੂੰ ਜ਼ਿੰਦਗੀ ਦਿੱਤੀ ਆ, ਜਿਹਦੀ ਕਿਰਪਾ ਨਾਲ ਤੂੰ ਜਿਉਂਦਾ ਜਾਗਦਾ ਹੈ, ਜਿਹਦੀ ਕਿਰਪਾ ਨਾਲ ਸਾਰੇ ਸੁੱਖ ਪਾ ਰਿਹਾ, ਤੂੰ ਉਹਦਾ ਨਾਮ ਜਪਿਆ ਕਰ। ਤੇ ਨਾਮ ਕਿਸੇ ਦੁਨਿਆਵੀ ਕੰਮ ਦੇ ਵਿੱਚ ਵਿਘਨ ਤੇ ਪਾਉਂਦਾ ਨਹੀਂ। ਜੇ ਬੰਦਾ ਸਿਮਰਨ ਕਰੀ ਜਾਵੇ ਤਾਂ ਆਪਣਾ ਕੰਮਕਾਰ ਵੀ ਕਰੀ ਜਾਵੇ, ਹਾਂਜੀ। ਪਰ ਜਿਉਂ-ਜਿਉਂ ਪ੍ਰੇਮ ਵਧੇਗਾ, ਕੰਮ ਕੁੰਮ ਆਪੇ ਹੀ ਛੁੱਟ ਜਾਂਦੇ ਸਾਰੇ ਜੀ, ਤੇ ਕੰਮ ਫਿਰ ਹੁੰਦੇ ਵੀ ਆਪੇ ਜੇ ਜੀ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਆਪੇ ਸਭ ਕੰਮ ਸੌਰਦੇ ਆ ਜੀ, ਬਰਕਤਾਂ ਪੈਂਦੀਆਂ ਨੇ, ਕੋਈ ਘਾਟਾ ਨਹੀਂ ਰਹਿੰਦਾ ਜੀ। ਸੱਚੇ ਪਾਤਸ਼ਾਹ ਮਹਾਰਾਜ ਅੱਗੇ ਕਹਿੰਦੇ ਨੇ, ਕੋਟ ਕੋਟ ਦੋਖ ਬਹੁ ਕੀਨੇ, ਸਭ ਪਰ ਹਰ ਪਾਸ ਧਰੇ। ਮਹਾਰਾਜ ਕਹਿੰਦੇ, ਮਨਾ ਤੂੰ ਕਿਤੇ ਸੁਣ ਉਹਨਾਂ ਦੀਆਂ ਗੱਲਾਂ ਜਿਨ੍ਹਾਂ ਨੇ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਿਆ। ਭਾਵੇਂ ਉਹਨਾਂ ਦਾ ਪਹਿਲਾ ਜੀਵਨ ਕਿਸੇ ਤਰ੍ਹਾਂ ਦਾ ਸੀ, ਨਹੀਂ ਸੀ ਚੰਗਾ ਜੀਵਨ ਉਹਨਾਂ ਦਾ, ਹਾਂਜੀ। ਬੜੇ ਉਹਨਾਂ ਵਿੱਚ ਅਪਰਾਧ ਸਨ ਤੇ ਬੜੇ ਗੁਨਾਹ ਸਨ। ਐਸ ਜਨਮ ਦੇ ਵੀ ਤੇ ਪਿਛਲੇ ਜਨਮਾਂ ਦੇ ਵੀ ਕੀਤੇ ਹੋਏ ਕਰੋੜਾਂ ਪਾਪ, ਕਰੋੜਾਂ ਗੁਨਾਹ, ਤੇ ਐਸ ਜਨਮ ਦੀਆਂ ਮਾੜੀਆਂ ਆਦਤਾਂ, ਛਲ ਕਰਨਾ, ਧੋਖਾ ਕਰਨਾ, ਈਰਖਾ ਕਰਨੀ, ਨਿੰਦਿਆ ਕਰਨੀ, ਮਾੜੀਆਂ ਚੀਜ਼ਾਂ ਖਾਣੀਆਂ, ਵੈਰ ਵਿਰੋਧ ਕਰਨਾ, ਬੁਰਾ ਕਰਨਾ। ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ, ਜੋ ਕੁਝ ਵੀ ਬੁਰਿਆਈ ਸੀ, ਬੁਰਾਪਨ ਸੀ, ਪਰਮੇਸ਼ਰ ਦੇ ਨਾਮ ਨੇ ਇੱਕ ਪਾਸੇ ਕਰ ਦਿੱਤਾ ਸਾਰਾ ਕੁਝ ਜੀ, ਲਾਂਭੇ ਕਰ ਦਿੱਤਾ ਰੱਬ ਦੇ ਨਾਮ ਨੇ ਸਾਰਾ ਕੁਝ। ਉਹ ਬੁਰੀਆਂ ਆਦਤਾਂ, ਬੁਰੇ ਸੁਭਾਅ ਰੱਬ ਦੇ ਨਾਮ ਨੇ ਉਹਨਾਂ ਦੇ ਨੇੜੇ ਹੀ ਨਹੀਂ ਮੁੜ ਕੇ ਆਉਣ ਦਿੱਤੇ। ਮੈਂ ਤੁਹਾਨੂੰ ਆਪਣੇ ਅੱਖੀਂ ਵੇਖੀਆਂ ਗੱਲਾਂ ਵਿੱਚੋਂ ਸੁਣਾਵਾਂ। ਸਾਡੇ ਨੇੜੇ ਪਿੰਡ ਰਾਲ ਚਾਲ ਹੈ ਜੀ, ਰਾਲ ਚਾਲ ਪਿੰਡ ਡੇਰੇ ਸਾਹਿਬ ਦੇ ਨੇੜੇ। ਉੱਥੋਂ ਦੇ ਬਾਬਾ ਜੀਵਨ ਸਿੰਘ ਜੀ ਹੋਏ ਨੇ ਜੀ, ਕਾਰ ਸੇਵਾ ਵਾਲੇ। ਬੜੇ ਵੱਡੇ ਚੋਰ ਸਨ ਜੀ ਉਹ ਜੀ, ਬਹੁਤ ਵੱਡੇ ਜੀ। ਕਈ ਦਿਨ ਪਹਿਲਾਂ ਉਹ ਦੱਸ ਦਿੰਦੇ ਸੀ ਕਿ ਮੈਂ ਤੇਰੀਆਂ ਮੱਝਾਂ ਚੋਰੀ ਕਰਨੀਆਂ, ਜਿੱਥੇ ਜ਼ੋਰ ਲਾਉਣਾ ਲਾ ਲਾ। ਮੈਂ ਤੇਰੀ ਘੋੜੀ ਲੈ ਜਾਣੀ ਚੋਰੀ ਕਰਕੇ, ਜਿੱਥੇ ਜ਼ੋਰ ਲਾਉਣਾ, ਜਿਹਨੂੰ ਦੱਸਣਾ ਜਾ ਕੇ ਦੱਸ ਦੇ ਕਹਿੰਦੇ। ਤੇ ਉਹ ਦੱਸ ਕੇ ਐਲਾਨੀਆਂ ਤੌਰ ਤੇ ਲੈ ਜਾਂਦੇ ਸੀ ਜੀ, ਉਹ ਜੀ ਲੈ ਜਾਂਦੇ ਸੀ ਚੋਰੀ ਕਰਕੇ ਉਹ ਜੀ। ਧੰਨ ਬਾਬਾ ਗੁਰਮੁਖ ਸਿੰਘ ਜੀ ਮਹਾਂਪੁਰਖਾਂ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਡੇਰਿਆਂ ਦਾ ਨਗਰ ਜਿਹੜਾ, ਇਹਦਾ ਨਾਮ ਪੱਠੇ ਵਿੰਡ ਹੈ ਜੀ, ਡੇਰਾ ਸਾਹਿਬ ਦਾ ਨਾਮ ਪੱਠੇ ਵਿੰਡ ਹੈ। ਇਹ ਸਤਿਗੁਰੂ ਜੀ ਦੇ ਵਡੇਰਿਆਂ ਦਾ ਨਗਰ ਹੈ। ਸਾਨੂੰ ਬੜੀ ਖੁਸ਼ੀ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੱਦੀ ਨਗਰ ਜਿਹੜਾ ਜੀ, ਉਹ ਡੇਰਾ ਸਾਹਿਬ ਹੈ ਜੀ, ਪੱਠੇ ਵਿੰਡ ਜੀ। ਇੱਥੋਂ ਹੀ ਸਤਿਗੁਰ ਦੇ ਪਿਤਾ ਜੀ ਇੱਧਰ ਕਾਰੋਬਾਰ ਵਾਸਤੇ ਗਏ ਸਨ, ਜਿੱਥੇ ਆਪਾਂ ਸਾਰਾ ਜਗਤ ਸੀਸ ਝੁਕਾਉਂਦਾ, ਨਨਕਾਣਾ ਸਾਹਿਬ, ਰਾਜ ਭੋਏ ਦੀ ਤਲਵੰਡੀ। ਤੇ ਇੱਥੇ ਬਾਬਾ ਜੀ ਸੇਵਾ ਕਰਵਾ ਰਹੇ ਸੀ। ਇਸ ਤਰ੍ਹਾਂ ਕਿਸੇ ਦੇ ਪ੍ਰੇਰੇ ਹੋਏ ਬਾਬਾ ਜੀਵਨ ਸਿੰਘ ਜੀ ਚਲੇ ਗਏ। ਮਹਾਂਪੁਰਖਾਂ ਦੇ ਦਰਸ਼ਨ ਹੋਏ ਤੇ ਮਹਾਂਪੁਰਖਾਂ ਨੇ ਜਦੋਂ ਨਿਗਾਹ ਪਾਈ, ਮਿਹਰ ਦੀ ਨਿਗਾਹ ਕੀਤੀ, ਉਹ ਕਹਿਣ ਲੱਗੇ, ਜੀਵਨ ਸਿਆਂ, ਜੀਵਨ ਤੇ ਸੇਵਾ ਵਾਸਤੇ ਮਿਲਿਆ, ਭਜਨ ਬੰਦਗੀ ਲਈ ਮਿਲਿਆ, ਤੇ ਕਿਹੜੇ ਕੰਮ ਲੱਗਾ ਤੂੰ? ਕਹਿਣ ਲੱਗੇ। ਕੋਈ ਲੰਮੀ ਚੌੜੀ ਕਥਾ ਨਹੀਂ ਸੁਣਾਈ ਜੀ, ਬਸ ਮਿਹਰ ਦੀ ਨਿਗਾਹ ਕੀਤੀ ਤੇ ਉਦਣ ਤੋਂ ਹੀ ਸੇਵਾ 'ਚ ਲੱਗ ਗਏ। ਮੁੜ ਨਹੀਂ ਗਏ, ਘਰ ਨੂੰ ਪਿਛਾ ਭੌਂ ਕੇ ਨਹੀਂ ਵੇਖਿਆ ਜੀ ਉਹਨਾਂ ਨੇ ਜੀ। ਤੇ ਭਾਵੇਂ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੇ ਸੁਭਾਅ ਸੀ, ਕਿਹੋ ਜਿਹੀਆਂ ਆਦਤਾਂ ਸੀ, ਪਰ ਜਦੋਂ ਆ ਕੇ ਸੇਵਾ 'ਚ ਲੱਗ ਗਏ, ਸਿਮਰਨ ਵਿੱਚ ਲੱਗ ਗਏ, ਵਾਹਿਗੁਰੂ ਦੇ ਨਾਮ ਦਾ ਪ੍ਰਤਾਪ, ਸਭ ਕੁਝ ਪਾਸੇ ਦਾ ਪਾਸੇ ਹੀ ਰਹਿ ਗਿਆ ਜੀ। ਨੇੜੇ ਹੀ ਨਹੀਂ ਮੁੜ ਕੇ ਉਹ ਚੀਜ਼ਾਂ ਆਈਆਂ। ਸੱਚੇ ਪਾਤਸ਼ਾਹ ਕਹਿੰਦੇ, ਆਪਣੇ ਮਨ ਨੂੰ ਸਮਝਾ, ਸ਼ੁਰੂ ਕਰਦੇ ਨਾਮ ਜਪਣਾ, ਭਾਵੇਂ ਤੇਰੇ 'ਚ ਕਿੰਨੇ ਵੀ ਔਗਣ ਆ, ਵੇਖੀ ਰੱਬ ਦੇ ਨਾਮ ਦਾ ਪ੍ਰਤਾਪ, ਇਹ ਤੇਰੇ ਨੇੜੇ ਹੀ ਨਹੀਂ ਆਉਣਗੇ, ਇਹ ਪਾਸੇ ਦੇ ਪਾਸੇ ਰਹਿ ਜਾਣਗੇ, ਲਾਂਭੇ ਪੈ ਰਹਿਣਗੇ। ਤੈਨੂੰ ਲੋੜ ਹੀ ਨਹੀਂ ਇਹਨਾਂ ਦੀ ਮੁੜ ਕੇ ਪਵੇਗੀ। ਮਾਰੇ ਕਹਿੰਦੇ ਆ, ਮੁੜ ਨਹੀਂ ਲੋੜ ਪਵੇਗੀ। ਆਖੋ ਗੱਜ ਕੇ, ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ ਜੀ। ਮੈਂ ਨਾ ਬਾਬੇ ਖੜਕ ਸਿੰਘ ਹੋਣਾ ਕੋਲ ਬੈਠਾ ਜੀ, ਬੜੀ ਵੱਡੀ ਸੇਵਾ ਕਰਾਈ ਬਾਬੇ ਖੜਕ ਸਿੰਘ ਹੋਣਾ ਨੇ। ਮੇਰਾ ਉਹਨਾਂ ਨਾਲ ਬੜਾ ਪਿਆਰ ਸੀ। ਮੈਂ ਲਾਗੇ ਬੈਠਾ ਤਾਂ ਉਹਨਾਂ ਦੇ ਪੈਰ ਦਾ ਅੰਗੂਠਾ ਨਹੀਂ ਹੈਗਾ ਜੀ, ਚਾਰੇ ਉਂਗਲਾਂ ਹੀ ਸੀ ਜੀ। ਤੇ ਕੁਰਸੀ ਤੇ ਬੈਠੇ, ਪੈਰ ਰੱਖ ਕੇ ਤੇ ਲਾਗੇ ਮੈਂ ਬੈਠਾ। ਤੇ ਮੈਂ ਸੋਚਣ ਲੱਗ ਪਿਆ, ਮੈਂ ਆਖਿਆ ਵੀ ਬਾਬਾ ਜੀ ਦੇ ਪੈਰ ਦਾ ਅੰਗੂਠਾ ਕਿੱਧਰ ਗਿਆ, ਕੀ ਗੱਲ ਹੋਈ? ਮਹਾਂਪੁਰਖ ਨੇ
ਤੇ ਇਹ ਸਾਧੂ ਬੜੇ ਜਾਣੀ ਜਾਣਦੇ, ਉਹਨਾਂ ਕਥਾ ਹੀ ਉਹ ਸ਼ੁਰੂ ਕਰ ਲਈ ਜੀ। ਮੈਨੂੰ ਪਤਾ ਕੀ ਕਹਿੰਦੇ, ਮੈਨੂੰ ਕਹਿਣ ਲੱਗੇ, ਆਂਦੇ ਵੀ ਮੈਂ ਬੜਾ ਵੱਡਾ ਚੋਰ ਸੀਗਾ। ਕਹਿੰਦੇ ਆ ਜਿਹੜੇ ਡਰਪੋਕ ਜੇ ਚੋਰ ਰਾਤ ਨੂੰ ਮੂੰਹ ਬੰਨ੍ਹ ਕੇ ਚੋਰੀ ਕਰਦੇ, ਵੀ ਸਾਨੂੰ ਕੋਈ ਸਿਆਣ ਨਾ ਲਵੇ। ਕਹਿੰਦੇ ਮੈਂ ਦੁਪਹਿਰੇ ਚੋਰੀ ਕਰਦਾ ਤੇ ਨੰਗੇ ਮੂੰਹ ਕਰਦਾ ਹਾਂ, ਕਹਿੰਦੇ ਨੰਗੇ ਮੂੰਹ। ਮੈਂ ਕਿਹਾ ਜੀ ਸੱਤ ਆ, ਸੱਤ ਦੇ ਡਰਦੇ ਆਖਣਾ ਸੀ ਉਹਨਾਂ ਦੇ ਕੋਲ ਜੀ। ਫਿਰ ਵੀ ਠੀਕ ਆ ਜੀ, ਅੱਜ ਉਹ ਗਰਮ ਵੀ ਬੜੇ ਸੀਗੇ ਜੀ। ਤੇ ਉਹਨਾਂ ਫਿਰ ਗੱਲ ਸੁਣਾਈ, ਕਹਿਣ ਲੱਗਿਆ ਵੀ ਮੈਂ ਸਵੇਰੇ ਪ੍ਰਸ਼ਾਦਾ ਪਾਣੀ ਛਕ ਕੇ ਤੇ ਇਲਾਕੇ 'ਚ ਗਸ਼ਤ ਸ਼ੁਰੂ ਕਰ ਦਿੰਦਾ ਸਾਂ ਵੀ ਕਿਸ ਬੰਦੇ ਕੋਲ ਪੈਸੇ ਤੇ ਇਹਦੇ ਕੋਲ ਖੋਹਣੇ ਆ ਜੀ, ਇਹਦੀ ਚੀਜ਼ ਲੁੱਟਣੀ ਆ ਜੀ। ਕਹਿੰਦੇ ਮੈਂ ਵੀ ਇਲਾਕੇ 'ਚ ਵਿਚਰਦਾ ਰਹਿਣਾ ਤੇ ਖੇਮ ਕਰਨ ਇੱਕ ਲਾਲੇ ਨੇ ਆਪਣਾ ਘਰ ਵੇਚਿਆ, ਪੈਸੇ ਲੈ ਲਏ ਤੇ ਪੱਟੀ ਉਹਨੇ ਜਮ੍ਹਾਂ ਕਰਾਉਣੇ। ਉਹਨਾਂ ਦਿਨਾਂ 'ਚ ਬੈਂਕ ਥਾਂ ਥਾਂ ਤੇ ਨਹੀਂ ਅੱਗੇ ਪੱਟੀ ਬੈਂਕ ਹੁੰਦੀ ਸੀ। ਮੈਨੂੰ ਕਹਿੰਦੇ ਪਤਾ ਸੀ ਵੀ ਇਹਨੇ ਘਰ ਵੇਚਿਆ ਤੇ ਪੈਸੇ ਤੇ ਕਿਤੇ ਇਹਨੇ ਰੱਖਣੇ। ਕਹਿੰਦਾ ਮੈਂ ਮਗਰ ਲੱਗਾ ਰਿਹਾ ਉਹਦੇ ਜੀ। ਉਹ ਪੱਟੀ ਜਮ੍ਹਾਂ ਕਰਾਉਣ ਵਾਸਤੇ ਰੇਲ ਗੱਡੀ ਵਿੱਚ ਚੜ੍ਹਿਆ, ਝੋਲੇ 'ਚ ਉਹਨੇ ਮਾਇਆ ਪਾਈ ਸੀ ਜੀ। ਕਹਿੰਦਾ ਪਿੱਛੇ ਮੈਂ ਵੀ ਚੜ੍ਹ ਗਿਆ ਤੇ ਉਹ ਨਾ ਗੋਡੇ ਥੱਲੇ ਰੱਖ ਕੇ ਝੋਲਾ ਬਹਿ ਗਿਆ। ਤੇ ਜਦੋਂ ਗੱਡੀ ਚੱਲੀ ਤੇ ਠੰਡੀ ਠੰਡੀ ਹਵਾ ਆਈ ਤੇ ਉਹ ਝੋਕਾਂ ਲਾਉਣ ਲੱਗ ਪਿਆ ਜੀ, ਨੀਂਦ ਆਉਣ ਲੱਗ ਪਈ ਉਹਨੂੰ। ਤੇ ਮੈਂ ਕਹਿੰਦੇ ਪੂਰੀ ਤਿਆਰੀ 'ਚ ਹਾਂ। ਹਾਂਜੀ, ਜਦੋਂ ਕਹਿੰਦੇ ਥੋੜ੍ਹਾ ਜਿਹਾ ਜ਼ਿਆਦਾ ਝੋਕਾਂ ਲਾਉਣ ਲੱਗ ਪਿਆ, ਮੈਂ ਕੱਢਿਆ ਝੋਲਾ ਉਹਦੇ ਗੋਡੇ ਥੱਲੋਂ ਪਵਾ ਕੇ ਬਾਹਰ ਸੁੱਟ ਦਿੱਤਾ ਜੀ। ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਚੋਰ ਚੋਰ। ਤੇ ਕਹਿੰਦੇ ਮੈਂ ਸੋਚਿਆ ਵੀ ਹੁਣ ਪੈਸੇ ਬਾਹਰ ਸੁੱਟ ਦਿੱਤੇ ਆ, ਹਾਂਜੀ, ਤੇ ਮੈਂ ਇੱਥੇ ਕੀ ਕਰਨਾ। ਕਹਿੰਦੇ ਮੈਂ ਚੱਲਦੀ ਰੇਲ ਗੱਡੀ 'ਚੋਂ ਮਾਰੀ ਛਾਲ ਤੇ ਪੱਥਰ ਦੇ ਉੱਤੇ ਮੇਰਾ ਵੱਜਾ ਅੰਗੂਠਾ ਤੇ ਕਹਿੰਦੇ ਉੱਥੇ ਟੁੱਟ ਕੇ ਡਿੱਗ ਪਿਆ ਜੀ। ਤੇ ਝੋਲਾ ਚੁੱਕ ਕੇ ਨੇੜੇ ਦਰਿਆ ਹੀ ਕਹਿੰਦੇ ਲੋਕਲਗਾ ਹੈਗੀ, ਮੈਂ ਭੱਜ ਗਿਆ ਉੱਧਰ ਨੂੰ, ਮੈਂ ਨਹੀਂ ਮੁੜ ਕੇ ਲੱਭਾ। ਕਹਿੰਦੇ ਇੰਨੀ ਗੱਲ ਕਰਕੇ ਤੇ ਬਾਬਾ ਜੀ ਵਿਰਾਗ ਵਿੱਚ ਆ ਗਏ ਜੀ, ਵਿਰਾਗ ਵਿੱਚ ਆ ਗਏ। ਮੈਨੂੰ ਕਹਿਣ ਲੱਗੇ, ਆਂਦੇ ਆਹ ਖੜਕੂ ਚੋਰ, ਇਹ ਉਹਨਾਂ ਦੀ ਰਸਨਾ ਦੇ ਬੋਲ। ਕਹਿੰਦੇ ਆਹ ਖੜਕੂ ਚੋਰ ਅੱਜ ਦੁਨੀਆ ਮੈਨੂੰ ਬਾਬਾ ਖੜਕ ਸਿੰਘ ਆਂਦੀ ਆ। ਕਹਿੰਦੇ ਬਾਬਾ ਗੁਰਮੁਖ ਸਿੰਘ ਦੀ ਸੰਗਤ ਦਾ ਪ੍ਰਤਾਪ, ਜਿਨ੍ਹਾਂ ਮੈਨੂੰ ਸੇਵਾ ਤੇ ਸਿਮਰਨ ਵਿੱਚ ਲਾ ਦਿੱਤਾ। ਹੁਣ ਮੈਨੂੰ ਚੋਰ ਨਹੀਂ ਕੋਈ ਆਂਦਾ, ਸਾਰੇ ਸੰਤ ਬਾਬਾ ਖੜਕ ਸਿੰਘ ਆਂਦੇ ਆ ਜੀ। ਇੰਨੀਆਂ ਵੱਡੀਆਂ ਵੱਡੀਆਂ ਸੇਵਾਵਾਂ ਉਹਨਾਂ ਨੇ ਕਰਾਈਆਂ, ਕਮਾਲ ਕਰ ਦਿੱਤੀ। ਬੀੜ ਸਾਹਿਬ ਦੀ ਸੰਪੂਰਨ ਸੇਵਾ ਉਹਨਾਂ ਨੇ ਕਰਵਾਈ ਜੀ। ਗੁਰਦੁਆਰਾ ਰਾਮਸਰ ਸਾਹਿਬ ਦੀ ਬੜੀ ਵੱਡੀ ਸੇਵਾ ਉਹਨਾਂ ਕਰਵਾਈ। ਸੰਨ ਸਾਹਿਬ ਗੁਰਦੁਆਰਾ ਸਾਹਿਬ ਦੀ ਬੜੀ ਸੋਹਣੀ ਸੇਵਾ ਕਰਾਈ। ਬੜੇ ਸਰੋਵਰ, ਬੜੇ ਗੁਰਦੁਆਰੇ, ਕਾਲਜ ਵੱਡੇ ਵੱਡੇ ਬਣਵਾਏ ਉਹਨਾਂ ਨੇ। ਬੜਾ ਤੇਜ ਪ੍ਰਤਾਪ ਸੀ ਉਹਨਾਂ ਦਾ ਜੀ। ਹਾਂਜੀ, ਮਹਾਰਾਜ ਕਹਿੰਦੇ ਨਾਮ ਜਪ, ਭਾਵੇਂ ਕਿੰਨੇ ਵੀ ਔਗਣ ਤੇਰੇ ਵਿੱਚ ਹੈ, ਵੇਖੀ ਰੱਬ ਦੇ ਨਾਮ ਦਾ ਪ੍ਰਤਾਪ ਸਭ ਪਾਸੇ ਦੇ ਪਾਸੇ ਹੀ ਰਹਿ ਜਾਣਗੇ, ਤੇਰੇ ਨੇੜੇ ਹੀ ਨਹੀਂ ਆਉਣਗੇ, ਤੇਰਾ ਖਹਿੜਾ ਹੀ ਛੱਡ ਜਾਣਗੇ ਸਾਰੇ। ਪਰ ਘੰਟੇ 2 ਘੰਟਿਆਂ ਨਾਲ ਗੱਲ ਨਹੀਂ ਬਣਨੀ। ਮਾਰੇ ਕਹਿੰਦੇ ਅੱਠੇ ਪੈਰ ਦਾ ਮੋਰਚਾ ਲਾਉਣਾ ਹੈ, ਅੱਠੇ ਪੈਰ ਲੱਗੇ ਹੀ ਰਹਿਣਾ, ਹਰ ਵੇਲੇ ਲੱਗੇ ਹੀ ਰਹਿਣਾ। ਦੁਨੀਆ ਦੇ ਲੋਕਾਂ ਨੂੰ ਆਖੋ, ਕਹਿੰਦੇ ਜੀ ਕੰਮਕਾਰ ਵੀ ਕਰਨੇ ਆ ਜੀ, ਤੇ ਕੰਮਕਾਰ ਦੱਸੋ ਵੀ ਰੱਬ ਦੇ ਨਾਮ ਨੇ ਤੁਹਾਡੇ ਕੰਮ ਸਵਾਰਨੇ ਕਿ ਵਿਗਾੜਨੇ ਆ ਜੀ। ਹਾਂਜੀ, ਭਜਨ ਕਰਨ ਵਾਲਿਆਂ ਦੇ ਤਾਂ ਕੰਮ ਸੌਰਦੇ ਆ, ਸਬਰਦੇ ਨੇ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਚੂਰੇ। ਨਾਮ ਜਪਣ ਨਾਲ ਤੇ ਕੰਮ ਪੂਰੇ ਹੁੰਦੇ ਨੇ, ਸਬਰਦੇ ਨੇ ਕੰਮ ਸਾਰੇ ਜੀ। ਸਗੋਂ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਰਹਾਓ ਹਰ ਹਰ ਨਾਮ ਜਪਹਿ ਆਰਾਧੇ, ਸੇਵਕ ਭਾਏ ਖਰੇ। ਜਿਹੜੇ ਵੀ ਗੁਰੂ ਦੀ ਮੱਤ ਲੈ ਕੇ ਪਰਮੇਸ਼ਰ ਦਾ ਨਾਮ ਜਪਦੇ ਆ, ਸੇਵਕ ਦੇ ਰੂਪ ਵਿੱਚ ਜਪਦੇ, ਸੇਵਕ ਭਾਵ ਦੇ ਰੂਪ ਵਿੱਚ ਜੀ, ਸੇਵਕ ਬਣ ਕੇ ਨਾਮ ਜਪਦੇ ਆ। ਭਾਏ ਦਾ ਅਰਥ ਹੁੰਦਾ ਪ੍ਰੇਮ ਨਾਲ ਜਪਦੇ ਨੇ ਜੀ। ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਆ, ਉਹ ਖਰੇ ਮਨੁੱਖ ਬਣਦੇ, ਖਰੇ ਮਨੁੱਖ, ਸੱਚੇ ਸੁੱਚੇ ਮਹਾਨ ਪੁਰਸ਼। ਤੇ ਗੁਰਮੁਖੋ ਖਜ਼ਾਨੇ 'ਚ ਤੇ ਖਰੇ ਹੀ ਪੈਂਦੇ, ਖੋਟੇ ਤੇ ਖਜ਼ਾਨੇ 'ਚ ਪੈਂਦੇ ਨਹੀਂ ਜੀ। ਖਜ਼ਾਨੇ 'ਚ ਖਰੇ ਹੀ ਪੈਂਦੇ ਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਆ, ਪਰਮੇਸ਼ਰ ਦਾ ਨਾਮ ਬੰਦੇ ਨੂੰ ਖਰਾ ਬਣਾ ਦਿੰਦਾ ਜੀ, ਸਹੀ ਬਣਾ ਦਿੰਦਾ, ਅਸਲੀ ਬਣਾ ਦਿੱਤਾ, ਮਹਾਨ ਬਣਾ ਦਿੰਦਾ, ਪੂਜਣਯੋਗ ਬਣਾ ਦਿੰਦਾ ਜੀ। ਰੱਬ ਦਾ ਨਾਮ ਐਸਾ ਬੰਦਾ ਅਕਾਲ ਪੁਰਖ ਦੇ, ਰੱਬ ਦੇ ਘਰ ਵਿੱਚ ਪ੍ਰਵਾਨ ਹੋ ਜਾਂਦਾ ਜੀ। ਬਹੁਤ ਵਾਰਾਂ ਤੁਸੀਂ ਸ਼ਬਦ ਪੜ੍ਹਿਆ ਸੁਣਿਆ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ। ਖਰੇ ਹੀ ਪ੍ਰਵਾਨ ਹੁੰਦੇ, ਦੂਜੇ ਨਹੀਂ ਹੁੰਦੇ ਜੀ। ਪ੍ਰਵਾਨ ਗਣੀ
ਸਿਆਈ ਇਹ ਆਏ ਸਫਲ ਤੇ ਨਾ ਕੇ ਕਾਮਾ ਮੇਰੇ RAM ਹਰ ਜਨ ਕੇ ਹਉ ਬਲ ਜਾਏ ਕੇਸਾਂ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ। ਖੋਟਿਆਂ ਦੀ ਚਰਨ ਧੂੜ ਕੌਣ ਮੱਥੇ ਲਾਉਂਦਾ ਜੀ? ਹਾਂਜੀ, ਖੋਟੇ ਸੱਚੀ ਦਰਗੇ ਸੱਡੀਏ ਹੈ ਕਿਸੇ ਆਗੇ ਕਰੇ ਪੁਕਾਰ। ਉੱਥੇ ਰੱਬ ਦੇ ਘਰ ਵੀ ਖੋਟਿਆਂ ਨੂੰ ਪੁਆ ਕੇ ਸੁੱਟ ਦਿੱਤਾ ਜਾਂਦਾ ਜੀ। ਖੋਟੇ ਸੱਚੀ ਦਰਗੇ ਸੱਟੀਏ ਕਿਸੇ ਆਗੇ ਕਰੇ ਪੁਕਾਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿੰਨਾ ਵੀ ਕੋਈ ਮਾੜਾ ਬੰਦਾ ਇਸ ਦੁਨੀਆ ਵਿੱਚ ਹੈ, ਜਿਹੜਾ ਸੇਵਕ ਭਾਵ ਵਿੱਚ ਆ ਜਾਂਦਾ, ਪ੍ਰੇਮ ਨਾਲ ਨਾਮ ਜਪਦਾ, ਉਹ ਸੱਚਾ ਸੁੱਚਾ ਸਚਿਆਰ ਹੋ ਜਾਂਦਾ ਜੀ। ਉਹਦੀ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋ ਸੁੱਚੇ ਪਵਿੱਤਰ ਖਰੇ। ਰੱਬ ਦੇ ਨਾਮ ਦੀਆਂ ਵਡਿਆਈਆਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੱਸ ਰਹੇ ਨੇ ਜੀ। ਹਾਂਜੀ, ਵੇਖੋ ਪੂਜਨੀਕ ਬਾਬਾ ਬਿਧੀ ਚੰਦ ਜੀ ਕਿੱਥੋਂ ਗੱਲ ਸ਼ੁਰੂ ਹੋਈ ਤੇ ਕਿੱਥੇ ਰੱਬ ਦੇ ਨਾਮ ਦੇ ਪ੍ਰਤਾਪ ਨਾਲ ਸੰਪੂਰਨ ਹੋਈ ਜੀ। ਸਭ ਨੂੰ ਪਤਾ ਵੀ ਪਹਿਲੇ ਜਨਮ ਦੇ ਪਹਿਲੇ ਸਮੇਂ ਵਿੱਚ ਜੀਵਨ ਦੇ ਵਿੱਚ ਉਹਨਾਂ ਦਾ ਕੈਸਾ ਪਹਿਰਾ ਸੀ, ਪਰ ਜਦੋਂ ਗੁਰਮੁਖ ਮਹਾਂਪੁਰਖ ਦਾ ਮਿਲਾਪ ਹੋ ਗਿਆ ਜੀ ਤੇ ਕਿੱਡੀ ਵੱਡੀ ਮਹਾਨਤਾ ਪ੍ਰਾਪਤ ਹੋਈ। ਜਿਹੜੇ ਲੋਕ ਪੜ੍ਹ ਕੇ ਦਿਮਾਗ ਖੁਸ਼ਕ ਹੋ ਗਿਆ, ਜਿਨ੍ਹਾਂ ਦਾ ਕੱਚੀਆਂ ਬਿੱਲੀਆਂ ਗੱਲਾਂ ਕਰਦੇ ਨੇ, ਬੇਰੱਸੀ ਵਾਲੀਆਂ ਕਰਦੇ ਨੇ, ਹਰ ਗੁਰਮੁਖ ਮਹਾਂਪੁਰਖ ਗੁਰਸਿੱਖ ਦੇ ਜੀਵਨ ਦੇ ਪਿੱਛੇ ਕਿਸੇ ਰੱਬ ਦੇ ਪਿਆਰੇ ਦਾ ਹੱਥ ਹੈਗਾ ਜੀ। ਬਾਬਾ ਬਿਧੀ ਚੰਦ ਜੀ ਸ਼ੀਨੇ ਪਿੰਡ ਦੇ ਸਨ ਜੀ। ਸਰਹਾਲੀ ਉਹਨਾਂ ਦੇ ਨਾਨਕੇ ਸਨ ਜੀ। ਤੇ ਸਰਹਾਲੀ ਬੜੇ ਬੜੇ ਤਜਰਬਾਕਾਰ ਬੰਦੇ ਰਹਿੰਦੇ ਹੁੰਦੇ ਸੀ ਜੀ। ਹੁਣ ਮੈਂ ਨਾਮ ਨਾ ਲਵਾਂ, ਸਾਡਾ ਇਲਾਕਾ ਵਾ, ਚੰਗਾ ਨਹੀਂ ਲੱਗਦਾ ਜੀ। ਹੁਣ ਤੇ ਮਿਹਰਾਂ ਨੇ ਰੱਬ ਦੀ ਕਿਰਪਾ ਇਸ ਵੇਲੇ ਉਹ ਪਹਿਰਾ ਨਹੀਂ ਹੈਗਾ ਜੀ। ਪਰ ਉੱਥੋਂ ਫਿਰ ਉਹਨਾਂ ਨੇ ਨਾਨਕੇ ਰਹਿ ਕੇ ਫਿਰ ਉਹਨਾਂ ਨੇ ਟ੍ਰੇਨਿੰਗ ਲੈ ਲਈ ਜੀ। ਤੇ ਜਦੋਂ ਫਿਰ ਮੱਝਾਂ ਚੋਰੀ ਕਰਕੇ ਆ ਰਹੇ ਸੀਗੇ, ਪਿੱਛੇ ਲੱਗੇ ਸੀ ਡਾਂਗਾਂ ਵਾਲੇ ਜੀ, ਫੜ ਲਓ ਜਾਣ ਨਹੀਂ ਦੇਣਾ। ਹੁਣ ਵੇਖਿਆ ਵੀ ਭੱਜਿਆਂ ਤੇ ਇਹਨਾਂ ਭੱਜਣ ਨਹੀਂ ਦੇਣਾ, ਜ਼ਿਆਦਾ ਜਣੇ ਨੇ। ਮੱਝਾਂ ਉਹਨਾਂ ਨੇ ਲਈ ਆਉਂਦੇ ਨੇ ਰਾਤ ਦਾ ਸਮਾਂ, ਤੇ ਮਹਾਂਪੁਰਖਾਂ ਦਾ ਉਹਨਾਂ ਨੂੰ ਪਤਾ ਸੀ। ਚੋਲਾ ਸਾਹਿਬ ਪਿੰਡ ਦੇ ਬ੍ਰਹਮ ਗਿਆਨੀ ਮਹਾਂਪੁਰਖ ਧੰਨ ਧੰਨ ਬਾਬਾ ਭਾਈ ਅਦਲੀ ਸਾਹਿਬ ਜੀ, ਬੜੀ ਉੱਚੀ ਸੁੱਚੀ ਪਵਿੱਤਰ ਅਵਸਥਾ ਦੇ ਮਾਲਕ। ਚੋਲਾ ਸਾਹਿਬ ਤੋਂ ਜਿਹੜੀ ਧੁੰਨਾਂ ਨੂੰ ਸੜਕ ਜਾਂਦੀ ਹੈ ਨਾ ਜੀ, ਉਸ ਸੜਕ ਤੇ ਖੱਬੇ ਪਾਸੇ ਉਹਨਾਂ ਦਾ ਸਥਾਨ ਹੈ। ਉੱਥੇ ਉਹ ਕੱਖਾਂ ਦੀ ਝੁੱਗੀ ਪਾ ਕੇ ਤਾਲ ਦੇ ਕੰਢੇ ਨਾਮ ਜਪਦੇ ਸਨ ਜੀ। ਛੱਪੜ ਵੀ ਕਹਿ ਦਿੰਦੇ ਨੇ ਜੀ। ਛੱਪੜ 'ਚ ਮੱਝਾਂ ਵਾੜ ਦਿੱਤੀਆਂ ਤੇ ਆਪ ਆ ਗਏ ਉਹਨਾਂ ਦੇ ਕੋਲ, ਬਾਬਾ ਜੀ ਮੇਰੀ ਜਾਨ ਬਚਾਓ। ਕਹਿਣ ਲੱਗੇ ਤੂੰ ਕੌਣ ਆ? ਕਹਿੰਦੇ ਮੈਂ ਚੋਰ ਆ। ਕਹਿੰਦੇ ਮੇਰੇ ਨਾਲ ਵਾਅਦਾ ਕਰ, ਚੋਰੀ ਨਹੀਂ ਕਰੇਗਾ ਮੁੜ ਕੇ? ਕਹਿੰਦੇ ਨਹੀਂ ਕਰਾਂਗਾ। ਕਹਿੰਦੇ ਮੇਰੀ ਛੰਨ 'ਚ ਬਹਿ ਜਾ, ਮੇਰੀ ਚਾਦਰ ਦੀ ਮਾਰ ਲਾ ਬੁੱਕਲ ਤੇ ਬੋਲ ਵਾਹਿਗੁਰੂ ਵਾਹਿਗੁਰੂ ਜੀ। ਹਾਂਜੀ, ਤੇ ਜਦੋਂ ਮਗਰ ਡਾਂਗਾਂ ਲੱਗੇ ਹੋਣ ਵਾਹਿਗੁਰੂ ਵਾਹਿਗੁਰੂ ਬੜੇ ਪ੍ਰੇਮ ਨਾਲ ਹੀ ਆਖੀਦਾ ਜੀ। ਹਾਂਜੀ, ਇਹ ਸਾਨੂੰ ਭੁੱਲ ਜਾਂਦਾ ਜਦੋਂ ਘਰ 'ਚ ਵਧੀਆ ਕਮਰੇ ਤੇ ਏਸੀ ਤੇ ਖਾਣ ਨੂੰ ਤਰ੍ਹਾਂ ਤਰ੍ਹਾਂ ਦੇ ਫਲ ਫਰੂਟ ਤੇ ਲੱਡੂ ਬਰਫੀਆਂ, ਰੱਬ ਦੇ ਨਾਮ ਦਾ ਚੇਤਾ ਭੁੱਲ ਜਾਂਦਾ। ਤੇ ਜਦੋਂ ਮਾੜੀਆਂ ਜੀਆਂ ਨਾਸਾਂ ਬੰਦ ਹੁੰਦੀਆਂ, ਫਟਾਫਟ ਵਾਹਿਗੁਰੂ 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 ਜਪਜੀ ਸਾਹਿਬ ਦੇ ਪਾਠ ਸ਼ੁਰੂ ਹੋ ਜਾਂਦੇ। ਮਹਾਰਾਜ ਕਹਿੰਦੇ ਜਦੋਂ ਸੁਖੀ ਹੁੰਦੇ ਜੀ ਉਦੋਂ ਵੀ ਜਪਿਆ ਕਰੋ, ਉਦੋਂ ਵੀ ਜਪਿਆ ਕਰੋ, ਹੋਰ ਸੁਖੀ ਰਹੋਗੇ ਜੀ। ਮਹਾਰਾਜ ਦੀ ਮਹਾਂਪੁਰਖਾਂ ਦੀ ਮਿਹਰ ਹੋਈ, ਅੰਦਰ ਨਾਮ ਜਪ। ਉਹਨੇ ਚ ਉਹਨੂੰ ਡਾਂਗਾਂ ਵਾਲੀ ਪਾਰਟੀ ਆ ਗਈ ਜੀ। ਹੁਣ ਉਹ ਡਾਂਗਾਂ ਵਾਲੇ ਬਾਬਾ ਜੀ ਨੂੰ ਪੁੱਛਦੇ, ਭਾਈ ਅਦਲੀ ਜੀ ਨੂੰ, ਮਹਾਂਪੁਰਖੋ ਇੱਧਰ ਚੋਰ ਆਇਆ ਸੀ, ਤੁਹਾਂ ਵੇਖਿਆ? ਹਾਂਜੀ, ਤੇ ਵੇਖੋ ਮਹਾਂਪੁਰਖਾਂ ਦੀ ਮੱਤ ਕਿੱਡੀ ਉੱਚੀ ਤੇ ਸੁੱਚੀ ਹੁੰਦੀ ਹੈ। ਹੁਣ ਗੱਲਾਂ ਤੇ ਦੋ ਹੀ ਨੇ ਜੀ, ਜਾਂ ਤੇ ਸੱਚ ਬੋਲਣ ਜੀ ਤੇ ਜਾਂ ਝੂਠ ਬੋਲਣ ਜੀ। ਹਾਂਜੀ, ਦੋ ਹੀ ਗੱਲਾਂ ਨੇ, ਜਾਂ ਕਹਿਣ ਵੀ ਵੇਖਿਆ ਜਾਂ ਕਹਿਣ ਨਹੀਂ ਵੇਖਿਆ ਜੀ। ਹਾਂਜੀ, ਦੁਨੀਆਦਾਰ ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ, ਇਹ ਦੋ ਗੱਲਾਂ ਹੀ ਕਰ ਸਕਦਾ ਜੀ। ਉਹ ਜਾਂ ਉਹ ਕਹੇਗਾ ਮੈਂ ਵੇਖਿਆ, ਜਾਂ ਕਹੇਗਾ ਨਹੀਂ ਵੇਖਿਆ। ਜੇ ਤੇ ਬਹੁਤਾ ਜ਼ਿਆਦਾ ਸੱਚ ਬੋਲਣ ਵਾਲਾ, ਫਿਰ ਉਹ ਆਖੇਗਾ ਵੇਖਿਆ। ਹਾਂਜੀ, ਤੇ ਗੁਰਸਿੱਖਾਂ ਦੀ, ਗੁਰੂ ਦੇ ਪਿਆਰਿਆਂ ਦੀ ਤੁਹਾਂ ਸੁਣਿਆ ਨਾ, ਮਨ ਨੀਵਾਂ ਤੇ ਮੱਤ ਉੱਚੀ ਉਹਨਾਂ ਦੀ ਹੁੰਦੀ ਹੈ ਜੀ। ਗੁਰੂ ਦੇ ਪਿਆਰਿਆਂ ਦਾ ਮਨ ਨੀਵਾਂ ਤੇ ਮੱਤ ਉੱਚੀ ਹੁੰਦੀ ਜੀ। ਕੀ ਆਖਿਆ ਜੀ ਬਾਬਾ ਭਾਈ ਅਦਲੀ ਸਾਹਿਬ ਜੀ ਨੇ? ਕਹਿਣ ਲੱਗੇ ਭਾਈ ਪਿਆਰਿਓ, ਆਹ ਬੈਠਾ ਜੇ ਮੈਂ, ਤੇ ਉਹ ਬੈਠਾ ਜੇ ਮੇਰਾ ਸਾਥੀ,
ਦੋਵਾਂ ਚੋਂ ਜਿਹੜਾ ਚੋਰ ਉਹਨੂੰ ਫੜ ਲਓ ਕਹਿਣ ਲੱਗੇ। ਇਹ ਨਹੀਂ ਆਖਿਆ ਮੈਂ ਚੋਰ ਨੂੰ ਨਹੀਂ ਵੇਖਿਆ, ਕਹਿੰਦੇ ਮੈਨੂੰ ਨਹੀਂ ਪਤਾ ਚੋਰ ਕੌਣ ਹੈਗਾ, ਮੈਂ ਨਹੀਂ ਜਾਣਦਾ। ਕਹਿੰਦੇ ਸਿਆਣ ਲਓ, ਜਿਹੜਾ ਤੁਹਾਨੂੰ ਚੋਰ ਲੱਗਦਾ ਉਹਨੂੰ ਫੜ ਲਓ। ਹਾਂਜੀ, ਇੱਕ ਜਣਾ ਕਹਿਣ ਲੱਗਾ ਉਹ ਭਲਿਆ ਲੋਕਾ ਮਹਾਂਪੁਰਖ ਨਾਮ ਜਪਣ ਦੇ ਆਪਾਂ ਅੱਗੇ ਪਾਪੀ ਬੰਦੇ ਤੇ ਆ ਕੇ ਰੌਲਾ ਪਾ ਕੇ ਉਹਨਾਂ ਦੀ ਬਿਰਤੀ 'ਚ ਫਰਕ ਹੋਇਆ, ਮੰਗੋ ਮਾਫੀ ਕਹਿੰਦੇ ਇਹਨਾਂ ਦੇ ਕੋਲੋਂ ਤੇ ਅੱਗੇ ਚਲੋ ਕਿਤੇ ਲੱਭਣ ਵਾਸਤੇ। ਗੋਡੀਆਂ ਹੱਥ ਲਾਇਆ, ਮਾਫੀ ਮੰਗੀ। ਉਹ ਦੂਜਾ ਕਹਿੰਦਾ ਅੰਦਰਲੇ ਸੰਤਾਂ ਕੋਲੋਂ ਮਾਫੀ ਮੰਗ ਲਈਏ ਜਿਹੜੇ ਨਾਮ ਜਪਣ ਦੇ ਨੇ ਜੀ। ਆ ਜਿਹੜੇ ਅੰਦਰ ਮਹਾਂਪੁਰਖ ਬੈਠੇ ਉਹਨਾਂ ਕੋਲ ਜਪ ਲਈ, ਡਾਂਗਾ ਉਹਨਾਂ ਦੇ ਮਗਰ ਹੀ ਲੈ ਕੇ ਆਏ ਸੀ। ਪਰ ਜਦੋਂ ਰੱਬ ਦੇ ਪਿਆਰਿਆਂ ਨੇ ਨਾਮ ਨਾਲ ਜੋੜ ਦਿੱਤਾ ਨਾ ਜੀ, ਉਹ ਸਭ ਕੁਝ ਪਾਸੇ ਹੀ ਰਹਿ ਗਿਆ ਜੀ। ਹੁਣ ਉਹ ਅੰਦਰ ਆਏ, ਆ ਕੇ ਉਹਨਾਂ ਨੇ ਬਾਬਾ ਬਿਧੀ ਚੰਦ ਜੀ ਦੇ ਵੀ ਗੋਡੀਆਂ ਹੱਥ ਲਾਇਆ, ਕਹਿੰਦੇ ਮਹਾਂਪੁਰਖੋ ਤੁਸੀਂ ਨਾਮ ਜਪਦੇ ਜੇ, ਅਸੀਂ ਮੂਰਖਾਂ ਨੇ ਇੱਥੇ ਆ ਕੇ ਰੌਲਾ ਪਾ ਦਿੱਤਾ ਭਜਨ ਜਿਵੇਂ ਕਿ ਪੈ ਸਾਨੂੰ ਮਾਫੀ ਦੇ ਦਿਓ। ਇਹ ਸਾਖੀ ਹੋਰ ਵੀ ਲੰਬੀ ਆ, ਮੱਝਾਂ ਦੀ ਗੱਲ ਵਿੱਚ ਚੱਲਦੀ, ਸਿਰਫ ਆਪਾਂ ਇਸੇ ਗੱਲ 'ਚ ਹੀ ਰਹਿਣਾ। ਜਦੋਂ ਚਲੇ ਗਏ ਨਾ ਜੀ, ਤੇ ਭਾਈ ਬਿਧੀ ਚੰਦ ਜੀ ਬਾਬਾ ਅਦਲੀ ਜੀ ਦੇ ਪੈਰਾਂ ਤੇ ਰੱਖਿਆ ਸਿਰ ਤੇ, ਕਹਿਣ ਲੱਗੇ ਬਾਬਾ ਜੀ ਤੁਸੀਂ ਮੇਰੇ ਗੁਰੂ ਤੇ ਮੈਂ ਤੁਹਾਡਾ ਚੇਲਾ, ਤੁਸੀਂ ਮੇਰੀ ਜਾਨ ਬਚਾਈ, ਮੇਰੀ ਸਾਰੀ ਜ਼ਿੰਦਗੀ ਹੁਣ ਤੁਹਾਨੂੰ ਭੇਟ ਹੈ। ਉਹ ਕਹਿਣ ਲੱਗੇ ਵੀ ਮੁੜ ਕੇ ਨਾ ਆਖੀ, ਦੂਜੀ ਵਾਰ ਨਾ ਇਹ ਗੱਲ ਆਖੀ, ਮੈਂ ਤੇ ਦਿਨ ਰਾਤ ਅਰਦਾਸਾਂ ਕਰਦਾ ਆਪਣੇ ਗੁਰੂ ਅੱਗੇ ਵੀ ਸੱਚੇ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾ ਲਾ, ਤੇ ਮੈਂ ਮੁੜ ਕੇ ਨਾ ਇਹ ਗੱਲ ਆਖੀ ਵੀ ਤੂੰ ਮੇਰਾ ਗੁਰੂ ਹੈ। ਮੇਰਾ ਗੁਰੂ ਇਸ ਧਰਤੀ ਦੇ ਉੱਤੇ ਪਰਮੇਸ਼ਰ ਆਪ ਅਕਾਲ ਪੁਰਖ ਗੁਰੂ ਅਰਜਨ ਦੇਵ ਸਾਹਿਬ ਆ, ਤਰਨ ਤਾਰਨ ਨੂੰ ਸੇਵਾ ਕਰਾਉਂਦੇ ਨੇ। ਬੜੇ ਬਚਨ ਸੁਣਾਏ, ਸੁਣਾ ਕੇ ਭਾਈ ਬਿਧੀ ਚੰਦ ਜੀ ਦੇ ਅੰਦਰ ਗੁਰੂ ਦਾ ਪਿਆਰ ਵਸਾਤਾ ਜੀ ਉਹਨਾਂ ਨੇ। ਉਹ ਕਹਿੰਦੇ ਫਿਰ ਮੈਨੂੰ ਦਰਸ਼ਨ ਕਰਵਾ ਦੇ ਸੱਚੇ ਪਾਤਸ਼ਾਹ ਦੇ। ਕਹਿੰਦੇ ਚੱਲ ਫਿਰ ਚੱਲੀਏ। ਤਰਨ ਤਾਰਨ ਲੈ ਆਏ। ਦੂਰੋਂ ਮਹਾਰਾਜ ਵੇਖ ਕੇ ਕਹਿੰਦੇ ਬਾਬਾ ਭਾਈ ਅਦਲੀ ਜੀ ਨੂੰ, ਕਹਿੰਦੇ ਇਹਨੂੰ ਪ੍ਰੇਮੀ ਨੂੰ ਕਿੱਥੋਂ ਲਿਆਇਆ ਬਾਬਾ ਭਾਈ ਅਦਲੀ, ਇਹਨੂੰ ਪ੍ਰੇਮੀ ਨੂੰ ਕਿੱਥੋਂ ਲਿਆਇਆ? ਕਿਉਂ? ਉਹਨਾਂ ਸੁਣਾ ਕੇ ਉਹਨਾਂ ਦੇ ਅੰਦਰ ਪ੍ਰੇਮ ਵਸਾਤਾ ਸੀਗਾ ਜੀ। ਗੱਲਾਂ ਕਰੋ ਜ਼ਰੂਰ, ਪਰ ਉਹ ਗੱਲਾਂ ਕਰੋ ਸੁਣਨ ਵਾਲਿਆਂ ਦੇ ਅੰਦਰ ਪ੍ਰੇਮ ਵਸ ਜਾਵੇ। ਮੈਂ ਉਹਨਾਂ ਗਿਆਨੀ ਵੇਖਣਾ ਜੀ, ਗਿਆਨੀ 1 ਘੰਟਾ ਕਥਾ ਦਾ ਮਿਲਦਾ ਤੇ ਪੌਣਾ ਘੰਟਾ ਨਿੰਦਿਆ ਚੁਗਲੀ 'ਚ ਲੰਘਾ ਦਿੰਦੇ ਆ ਜੀ, ਨੁਕਤਾ ਚੀਨੇ ਜੀ, ਸ਼ੰਕਿਆਂ ਦੇ ਵਿੱਚ ਦੁਬਦਾ 'ਚ ਪਾ ਦਿੰਦੇ ਆ ਜੀ। ਹਾਂਜੀ, ਤੇ ਜਦੋਂ ਸ਼ਬਦ ਦੇ ਅਰਥ ਕਰਨੇ ਹੁੰਦੇ ਤੇ ਫਟਾਫਟ 5 ਮਿੰਟ 'ਚ ਕਰਕੇ ਭੱਜ ਜਾਂਦੇ ਜੀ। ਬਚਨ ਕਰੋ, ਸੁਣਨ ਵਾਲਿਆਂ ਦੇ ਅੰਦਰ ਪ੍ਰੇਮ ਵਸ ਜਾਵੇ ਗੁਰੂ ਘਰ ਦਾ ਜੀ। ਮੈਨੂੰ ਇੱਕ ਦਿਨ ਇੱਕ ਬੰਦਾ ਕਹਿਣ ਲੱਗਾ ਵੀ ਤੁਸੀਂ ਨਕਲੀ ਗੁਰੂਆਂ ਬਾਰੇ ਬੋਲਿਆ ਕਰੋ। ਹੈ ਜੀ, ਨਕਲੀ ਗੁਰੂਆਂ ਬਾਰੇ ਨਹੀਂ ਬੋਲਦੇ। ਉਹ ਮੈਂ ਕਿਹਾ ਸਾਡਾ ਗੁਰੂ ਇੰਨਾ ਵੱਡਾ, ਸਾਡੇ ਗੁਰੂ ਦੀ ਵਡਿਆਈ ਇੰਨੀ ਵੱਡੀ, ਅਸੀਂ ਆਪਣੇ ਗੁਰੂ ਦੀ ਹਜ਼ੂਰੀ 'ਚ ਕਿਸੇ ਦਾ ਨਾਮ ਕਿਉਂ ਲਈਏ? ਹੈ, ਅਸੀਂ ਆਪਣੇ ਗੁਰੂ ਦੀ ਇੰਨੀ ਵਡਿਆਈ ਕਰੀਏ, ਲੋਕਾਂ ਨੂੰ ਚੇਤਾ ਭੁੱਲ ਜੇ ਸੱਜੇ ਖੱਬੇ ਜਾਣਦਾ ਜੀ। ਹਾਂਜੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ, ਪ੍ਰਗਟ ਭਾਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਇੰਨਾ ਵੱਡਾ ਸੱਚੇ ਪਾਤਸ਼ਾਹ ਗੁਰ ਅਮਰਦਾਸ ਥਿਰ ਥੱਪਿਓ ਪ੍ਰਗਾਮੀ ਤਾਰਨ ਤਰਨ, ਆਗੇ ਅੰਤਕ ਬਦੈ ਨ ਸਲ ਕਵ ਗੁਰ ਰਾਮਦਾਸ ਤੇਰੀ ਸਰਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਹੜੇ ਤੈਨੂੰ ਆਪਣਾ ਆਪ ਸਮਰਪਿਤ ਕਰ ਦਿੰਦੇ, ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ ਜੀ। ਕੋਈ ਪਾਪ ਉਹਨਾਂ ਦੇ ਸਿਰ ਤੇ ਨਹੀਂ ਚੜ੍ਹਿਆ ਰਹਿ ਸਕਦਾ, ਸਭ ਖਤਮ ਹੋ ਜਾਂਦੇ ਨੇ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਹਰ ਹਰ ਨਾਮ ਜਪਹਿ ਆਰਾਧ ਹੈ, ਸੇਵਕ ਭਾਏ ਖਰੇ। ਜਿਨ੍ਹਾਂ ਨੇ ਨਿਮਰਤਾ ਦੇ ਨਾਲ, ਪ੍ਰੇਮ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ, ਉਹ ਸਚਿਆਰ ਹੋ ਗਏ, ਸੁੱਚੇ ਹੋ ਗਏ, ਪਵਿੱਤਰ ਹੋ ਗਏ, ਖਰੇ ਹੋ ਗਏ, ਪ੍ਰਵਾਨ ਹੋ ਗਏ, ਪ੍ਰਧਾਨ ਪੁਰਖ ਬਣ ਗਏ, ਗੁਰੂ ਦੇ ਪਿਆਰੇ ਬਣ ਗਏ ਜੀ। ਉਹ ਜੀ ਵਾਹਿਗੁਰੂ ਦੇ ਨਾਮ ਦਾ ਵੱਡਾ ਪ੍ਰਤਾਪ ਹੈ, ਵੱਡਾ ਪ੍ਰਤਾਪ। ਕਿਲ ਬਿਖ ਦੋਖ ਗਏ ਸਭ ਨੀਕਰ, ਜਿਉ ਪਾਣੀ ਮਹਿਲ ਹਰੇ। ਕਿੱਡੇ ਸੌਖੇ ਪ੍ਰਮਾਣ ਮਹਾਰਾਜ ਦੇ ਰਹੇ ਨੇ। ਕੱਪੜੇ ਮੈਲੇ ਦੇ ਉੱਤੇ ਪਾਣੀ ਪਾ ਕੇ, ਸਾਬਣ ਲਾ ਕੇ, ਮਲ ਕੇ ਪਾਣੀ ਪਾ ਦਈਏ, ਸਭ ਮੈਲ ਵਿੱਚੋਂ ਨਿਕਲ ਜਾਂਦੀ ਹੈ ਜੀ। ਕਹਿੰਦੇ ਜਿਸ ਤਰ੍ਹਾਂ ਵੇਖੋ ਪਾਣੀ ਜੇ ਪਾਵਾਂਗੇ ਨਾ ਤਾਂ ਜਿੰਨਾ ਮਰਜ਼ੀ ਸਾਬਣ ਮਲੀ ਚੱਲੋ ਜੀ, ਪਾਣੀ ਤੋਂ ਬਿਨਾਂ ਤਾਂ ਗੱਲ ਬਣਨੀ ਨਹੀਂ ਜੀ। ਪਾਣੀ ਪਾਵਾਂਗੇ, ਕੱਪੜਾ ਨਰਮ ਹੋ ਜਾਏਗਾ,
ਸਾਬਣ ਲਾਵਾਂਗੇ ਉਹਦੇ ਵਿੱਚ ਉਹਦਾ ਅਸਰ ਜਾਏਗਾ, ਮਲਾਂਗੇ ਪਾਣੀ ਪਾਵਾਂਗੇ ਮੈਲ ਆਪੇ ਵਿੱਚੋਂ ਨਿਕਲੀ ਜਾਣੀ ਜੀ। ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਭਾਈ ਜਿਉਂ-ਜਿਉਂ ਨਾਮ ਜਪੇਗਾ ਨਾ ਤੇ ਵੇਖੀ ਫਿਰ ਸਾਰੇ ਵੱਡੇ ਵੱਡੇ ਪਾਪ, ਵੱਡੇ ਵੱਡੇ ਗੁਨਾਹ, ਵੱਡੇ ਵੱਡੇ ਦੁੱਖ ਐਉਂ ਤੇਰੇ ਅੰਦਰੋਂ ਨਿਕਲਣਗੇ ਜਿਸ ਤਰ੍ਹਾਂ ਪਾਣੀ ਪਾਇਆ ਮੈਲ ਨਿਕਲਦੀ ਕੱਪੜੇ ਦੇ ਵਿੱਚੋਂ, ਐਉਂ ਨਿਕਲਣਗੇ। ਤੋ ਰੱਬ ਦਾ ਨਾਮ ਗੁਰੂ ਕੋਲੋਂ ਮੱਤ ਲੈ ਕੇ ਪਰਮੇਸ਼ਰ ਦਾ ਨਾਮ ਜਪ, ਵੇਖੀ ਫਿਰ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ। ਜਿੱਥੇ ਲੋਕ ਤੈਨੂੰ ਬਹੁਤ ਹੀ ਬੁਰੇ ਨਾਵਾਂ ਨਾਲ ਯਾਦ ਕਰਦੇ ਸਨ, ਉੱਥੇ ਦੁਨੀਆ ਦੇ ਲੋਕ ਤੈਨੂੰ ਬੜਾ ਬੜਾ ਸਤਿਕਾਰਯੋਗ ਨਾਮ ਲਿਆ ਕਰਨਗੇ। ਸਾਡੇ ਪਿੰਡ ਇੱਕ ਬੰਦਾ ਹੁੰਦਾ ਸੀ ਜੀ, ਉਹ ਬੜਾ ਨਿੰਦਕ ਸੀ ਤੇ ਲੋਕਾਂ ਨੂੰ ਗਾਲਾਂ ਕੱਢਦਾ ਹੁੰਦਾ, ਤੇ ਲੋਕਾਂ ਨੇ ਉਹਦਾ ਨਾਮ ਨੈਸ਼ ਰੱਖਿਆ ਸੀ ਜੀ, ਨੈਸ਼ ਆਂਦੇ ਹੁੰਦੇ ਉਹਨੂੰ ਜੀ। ਤੇ ਉਹਨੂੰ ਸੰਗਤ ਚੰਗੀ ਹੋ ਗਈ ਜੀ ਮਹਾਂਪੁਰਖਾਂ ਦੇ ਅਸਥਾਨ ਤੇ ਮੈਂ ਸੰਤਾਂ ਨੂੰ ਮਿਲਣ ਵਾਸਤੇ ਕਿਸੇ ਗੁਰਮੁਖਾਂ ਨੂੰ ਗਿਆ ਜੀ। ਉੱਥੇ ਨਾ ਉਹ ਪ੍ਰਸ਼ਾਦਾ ਜਲ ਪਾਣੀ ਵਰਤਾਵੇ ਜੀ, ਹਾਂਜੀ। ਤੇ ਹਰ ਇੱਕ ਨੂੰ ਆਏ ਨੂੰ ਆਖੇ ਵਾਹਿਗੁਰੂ ਜੀ ਪਾਣੀ ਪੀਓਗੇ, ਵਾਹਿਗੁਰੂ ਜੀ ਤੁਸੀਂ ਪ੍ਰਸ਼ਾਦਾ ਛਕੋਗੇ, ਵਾਹਿਗੁਰੂ ਜੀ ਆਇਆਂ ਨੂੰ, ਬੜਾ ਚੰਗਾ ਕੀਤਾ ਦਰਸ਼ਨ ਦਿੱਤਾ ਜੇ, ਹਾਂਜੀ। ਤੇ ਮੈਨੂੰ ਉਹਦੀਆਂ ਪਿਛਲੀਆਂ ਉਹ ਗੱਲਾਂ ਚੇਤੇ ਭੁੱਲ ਗਈਆਂ। ਐਂ ਲੱਗੇ ਜਿਸ ਤਰ੍ਹਾਂ ਸਾਧੂ ਹੁੰਦਾ ਕੋਈ ਹੈ ਜੀ, ਜਿਸ ਤਰ੍ਹਾਂ ਕੋਈ ਸਾਧੂ ਪੁਰਸ਼ ਹੁੰਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਜੀਵਾਂ ਦੇ ਤੁਹਾਡੇ ਵਿੱਚ ਕਈ ਪ੍ਰੇਮੀ ਬੈਠੇ ਨੇ ਜਿਨ੍ਹਾਂ ਦਾ ਜੀਵਨ ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਪ੍ਰਤਾਪ ਦੇ ਨਾਲ ਇੱਕਦਮ ਸ਼ੁੱਧ ਪਵਿੱਤਰ ਹੋ ਗਿਆ ਜੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਕਿਲ ਬਿਖ ਦੋਖ ਗਏ ਸਭ ਨੀਕਰ। ਕਿਲ ਬਿਖ, ਬਿਖ ਦਾ ਅਰਥ ਹੁੰਦਾ ਜ਼ਹਿਰ ਤੇ ਕਿਲ ਦਾ ਅਰਥ ਹੁੰਦਾ ਕਿਲ। ਆਮ ਕਿਲ ਬੰਦੇ ਦੇ ਉਂਝ ਵੱਜ ਜਾਵੇ ਤੇ ਕੋਈ ਏਡਾ ਖਤਰਾ ਨਹੀਂ ਹੈਗਾ, ਕੁਝ ਦਿਨ ਜ਼ਖਮ ਰਹੇਗਾ ਤੇ ਰਾਜੀ ਹੋ ਜਾਏਗਾ ਜੀ, ਹਾਂਜੀ। ਪਰ ਜੇ ਉਸ ਲੋਹੇ ਦੇ ਕਿਲ ਦੇ ਵਿੱਚ ਜ਼ਹਿਰੀਲਾ ਅਸਰ ਹੋਏਗਾ ਨਾ ਜੀ, ਹਾਂਜੀ, ਉਹਦੇ ਵਿੱਚ ਜ਼ਹਿਰ ਹੋਏਗਾ ਤੇ ਉਹ ਮੁੜ ਕੇ ਬੰਦੇ ਦੇ ਬਚਣ ਦੀ ਆਸ ਨਹੀਂ ਹੈਗੀ ਜੀ। ਇਹੋ ਜਿਹੇ ਪਾਪ ਇਹ ਮਨੁੱਖ ਕਰ ਬੈਠਦਾ ਏ ਜਿਹੜੇ ਜ਼ਹਿਰੀਲੇ ਪਾਪ ਨੇ ਜੀ, ਜਨਮਾਂ ਜਨਮਾਂ ਤੱਕ ਬੰਦੇ ਦਾ ਖਹਿੜਾ ਨਹੀਂ ਛੱਡਦੇ ਜੀ। ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਭਲਿਆ ਲੋਕਾ, ਇਸ ਭਟਕੇ ਹੋਏ ਭੁੱਲੇ ਹੋਏ ਮਨ ਨੂੰ ਲਾ ਲਾ ਰੱਬ ਦਾ ਨਾਮ ਜਪਣਾ, ਵੇਖੀ ਬੜੇ ਬੜੇ ਜ਼ਹਿਰੀਲੇ ਗੁਨਾਹ ਪਾਪ ਜਿਹੜੇ ਖਹਿੜਾ ਨਹੀਂ ਨਾ ਛੱਡਦੇ, ਐਉਂ ਨਿਕਲਣਗੇ ਅੰਦਰੋਂ ਜਿਸ ਤਰ੍ਹਾਂ ਪਾਣੀ ਪਾਇਆ ਮੈਲ ਨਿਕਲਦੀ ਵਿੱਚੋਂ। ਮਹਾਰਾਜ ਕਹਿੰਦੇ ਕਿਲ ਬਿਖ ਦੋਖ ਗਏ ਸਭ ਨੀਕਰ, ਜਿਉਂ ਪਾਣੀ ਮੈਲ ਹਰੇ। ਹਰੇ ਦਾ ਅਰਥ ਹੁੰਦਾ ਲਾਹ ਦੇਣੀ ਜੀ ਮੈਲ ਜੀ। ਆਖੋ ਗੱਜ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ। ਸੱਚੇ ਪਾਤਸ਼ਾਹ ਕਹਿੰਦੇ ਖਿਨ ਖਿਨ ਨਰ ਨਾਰਾਇਣ ਗਾਵਹਿ, ਖਿਨ ਖਿਨ ਨਰ ਨਾਰਾਇਣ ਗਾਵਹਿ, ਮੁਖ ਬੋਲਹਿ ਨਾਰ ਨਰ ਹਰੇ। ਮਨੁੱਖ ਨੂੰ ਚਾਹੀਦਾ ਹੈ ਗੁਰੂ ਦੀ ਮੱਤ ਲਵੇ ਤੇ ਹਰ ਸਵਾਸ ਸਵਾਸ ਪਰਮੇਸ਼ਰ ਦਾ ਜਸ ਗਾਵੇ, ਸਵਾਸ ਸਵਾਸ ਮੁਖੋਂ ਬੋਲੇ, ਗਾਵੇ ਵੀ ਤੇ ਬੋਲੇ ਵੀ। ਖਿਨ ਖਿਨ ਨਰ ਨਾਰਾਇਣ ਗਾਵਹਿ, ਮੁਖ ਬੋਲਹਿ ਨਰ ਨਰ ਹਰੇ, ਪੰਚ ਦੋਖ ਅਸਾਧ ਨਗਰ ਮੈਂ ਇੱਕ ਖਿਨ ਪਲ ਦੂਰ ਕਰੇ। ਪੰਜ ਦੋਖ ਜਿਹੜੇ ਹਨ ਜੀ, ਇਹਨੂੰ ਕੋਈ ਸਾਧ ਨਹੀਂ ਸਕਦਾ। ਇਸ ਸਰੀਰ ਦੇ ਵਿੱਚ ਹੈ, ਸਾਧੇ ਨਹੀਂ ਜਾਂਦੇ ਬੰਦੇ ਕੋਲ, ਭਾਵ ਕਾਬੂ ਨਹੀਂ ਆਉਂਦੇ ਮਨੁੱਖ ਦੇ ਜੀ, ਸਿੱਧੇ ਨਹੀਂ ਹੁੰਦੇ ਜੀ ਉਹ। ਪਰ ਜੇ ਕਿਤੇ ਬੰਦਾ ਪੱਕਾ ਇਰਾਦਾ ਕਰਕੇ ਪਰਮੇਸ਼ਰ ਦਾ ਨਾਮ ਜਪਣ ਲੱਗ ਪਵੇ ਨਾ ਜੀ, ਬਿਲਕੁਲ ਕਾਬੂ ਵਿੱਚ ਆ ਜਾਣਗੇ ਜੀ ਸਾਰੇ ਦੇ ਸਾਰੇ। ਪੰਜ ਦੋਖ ਅਸਾਧ ਨਗਰ, ਨਗਰ ਦਾ ਅਰਥ ਸਰੀਰ ਹੈ ਜੀ, ਸਰੀਰ ਦੇ ਵਿੱਚ ਰਹਿੰਦੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪੰਜ ਦੋਖ ਨੇ ਜੀ, ਹਾਂਜੀ। ਇਹਨਾਂ ਚੋਂ ਇੱਕ ਹੀ ਬੰਦੇ ਨੂੰ ਲੈ ਕੇ ਬਹਿ ਜਾਂਦਾ, ਐਡਾ ਤਾਕਤਵਰ ਹੈ ਜੀ ਇਹ। ਇੱਕ ਤੇ ਕਾਬੂ ਪਾਉਣਾ ਹੀ ਔਖਾ, ਪੰਜਾਂ ਦੀ ਤੇ ਗੱਲ ਛੱਡੋ ਤੁਸੀਂ। ਤੇ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਜਪ ਦਿਨ ਰਾਤ ਲੱਗਾ ਰਹੇ, ਪੰਜੇ ਦੇ ਪੰਜੇ ਹੀ ਤੇਰੇ ਕਾਬੂ ਵਿੱਚ ਹੋ ਜਾਣਗੇ ਜੀ। ਪੰਜ ਦੋਖ ਅਸਾਧ ਨਗਰ ਮਹਿ, ਇੱਕ ਖੇਨ ਪਲ ਦੂਰ ਕਰੇ। ਇਹ ਨਾਮ ਦਾ ਪ੍ਰਤਾਪ ਜੇ। ਜਿੱਦਣ ਜਪਦਿਆਂ ਜਪਦਿਆਂ ਅੰਦਰ ਵਸ ਗਿਆ ਨਾ ਜੀ, ਸਭ ਕੁਝ ਕੱਢ ਕੇ ਬਾਹਰ ਸੁੱਟ ਦੇਗਾ ਜੀ ਉਹ। ਜਦੋਂ ਵਾਹਿਗੁਰੂ ਦਾ ਨਾਮ ਹਿਰਦੇ 'ਚ ਵਸ ਜੇ, ਬਾਕੀ ਵਾਸਤੇ ਥਾਂ ਹੀ ਨਹੀਂ ਬਚਦਾ। ਭਗਤ ਜੀ ਗੁਰਵਾਲੀ ਵਾਲੇ ਮਹਾਂਪੁਰਖ, ਉਹਨਾਂ ਕੋਲ ਸੰਤ ਬੜੇ ਆਉਂਦੇ ਹੁੰਦੇ ਸੀ ਮਿਲਣ ਨੂੰ ਜੀ।
ਜਿਹੜਾ ਸੰਤਾਂ ਦਾ ਪਿਆਰ ਕਰਦਾ ਫਿਰ ਉਹ ਕੌਣਾ ਹੀ ਆ ਜਿਹੜਾ ਸੇਵਾ ਕਰਦਾ ਜੀ। ਮਹਾਂਪੁਰਖ ਉਹਨਾਂ ਨੂੰ ਮਿਲਣ ਵਾਸਤੇ ਆਏ, ਬਾਹਰ ਟਹਿਲਣ ਵਾਸਤੇ ਆ ਗਏ। ਚਾਟੀਵਿੰਡ ਨਹਿਰ ਦੇ ਨੇੜੇ ਨਾ ਜੀ ਇੱਕ ਬਹੁਤ ਵੱਡੇ ਵਿਦਵਾਨ ਮਹਾਂਪੁਰਖ ਸਵਾਮੀ ਨਿਰਮਲ ਜੀ, ਪੂਰੇ ਹਿੰਦੁਸਤਾਨ ਦੇ ਸਾਧੂ ਸਮਾਜ ਦੇ ਪ੍ਰਧਾਨ ਸਨ ਜੀ। ਉਹ ਬੜੇ ਚੋਟੀ ਦੇ ਵਿਦਵਾਨ, ਕੰਪਨੀ ਬਾਗ ਲਾਗੇ ਉਹਨਾਂ ਦਾ ਸਥਾਨ ਹੈ ਜਿੱਥੇ ਵਿਦਾਂਤ ਸੰਮੇਲਨ ਹੁੰਦਾ ਜੀ। ਉਹਨਾਂ ਨੇ ਨਾ ਜੀ ਜਦੋਂ ਕਿਤੇ ਅੰਮ੍ਰਿਤਸਰ ਆਉਣਾ ਤੇ ਚਾਟੀਵਿੰਡ ਨਹਿਰ ਦੇ ਨੇੜੇ ਕੋਈ ਜਗ੍ਹਾ ਲੈ ਕੇ ਤੇ ਚੁਬਾਰਾ ਪਾਇਆ ਸੀ ਵੀ ਇਕਾਂਤ ਜਾ ਕੇ ਰਹਿਣਾ ਜੀ ਉੱਥੇ ਹਰੀ ਭਰੀ ਜਗ੍ਹਾ ਵਿੱਚ। ਜਦੋਂ ਚਲੇ ਜਾਂਦੇ ਸੀ ਤੇ ਇੱਕ ਮੰਤ ਉਹਨਾਂ ਨੇ ਰੱਖਿਆ ਸੀ ਉੱਥੇ ਰਹਿਣ ਵਾਸਤੇ। ਤੇ ਜਦੋਂ ਉਹ ਸਵਾਮੀ ਮਹਾਂਪੁਰਖਾਂ ਨੇ ਪੁੱਛਿਆ ਭਗਤ ਜੀ ਨੂੰ, ਕਹਿਣ ਲੱਗੇ ਵੀ ਆਹ ਕਿਹਦਾ ਸਥਾਨ? ਉਹ ਕਹਿੰਦੇ ਜੀ ਸਵਾਮੀ ਨਿਰਮਲ ਜੀ ਨੇ ਬਣਾਇਆ। ਕਹਿੰਦੇ ਚਲੋ ਚੱਲੀਏ ਉੱਥੇ। ਜਦੋਂ ਉੱਥੇ ਆਏ, ਆਉਂਦਿਆਂ ਨੂੰ ਮੰਤ ਜੀ ਬੈਠੇ ਸੀ ਆਕੜ ਕੇ ਜੀ। ਮੰਤ ਕਹਦਾ ਹੋਇਆ ਜੇ ਆਖੜਨਾ ਹੋਈ ਜੀ। ਤੇ ਉਹ ਨਾ ਜਾਂਦਿਆਂ ਹੀ ਉਹ ਪਤਾ ਕੀ ਕਹਿੰਦੇ, ਕਹਿੰਦੇ ਮੰਤ ਸਾਹਿਬ ਅਸਾਂ ਚਾਹ ਪੀਣੀ ਆ। ਉਹ ਸੰਤ ਕਹਿਣ ਲੱਗੇ ਜੀ, ਉਹਨੂੰ ਬੜਾ ਗੁੱਸਾ ਲੱਗਾ ਵੀ ਨਾ ਇਹਨਾਂ ਮੈਨੂੰ ਮੱਥਾ ਟੇਕਿਆ, ਨਾ ਮੇਰੇ ਪੈਰਾਂ 'ਚ ਖਲੋਤੇ, ਆਕੜ ਕੇ ਕਹਿੰਦੇ ਚਾਹ ਪੀਣੀ ਆ। ਬੁਰਾ ਤਾਂ ਉਹਨੇ ਬੜਾ ਮਹਿਸੂਸ ਕੀਤਾ, ਪਰ ਉਹਨੇ ਔਖੇ ਸੌਖੇ ਨੇ ਕਹਿ ਕੇ ਆਪਣੇ ਚੇਲੇ ਨੂੰ ਚਾਹ ਬਣਵਾਤੀ ਜੀ। ਚਲੋ ਜੀ ਚਾਹ ਪੀ ਲਈ। ਮਹਾਂਪੁਰਖ ਗੁਰਵਾਲੀ ਵਾਲੇ ਕਹਿਣ ਲੱਗੇ ਸੰਤ ਜੀ ਆ ਲਿਆਓ ਫੜਾਓ ਮੈਨੂੰ ਕੱਪ ਤੇ ਮਾਂਜ ਦਈਏ ਆਪਾਂ ਭਾਂਡੇ। ਉਹ ਕਹਿੰਦੇ ਭਾਂਡੇ ਅਸੀਂ ਕਿਉਂ ਮਾਂਜੀਏ? ਭਾਂਡੇ ਤੇ ਆਮ ਗ੍ਰਸਤੀ ਘਰ ਜਾਓ ਜਲ ਪਾਣੀ ਛਕੋ ਤੇ ਉਹ ਨਹੀਂ ਮੰਜਵਾਉਂਦਾ, ਤੇ ਇਹ ਸਾਧੂ ਸੰਤ ਆ ਭਾਂਡੇ ਮਾਂਜਣੇ ਇਹਦਾ ਕੰਮ, ਸਾਡੇ ਭਾਂਡੇ ਮਾਂਜਣੇ ਕੰਮ ਥੋੜ੍ਹਾ ਹੈਗਾ। ਭਾਂਡੇ ਤੇ ਆਮ ਗ੍ਰਸਤੀ ਨਹੀਂ ਮੰਜਵਾਉਂਦਾ, ਚਾਹ ਪਾਣੀ ਛਕ ਲਈਏ ਤੇ ਭਾਂਡੇ ਇਹ ਮਾਂਜੇ ਅਸੀਂ ਕਿਉਂ ਮਾਂਜੀਏ? ਉਹ ਬੇਪਰਵਾਹ ਸਾਧੂ ਸੀ, ਜੋ ਨਾ ਇੰਨੀ ਗੱਲ ਆਖੀ ਨਾ ਜੀ, ਉਹ ਮੰਤ ਗਾਲਾਂ ਕੱਢਣ ਲੱਗ ਪਿਆ ਜੀ। ਤੇ ਗਾਲਾਂ ਕੱਢਣ ਦੀ ਬੜੀ ਟ੍ਰੇਨਿੰਗ ਸੀ ਉਹਦੀ ਜੀ। ਹਾਂਜੀ, ਵਾਹਿਗੁਰੂ ਮਿਹਰ ਕਰੇ ਆਦਤ ਨਾ ਹੀ ਪਵੇ। ਜਿਨ੍ਹਾਂ ਦੀ ਗਾਲਾਂ ਕੱਢਣ ਦੀ ਬੜੀ ਟ੍ਰੇਨਿੰਗ, ਉਹ ਆਪਣੇ ਆਪ ਨੂੰ ਵੀ ਕੱਢੀ ਜਾਂਦੇ ਜੀ। ਤੁਸੀਂ ਪਿੰਡਾਂ 'ਚ ਕਈ ਬੰਦੇ ਵੇਖ ਲਿਓ, ਗਾਵਾਂ ਮੱਝਾਂ ਨੂੰ ਕੱਢੀ ਜਾਣਗੇ ਜੀ ਮਾਵਾਂ ਭੈਣਾਂ ਦੀਆਂ ਗਾਲਾਂ, ਆਪਣੇ ਆਪ ਨੂੰ ਵੀ ਕੱਢ ਦਿੰਦੇ ਜੀ। ਚਿੱਟੀਆਂ ਦਾੜੀਆਂ ਗੁਰਦੁਆਰੇ 'ਚ ਬੈਠ ਕੇ ਗਾਲਾਂ ਕੱਢਣ ਲੱਗ ਪੈਂਦੇ ਜੀ। ਹਾਂਜੀ, ਉਹਨੇ ਬੜੀਆਂ ਗਾਲਾਂ ਕੱਢੀਆਂ। ਉਹ ਸੰਤ ਨਾ ਪ੍ਰੇਮ ਨਾਲ ਖੜੇ ਸੁਣਦੇ ਰਹੇ ਜੀ। ਹਾਂਜੀ, ਤੇ ਜਦੋਂ ਥੱਕ ਗਿਆ, ਗਾਲਾਂ ਕਿੰਨੀਆਂ ਕੁ ਹੁੰਦੀਆਂ, 5-7 ਹੈਗੀਆਂ ਸਾਰੀਆਂ, ਉਹੀ ਬਾਰ-ਬਾਰ ਬੰਦਾ ਬੋਲੀ ਜਾਂਦਾ ਜੀ। ਜਦੋਂ ਬੋਲ ਕੇ ਥੱਕ ਗਿਆ, ਚੁੱਪ ਕਰ ਗਿਆ, ਤਾਂ ਪਤਾ ਕੀ ਆਂਦੇ ਮਹਾਂਪੁਰਖ? ਕਹਿੰਦੇ ਬਸ ਇਤਨਾ ਹੀ, ਬਸ ਇਤਨਾ ਹੀ। ਇੰਨੀ ਗੱਲ ਕਹਿ ਕੇ ਤਾਂ ਸੰਤ ਤੁਰ ਪਏ ਨਾ ਜੀ। ਤੇ ਭਗਤ ਜੀ ਮਹਾਰਾਜ ਗੁਰਵਾਲੀ ਵਾਲੇ ਕਹਿਣ ਲੱਗੇ ਸੰਤ ਜੀ ਇਸ ਬੰਦੇ ਨੇ ਤੁਹਾਨੂੰ ਗਾਲਾਂ ਬੜੀਆਂ ਕੱਢੀਆਂ, ਤੁਹਾਨੂੰ ਗੁੱਸਾ ਨਹੀਂ ਆਇਆ? ਉਹ ਕਹਿੰਦੇ ਕਿਰਪਾਲ ਸਿੰਘ ਆਇਆ का मतलब है कोई बाहर से आया, आया का मतलब है कोई बाहर से आया। ਕਹਿਣ ਲੱਗੇ ਇਸ ਦਿਲ ਵਿੱਚ ਰੱਬ ਵਸ ਚੁੱਕਾ ਏ, ਇੱਥੇ ਹੁਣ ਕੋਈ ਹੋਰ ਨਹੀਂ ਆ ਸਕਦਾ। ਕਹਿੰਦੇ ਅੰਦਰ ਜਗ੍ਹਾ ਹੀ ਨਹੀਂ ਹੈਗੀ। ਕਹਿੰਦੇ ਇਹ ਕੋਈ ਸਰਾਏ ਥੋੜੀ ਆ ਜਿਹਦੀ ਮਰਜ਼ੀ ਆਵੇ ਜਿਹਦੀ ਮਰਜ਼ੀ ਜਾਵੇ। ਇੱਥੇ ਜਿਹਨੇ ਆਉਣਾ ਹੀ ਆ ਗਿਆ, ਹੋਰ ਕਿਸੇ ਵਾਸਤੇ ਇੱਥੇ ਥਾਂ ਨਹੀਂ ਹੈਗਾ। ਪਰ ਕਹਿੰਦੇ ਕਿਰਪਾਲ ਸਿੰਘ ਇੱਕ ਗੱਲ ਸਾਨੂੰ ਵੇਖ ਕੇ ਤਜਰਬਾ ਹੋਇਆ ਵੀ ਇਸ ਬੰਦੇ ਦਾ ਗਾਲਾਂ ਕੱਢਣ ਦਾ ਬੜਾ ਅਭਿਆਸ ਹੈ, ਲੋਕਾਂ ਨੂੰ ਗਾਲਾਂ ਬੜੀਆਂ ਕੱਢਦਾ ਹੋਏਗਾ, ਬੜੀ ਇਹਨੂੰ ਜਾਚ ਅਤੇ ਬੜੀ ਘਰੋੜ ਕੇ ਗਾਲ ਕੱਢਦਾ, ਤੇ ਲੋਕਾਂ ਦਾ ਮਨ ਬੜਾ ਦੁਖਦਾ ਹੋਏਗਾ ਜਦੋਂ ਇਹ ਗਾਲਾਂ ਕੱਢਦਾ। ਕਹਿੰਦੇ ਕਿਰਪਾਲ ਸਿੰਘ ਜੀ ਅੱਜ ਤੋਂ ਬਾਅਦ ਇਹ ਬੋਲੇਗਾ ਨਹੀਂ ਕਦੇ। ਕਹਿੰਦੇ ਜਿੰਨਾ ਚਿਰ ਜੀਂਦਾ ਰਹੇਗਾ ਇਹ ਜ਼ਬਾਨ ਅੱਜ ਤੋਂ ਬਾਅਦ ਮੁੜ ਨਹੀਂ ਬੋਲ ਸਕੇਗੀ, ਤੇ ਅਸੀਂ ਅੱਜ ਤੋਂ ਬਾਅਦ ਕਹਿੰਦੇ ਮੁੜ ਕੇ ਇੱਥੇ ਨਹੀਂ ਆਵਾਂਗੇ, ਇਸ ਇਲਾਕੇ 'ਚ ਨਹੀਂ ਆਵਾਂਗੇ। ਕਿਉਂ? ਇਹਨੇ ਕੱਢੀਆਂ ਗਾਲਾਂ ਤੇ ਇਹਦੀ ਜ਼ਬਾਨ ਹੋ ਗਈ ਬੰਦ। ਕਹਿੰਦੇ ਅੱਜ ਤੇ ਇੱਥੇ ਰੌਲਾ ਪੈ ਜਾਣਾ ਵੀ ਉਹਨਾਂ ਨੂੰ ਗਾਲਾਂ ਕੱਢੀਆਂ, ਇਹਦੀ ਜ਼ਬਾਨ ਬੰਦ ਹੋ ਗਈ, ਮੈਨੂੰ ਲੋਕਾਂ ਮੱਥੇ ਟੇਕਣੇ ਸ਼ੁਰੂ ਕਰ ਦੇਣੇ ਆ ਵੀ ਇਹ ਬੜਾ ਪੁੱਜਿਆ ਬਾਬਾ ਜੀ। ਕਹਿੰਦੇ ਅੱਜ ਤੋਂ ਬਾਅਦ ਮੈਂ ਨਹੀਂ ਇਸ ਇਲਾਕੇ 'ਚ ਆਉਣਾ ਜੀ। ਜਿਨ੍ਹਾਂ ਦੀ ਕਮਾਈ ਹੈ ਨਾ ਜੀ, ਉਹ ਪੂਜਾ ਪ੍ਰਤਿਸ਼ਠਾ ਤੋਂ ਭਏ ਕਰਦੇ ਨੇ, ਤੇ ਜਿਨ੍ਹਾਂ ਦੇ ਪੱਲੇ ਕੱਖ ਨੇ 20-20 25-25 ਬੰਦੇ ਰੱਖੇ ਅਮਲੀ ਜੀ, ਉਹ ਝੂਠ ਹੀ ਬੋਲੀ ਜਾਂਦੇ ਜੀ। ਬਾਬਾ ਜੀ ਬੜੇ ਪੁੱਜੇ ਨੇ ਜੀ, ਇਹ ਤੇ ਬ੍ਰਹਮ ਗਿਆਨੀ ਨੇ ਜੀ, ਇਹ ਤੇ ਫਲਾਣੇ ਨੇ ਜੀ। ਹਾਂਜੀ, ਤੇ ਹੁਣ ਤੇ ਰੱਬ ਮਿਹਰ ਕਰੇ ਇੱਥੇ ਮਾਰੇ ਕਹਿੰਦੇ ਸੇਵਕ ਬਣ ਕੇ ਨਾਮ ਜਪਣਾ। ਹੁਣ ਤੇ ਮੁਖੀ ਤੋਂ ਥੱਲੇ ਹੀ ਨਹੀਂ ਕੋਈ ਹੈਗਾ ਜੀ। ਕਮਾਲ ਦੀ ਗੱਲ, ਇੱਕ ਤਾਂ ਨਹੀਂ ਲੰਘਣ ਡੇ, ਉੱਥੇ ਡਿਪਟੀ ਮੁਖੀ ਲਿਖਿਆ ਜੀ। ਦੱਸੋ ਕਮਾਲ ਦੀ ਗੱਲ, ਅੱਜ ਤੱਕ ਅਸੀਂ ਕਿਸੇ ਇਤਿਹਾਸ 'ਚ ਨਹੀਂ ਪੜ੍ਹਿਆ ਵੀ ਕੋਈ ਡਿਪਟੀ ਮੁਖੀ ਵੀ ਹੁੰਦੇ ਜੀ।
ਕਰਨੀ ਸੇਵਾ ਜੀ ਤੇ ਫਲਾਨਾ ਮੁਖੀ ਤੇ ਫਲਾਨਾ ਡਿਪਟੀ ਮੁਖੀ ਜੀ। ਵੱਡਾ ਸਾਰਾ ਬੋਰਡ ਲੱਗਾ ਤੇ ਉੱਥੇ ਲਿਖਿਆ ਜੀ, ਤੁਸੀਂ ਵੀ ਪੜ੍ਹਿਆ ਹੋਣਾ, ਚੋਲੇ ਵਾਲਿਆਂ ਨੂੰ ਤਾਂ ਪਤਾ ਲੱਗ ਹੀ ਗਿਆ ਹੋਣਾ ਵੀ ਕੌਣ ਆ ਜੀ ਉਹ ਜੀ। ਕਮਾਲ ਦੀਆਂ ਗੱਲਾਂ ਹੈ। ਮਹਾਰਾਜ ਬਾਣੀ 'ਚ ਇੰਨੀ ਨਿਮਰਤਾ ਦੇ ਬਚਨ ਕਰਦੇ ਆ, ਪਤਾ ਨਹੀਂ ਇਹਨਾਂ ਦੀ ਸਾਧਾਂ ਦੀ ਬੁੱਧੀ ਕਿੱਥੋਂ ਮਾਰੀ ਗਈ। ਹਾਂਜੀ, ਛੱਜ ਬੰਨ੍ਹ ਲਏ ਇਹਨਾਂ ਨੇ ਆਪਣੇ ਨਾਲ, ਲੋਡੇ ਵੱਡੇ ਤਖੱਲਸ ਬੰਨੇ। ਹੁਣ ਤੇ ਹੈਰਾਨੀ ਹੋ ਗਈ, ਜਿਹੜਾ ਕਿਹੜਾ ਮੁਖੀ 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 ਮੁਖੀ, ਹੱਦ ਹੋ ਗਈ। ਸੇਵਾਦਾਰ ਕਿੱਥੋਂ ਲੱਭਾਂਗੇ ਜੀ, ਨਿਮਰਤਾ ਕਿੱਥੋਂ ਲੱਭਾਂਗੇ। ਆ ਵੇਖੋ ਮਾਰੇ ਕਹਿੰਦੇ ਆ, ਸੇਵਕ ਬਣ ਕੇ ਜਿਹੜੇ ਨਾਮ ਜਪਦੇ ਆ, ਸੇਵਕ ਬਣ ਕੇ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਗੁਰੂ ਨੇ ਵਡਿਆਈਆਂ ਦਿੱਤੀਆਂ ਸੇਵਕਾਂ ਨੂੰ, ਬੜੀਆਂ ਵਡਿਆਈਆਂ ਦਿੱਤੀਆਂ, ਪਰ ਸੇਵਕ ਤੇ ਜਦੋਂ ਵੀ ਹੱਥ ਜੋੜਦਾ ਕਹਿੰਦਾ ਮੈਂ ਨਿਮਾਣਾ ਦਾਸ ਹਾਂ ਤੁਹਾਡਾ, ਮੈਂ ਨਿਮਾਣਾ, ਮੈਂ ਭੁੱਲਣਹਾਰ। ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਭਾਈ ਜਪਿਆ ਕਰ ਰੱਬ ਦਾ ਨਾਮ ਤੇ ਪੰਜੇ ਦੋਖ ਤੇਰੇ ਅੰਦਰੋਂ ਨਿਕਲ ਜਾਣਗੇ। ਮਾਰੇ ਕਹਿੰਦੇ ਅੱਗੇ ਫਿਰ ਸੱਚੇ ਪਾਤਸ਼ਾਹ ਕਹਿੰਦੇ, ਵੱਡ ਭਾਗੀ ਹਰ ਨਾਮ ਧਿਆਵੇ। ਹੁਣ ਨਾਮ ਦੀਆਂ ਵਡਿਆਈਆਂ ਤੇ ਸਾਰੀਆਂ ਸੁਣ ਲੀਆਂ ਜੀ, ਨਾਮ ਦੀਆਂ ਵਡਿਆਈਆਂ ਸਭ ਨੇ ਸੁਣ ਲੀਆਂ ਜੀ, ਤੇ ਜੀ ਸਭ ਦਾ ਹੀ ਕਰਦਾ ਏ। ਹਾਂਜੀ, ਪਰ ਜਦੋਂ ਲక్ష్ਮੀ ਆਪਣਾ ਪ੍ਰਭਾਵ ਪਾਉਂਦੀ ਤੇ ਫਿਰ ਸਭ ਕੁਝ ਭੁੱਲ ਜਾਂਦਾ ਜੀ। ਹਾਂਜੀ, ਲక్ష్ਮੀ ਦੀ ਵੀ ਤਾਕਤ ਬੜੀ ਵੱਡੀ ਆ ਜੀ, ਸਭ ਚੇਤੇ ਭੁੱਲ ਜਾਂਦੇ ਬੰਦੇ ਨੂੰ ਜੀ। ਹਾਂਜੀ, ਅਨੇਕ ਪ੍ਰਕਾਰ ਦੇ ਹੋਰ ਦੁਨੀਆ ਦੀਆਂ ਗੱਲਾਂ ਨੇ ਮਨੁੱਖ ਭੁੱਲ ਜਾਂਦਾ ਜੀ ਸਾਰਾ ਕੁਝ ਜੀ। ਇੱਕ ਬੰਦਾ ਇੱਥੋਂ ਸਾਡੇ ਕੋਲ ਕਥਾ ਸੁਣ ਗਿਆ ਜੀ ਇਸ ਤਰ੍ਹਾਂ ਦੀ, ਵੀ ਨਾਮ ਜਪਣਾ ਚਾਹੀਦਾ, ਲੱਗੇ ਰਹਿਣਾ ਚਾਹੀਦਾ, ਅਭਿਆਸ ਹੈ ਨਹੀਂ ਕੋਈ ਜੀ। ਘਰ ਜਾ ਕੇ ਉਹਨੇ ਚੌਂਕੜਾ ਲਾ ਲਿਆ ਜੀ। ਇੱਕ ਇੱਥੋਂ ਜਾਗਦਾ ਗਿਆ ਸੀ ਜੀ, ਤੇ ਘਰ ਜਾ ਕੇ ਉਹਨੇ ਲਾ ਲਿਆ ਚੌਂਕੜਾ। ਜਦੋਂ ਨੀਂਦ ਨੇ ਪਾਇਆ ਜ਼ੋਰ, ਧੌਣ ਪਰਨੇ ਮੰਜੇ ਤੋਂ ਥੱਲੇ ਡਿੱਗਾ ਜੀ ਉਹ ਜੀ। ਜੋ ਖੜਕਾ ਹੋਇਆ ਜੀ, ਘਰ ਦੇ ਭੱਜਿਆ, ਉਹਨਾਂ ਆਖਿਆ ਇਹਨੂੰ ਤੇ ਹਾਰਟ ਅਟੈਕ ਹੋ ਗਿਆ ਜੀ। ਉਹਨਾਂ ਦਵਾ ਦਵ ਚੁੱਕਿਆ ਜੀ, ਗੱਡੀ 'ਚ ਲੱਦਿਆ ਤੇ ਹਸਪਤਾਲ ਦਾਖਲ। ਉਹ ਬਥੇਰਾ ਆਖੇ ਮੈਂ ਠੀਕ ਹਾਂ, ਮੈਨੂੰ ਕੁਝ ਨਹੀਂ ਹੋਇਆ। ਉਹ ਉੱਤੇ ਆਖਣੇ ਤੇ ਮਰ ਚੱਲਿਆ ਸੀ, ਸਾਡੇ ਭਾਗ ਚੰਗੇ ਬਚ ਗਿਆ ਜੀ। ਉਹ ਮੈਨੂੰ ਜਦੋਂ ਪਤਾ ਲੱਗਾ, ਮੈਂ ਪਤਾ ਲੈਣ ਗਿਆ, ਮੈਂ ਤੇ ਗਰੀਬ ਫਸ ਗਿਆ, ਅਭਿਆਸ ਹੈ ਨਹੀਂ ਇਹਦਾ। ਉਹ ਮੈਂ ਉਹਨਾਂ ਨੂੰ ਆਖਿਆ, ਮੈਂ ਇਹਨੂੰ ਅਟੈਕ ਨਹੀਂ ਹੋਇਆ, ਇਹ ਤੇ ਵਿਚਾਰਾ, ਮੈਂ ਕਿਹਾ ਅਭਿਆਸ ਹੈ ਨਹੀਂ ਕੋਈ। ਹਾਂਜੀ, ਤੇ ਕਾਬੂ ਆ ਗਿਆ ਜੀ। ਮੈਂ ਮਹਾਂ ਜਾ ਕੇ ਆਖ ਕੇ ਛਡਾਇਆ ਜੀ ਉਹਨੂੰ ਜੀ। ਹਾਂਜੀ, ਇੱਥੇ ਭਾਵੇਂ ਇੱਥੇ ਕਿਤੇ ਫਿਰਦਾ ਹੋਵੇ ਜੀ। ਹਾਂਜੀ, ਆਉਂਦਾ ਹੁੰਦਾ ਇੱਥੇ। ਆਖੋ ਸਾਰੇ ਗੱਜ ਕੇ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਵਾਲੇ ਨਾਮ 'ਚ ਧਿਆਨ ਲਾ ਸਕਦੇ, ਹਰ ਇੱਕ ਦੇ ਵੱਸ ਦਾ ਕੰਮ ਨਹੀਂ ਜਾਏਗਾ ਜੀ। ਹਰ ਇੱਕ ਦੇ ਵੱਸ ਦਾ ਕੰਮ ਨਹੀਂ ਹੈਗਾ, ਤੇ ਭਾਗ ਵੱਡੇ ਬਣਾਉਣੇ ਪੈਣੇ ਜੇ ਤਾਂ ਗੱਲ ਬਣਨੀ ਜੇ। ਭਾਗ ਵੱਡੇ ਬਣਾਉਣੇ ਪੈਂਦੇ। ਭਾਗ ਬਣਦੇ ਜੇ ਸੰਤਾਂ ਦੀ ਸੰਗਤ ਕਰਨ ਨਾਲ, ਭਾਗ ਬਣਦੇ ਜੇ ਸੰਤਾਂ ਕੋਲ ਰਹਿ ਕੇ ਭਾਂਡੇ ਮਾਂਜਣ ਨਾਲ, ਭਾਗ ਬਣਦੇ ਜੇ ਝਾੜੂ ਫੇਰਨ ਦੇ ਨਾਲ, ਭਾਗ ਬਣਦੇ ਜੇ ਸਤਸੰਗ ਵਿੱਚ ਬੈਠ ਕੇ ਕਥਾ ਕੀਰਤਨ ਕਰਨ ਤੇ ਸੁਣਨ ਦੇ ਨਾਲ, ਭਾਗ ਬਣਦੇ ਜੇ ਗੁਰੂ ਦੇ ਦਰਸ਼ਨ ਰੱਜ ਰੱਜ ਕੇ ਕਰਨ ਦੇ ਨਾਲ। ਬਣਦੇ ਆ ਪਰ ਇਹ ਬਣਨਗੇ ਜਿਸ ਤਰ੍ਹਾਂ ਮਹਾਰਾਜ ਨੇ ਸਮੱਤ ਦਿੱਤੀ, ਉਸ ਤਰ੍ਹਾਂ ਬਣਨੇ ਜੀ, ਗੱਲਾਂ ਨਾਲ ਨਹੀਂ ਬਣਦੇ ਜੀ। ਕਰਨਾ ਪੈਣਾ ਜੀ ਸਾਰਾ ਕੁਝ। ਹਾਂਜੀ, ਮਹਾਂਪੁਰਖ ਰੱਬ ਦੇ ਪਿਆਰੇ ਸੱਚੇ ਸੁੱਚੇ ਜਿਹੜੇ ਖੁਦ ਵੀ ਸੇਵਾ ਕਰਦੇ। ਮੈਂ ਸੰਤ ਬਾਬਾ ਦੇਵਾ ਸਿੰਘ ਜੀ ਨੂੰ, ਮਹਾਰਾਜ ਨੂੰ ਵੇਖਿਆ, ਬਿਰਧ ਅਵਸਥਾ ਤੱਕ ਵੀ ਉਹ ਜੂਠੇ ਭਾਂਡੇ ਧੋ ਕੇ ਰੱਖਦੇ ਹੁੰਦੇ ਵੀ ਮਾਂਜੋ ਕਹਿੰਦੇ ਸੀ ਜੀ। ਬਾਬਾ ਸੋਹਣ ਸਿੰਘ ਜੀ ਸੁਰ ਸਿੰਘ ਵਾਲਿਆਂ ਨੂੰ ਵੇਖਿਆ ਜੀ, ਹੱਥੀਂ ਲੰਗਰ ਤਿਆਰ ਕਰਕੇ ਉਹਨਾਂ ਨੇ ਵਰਤਾਉਣਾ ਜੀ, ਬਿਰਧ ਅਵਸਥਾ ਵਿੱਚ ਜੀ। ਹਾਂਜੀ, ਬੜੇ ਬੜੇ ਮਹਾਂਪੁਰਖ ਵੇਖੇ ਆ, ਅਖੀਰਲੇ ਸਮੇਂ ਤੱਕ ਵੀ ਉਹਨਾਂ ਸੇਵਾ ਨਹੀਂ ਛੱਡੀ ਜੀ। ਬਾਬਾ ਸ਼ਾਮ ਸਿੰਘ ਜੀ ਮਹਾਰਾਜ 123 ਸਾਲ ਦੀ ਉਹਨਾਂ ਦੀ ਉਮਰ, ਹਰਿਮੰਦਰ ਸਾਹਿਬ ਦਾ 72 ਸਾਲ ਉਹਨਾਂ ਨੇ 3 ਪਹਿਰੇ ਦਾ ਕੀਰਤਨ ਨਿਸ਼ਕਾਮ ਕੀਤਾ ਜੀ। 72 ਸਾਲ ਦੀ ਆਸਾ ਜੀ ਦੀ ਵਾਰ ਤੋਂ ਜਿਹੜਾ ਪਹਿਲਾ ਘੰਟੇ ਵਾਲਾ ਕੀਰਤਨ ਆ ਜੀ, ਰੋਤਨ ਸਾਰ ਟਾਈਮ ਬਦਲਦਾ ਰਹਿੰਦਾ, 2 ਤੋਂ 3, ਫਿਰ 2:15 ਤੋਂ 3:15, ਫਿਰ 2:30 ਤੋਂ 3:30। ਇੱਕ ਦਿਨ ਨਾਗਾ ਨਹੀਂ ਪਾਇਆ ਬਾਬਾ ਜੀ ਨੇ ਜੀ। 20 ਘੰਟੇ ਬਾਬਾ ਸ਼ਾਮ ਸਿੰਘ ਜੀ ਦਰਬਾਰ ਸਾਹਿਬ ਦੀ ਸੇਵਾ ਚਲਾ ਦਿੰਦੇ ਜੀ। ਪਰਿਕਰਮਾ ਸਾਫ਼ ਕਰਦੇ ਰਹਿਣਾ। ਹਾਂਜੀ, ਕੋਈ ਲੋੜਵੰਦ ਭੁੱਖਾ ਨਾ ਰਹਿ ਜੇ, ਉਹਨੂੰ ਪ੍ਰਸ਼ਾਦਾ ਛਕਾਉਣਾ। ਹਾਂਜੀ, ਤੇ ਥੋੜ੍ਹਾ ਬਹੁਤਾ ਚਿਰ ਕਿਤੇ ਘੜੀ ਲੰਮੇ ਪੈ ਕੇ ਨਾਲੇ ਵਾਹਿਗੁਰੂ ਵਾਹਿਗੁਰੂ ਕਰ ਲੈਣਾ, ਨਾਲੇ ਆਰਾਮ ਕਰ ਲੈਣਾ।
ਤੇ ਪ੍ਰਤਾਪ ਕਿੰਨਾ ਵੱਡਾ ਜੀ। ਇੱਥੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬੜੇ ਬੜੇ ਚੋਟੀ ਦੇ ਰਾਗੀ ਕੀਰਤਨ ਕਰ ਗਏ ਆ ਜੀ। ਹਾਂਜੀ, ਪਰ ਜਾ ਕੇ ਅਜਾਇਬ ਘਰ 'ਚ ਵੇਖ ਲਓ, ਬਾਬਾ ਸ਼ਾਮ ਸਿੰਘ ਜੀ ਹੋਣਾ ਦਾ ਵਾਜਾ ਵੀ ਪਿਆ ਜੇ ਤੇ ਬਾਬਾ ਜੀ ਦਾ ਸਰੰਦਾ ਵੀ ਪਿਆ ਜੇ, ਤੇ ਲਿਖ ਕੇ ਰੱਖਿਆ ਵੀ ਬਾਬਾ ਸ਼ਾਮ ਸਿੰਘ ਜੀ ਕਿਉਂ ਸੱਚੀ ਸੁੱਚੀ ਕਮਾਈ ਕੀਤੀ ਜੀ ਉਹਨਾਂ ਨੇ, ਸੱਚੀ ਸੁੱਚੀ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕਿਸੇ ਬੰਦੇ ਦਾ ਨਾਮ ਲੈ ਕੇ ਅਰਦਾਸ ਨਹੀਂ ਹੁੰਦੀ ਜੀ। ਇੱਕੋ ਇੱਕ ਬਾਬਾ ਸ਼ਾਮ ਸਿੰਘ ਜੀ ਆ, ਸਭ ਤੋਂ ਪਹਿਲੀ ਕੜਾਹ ਪ੍ਰਸ਼ਾਦ ਦੀ ਦੇਗ ਉਹਨਾਂ ਦੇ ਡੇਰੇ ਤੋਂ ਆਉਂਦੀ ਜੇ। ਅੱਜ ਵੀ ਬਾਬਾ ਸ਼ਾਮ ਸਿੰਘ ਜੀ ਦਾ ਨਾਮ ਲੈ ਕੇ ਹਰਿਮੰਦਰ ਸਾਹਿਬ ਦੇ ਅੰਦਰ ਸਭ ਤੋਂ ਪਹਿਲੀ ਅਰਦਾਸ ਜਿਹੜੀ ਹੁੰਦੀ ਨਾ ਜੀ, ਉਹ ਬਾਬਾ ਸ਼ਾਮ ਸਿੰਘ ਜੀ ਦਾ ਨਾਮ ਲੈ ਕੇ ਹੁੰਦੀ ਹੈ। 100 ਸਾਲ ਤੋਂ ਵੱਧ ਹੋ ਚੱਲਿਆ ਜੇ ਸਰੀਰ ਛੱਡੇ ਨੂੰ ਉਹਨਾਂ ਨੂੰ ਜੀ। ਹਾਂਜੀ, ਨਾਮ ਦਾ ਪ੍ਰਤਾਪ ਅੱਜ ਵੀ ਉਹਨਾਂ ਦੇ ਸਥਾਨ ਤੋਂ ਕੜਾਹ ਪ੍ਰਸ਼ਾਦ ਅੰਮ੍ਰਿਤ ਤੇ ਖੁੱਲਾ ਵਰਤਦਾ ਜੀ। ਐ ਡੋਨੇ ਭਰ ਭਰ ਕੇ ਸੰਗਤਾਂ ਨੂੰ ਦਿੱਤੇ ਜਾਂਦੇ ਜੀ, ਤੇ ਬਾਬਾ ਜੀ ਦਾ ਨਾਮ ਲੈ ਕੇ ਅਰਦਾਸ ਹੁੰਦੀ ਹਰਿਮੰਦਰ ਸਾਹਿਬ ਦੇ ਅੰਦਰ ਜੀ। ਰੱਬ ਦੇ ਨਾਮ ਦੀਆਂ ਬੜੀਆਂ ਵਡਿਆਈਆਂ ਜੀ। ਹਾਂਜੀ, ਵੱਡ ਭਾਗੀ ਹਰ ਨਾਮ ਧਿਆਵਹਿ, ਹਰ ਕੇ ਭਗਤ ਹਰੇ। ਪਰਮੇਸ਼ਰ ਨਾਲ ਪਿਆਰ ਕਰਨ ਵਾਲੇ ਤੇ ਫਿਰ ਦਿਨ ਰਾਤ ਜਪਦੇ ਆ ਜੀ। ਵੱਡਿਆਂ ਭਾਗਾਂ ਵਾਲੇ ਇਸ ਪਾਸੇ ਧਿਆਨ ਲਾ ਲੈਂਦੇ ਨੇ, ਤੇ ਫਿਰ ਐਸਾ ਧਿਆਨ ਲਾਉਂਦੇ ਫਿਰ ਲੱਗ ਹੀ ਜਾਂਦੇ, ਵਿੱਚ ਹੀ ਉਹੀ ਰੂਪ ਹੀ ਹੋ ਜਾਂਦੇ ਨੇ। ਤਿੰਨ ਕੀ ਸੰਗਤ ਦੇਹ ਪ੍ਰਭ ਜਾਚੋ ਮੈਂ ਮੂੜ ਮੁਗਧ ਨਿਸਤਰੇ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ, ਭਲਿਆ ਲੋਕਾ ਚੱਲ, ਜੇ ਤੂੰ 8 ਪੈਰ ਨਾਮ ਜਪਣ ਜੋਗਾ ਨਹੀਂ, ਹਾਂਜੀ ਇੰਨੀ ਜੋਗਾ ਨਹੀਂ ਹੈਗਾ, ਤੇ ਜਿਹੜੇ ਜਪ ਰਹੇ ਅਰਦਾਸ ਕਰ ਮੈਨੂੰ ਉਹਨਾਂ ਦੀ ਸੰਗਤ ਮਿਲ ਜਾਵੇ। ਮੇਰਾ ਵੀ ਮੂਰਖ ਦਾ ਬੇਸਮਝ ਦਾ ਪਾਰ ਉਤਾਰਾ ਹੋ ਜਾਵੇ, ਮੈਨੂੰ ਉਹਨਾਂ ਦੀ ਸੰਗਤ ਮਿਲ ਜਾਵੇ। ਤੇ ਫਿਰ ਬਾਣੀ ਦਾ ਫੈਸਲਾ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਦੋਂ ਉਹਨਾਂ ਦੀ ਸੰਗਤ ਕਰੇਗਾ ਜਿਹੜਾ, ਉਹ ਵੀ ਫਿਰ ਜਪਣ ਲੱਗ ਪਵੇਗਾ ਜੀ। ਔਖਾ ਨਹੀਂ ਲੱਗੇਗਾ ਉਹਨੂੰ ਜੀ, ਔਖਾ ਨਹੀਂ ਲੱਗੇਗਾ। ਜਪਣ ਵਾਲਿਆਂ ਦੀ ਤੇ ਮਹਾਰਾਜ ਗੱਲਾਂ ਹੀ ਨਿਆਰੀਆਂ ਜੀ। ਮੈਂ ਮਹਾਰਾਜ ਦੀ ਹਜ਼ੂਰੀ 'ਚ ਝੂਠ ਨਹੀਂ ਬੋਲਦਾ, ਸੱਚ ਬੋਲਦਾ ਜੀ। ਮੈਂ ਵੇਖ ਲਓ ਤਕਰੀਬਨ 5 ਸਾਲ ਦੇ ਲਗਭਗ ਸੰਤ ਮਹਾਰਾਜ ਦੇ ਚਰਨਾਂ 'ਚ ਰਹਿਣ ਦਾ ਪਰਮੇਸ਼ਰ ਨੇ ਸਮਾਂ ਬਖਸ਼ਿਆ ਜੀ। ਤੇ ਮਹਾਰਾਜ ਇਹਨਾਂ ਦੀਆਂ ਬਰਕਤਾਂ ਬੜੀਆਂ ਹੁੰਦੀਆਂ, ਇਹਨਾਂ ਦੀਆਂ ਤਾਕਤਾਂ ਇੰਨੀਆਂ ਹੁੰਦੀਆਂ, ਸੌਣ ਦਾ ਤਾਂ ਕਦੇ ਚੇਤਾ ਹੀ ਨਹੀਂ ਸੀ ਹੁੰਦਾ ਜੀ, ਚਾਅ ਹੀ ਚੜੇ ਰਹਿੰਦੇ ਸੀ ਜੀ। ਐਸੀ ਮਹਾਨ ਪੁਰਸ਼ਾਂ ਦੇ ਕੋਲ ਤੇ ਰੱਬੀ ਬਰਕਤਾਂ ਹਰ ਵੇਲੇ ਵਰਤਦੀਆਂ ਜੀ। ਹਾਂਜੀ, ਤੇ ਪੁਰਾਣੇ ਸਰੀਰਾਂ ਨੇ ਵੇਖਿਆ ਮਹਾਰਾਜ ਜੀ ਉਹਨਾਂ ਨੂੰ, ਕਿਸੇ ਨੇ ਮੇਰਾ ਖਿਆਲ ਸੁੱਤਿਆ ਨਹੀਂ ਵੇਖਿਆ ਹੋਣਾ ਜੀ। ਹਰ ਵੇਲੇ ਪਰਮੇਸ਼ਰ ਦੇ ਭਜਨ 'ਚ ਲੀਨ ਰਹਿਣਾ ਜੀ। ਹਾਂਜੀ, ਨਿਮਰਤਾ 'ਚ ਰਹਿਣਾ ਜੀ। ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਨਾ ਤੜਕੇ, ਤੇ ਆ ਕੇ ਸਾਰਿਆਂ ਨੇ ਮੱਥਾ ਟੇਕਣਾ, ਤੇ ਮਹਾਰਾਜ ਜੀ ਨੇ ਪਤਾ ਕੀ ਕਹਿਣਾ, ਤੁਸੀਂ ਕਿੱਡੇ ਚੰਗੇ ਜੇ, ਕਿੱਡੇ ਉਦਮੀ ਜੇ, ਕਿੰਨੀ ਮਿਹਰ ਹੈ, ਤੁਸੀਂ ਕੀਰਤਨ ਕਰਕੇ ਆਏ ਜੇ, ਮੈਂ ਸੁੱਤਾ ਹੀ ਰਿਹਾ ਕਹਿੰਦੇ। ਜਿਹੜੇ ਸੁੱਤੇ ਰਹਿੰਦੇ ਉਹ ਮੰਨਦੇ ਨਹੀਂ, ਜਿਹੜੇ ਜਾਗਦੇ ਰਹਿੰਦੇ ਉਹ ਕਹਿੰਦੇ ਮੈਂ ਸੁੱਤਾ ਰਿਹਾ ਹੈ। ਹਾਂਜੀ, ਕਮਾਲ ਦੀ ਗੱਲ, ਇੰਨੀ ਨਿਮਰਤਾ, ਇੰਨੀ ਨਿਮਰਤਾ। ਗੁਰੂ ਜੀ ਕਹਿੰਦੇ ਆ, ਮੰਨ ਜਾ ਇਹ ਗੱਲ ਵੀ ਮੈਂ ਮੂਰਖ ਹਾਂ, ਮੈਂ ਬੇਸਮਝ ਹਾਂ, ਇਹ ਵਾਹਿਗੁਰੂ ਕਿਰਪਾ ਕਰ। ਜਿਹੜੇ ਵੱਡਿਆਂ ਭਾਗਾਂ ਵਾਲੇ ਸਾਵਧਾਨ ਹੋ ਕੇ ਤੇਰਾ ਨਾਮ ਜਪਦੇ, ਮੈਨੂੰ ਉਹਨਾਂ ਦੀ ਸੰਗਤ ਦੇ ਦੇ। ਮੇਰਾ ਵੀ ਬੇਸਮਝ ਦਾ ਕਿਤੇ ਪਾਰ ਉਤਾਰਾ ਜੇ। ਕਰ ਅਰਦਾਸ, ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਪਿਆਰਿਆ ਅਰਦਾਸ ਕਰ, ਤੂੰ ਵੀ ਬੇਨਤੀ ਕਰ। ਕਿਰਪਾ ਧਾਰ ਜਗ ਜੀਵਨ ਰੱਖ ਲੈ ਬਹੁ ਸਰਨ ਪਰੇ। ਹੇ ਮੇਰੇ ਵਾਹਿਗੁਰੂ, ਹੇ ਸਾਰੇ ਜਗਤ ਨੂੰ ਜੀਵਨ ਦੇਣ ਵਾਲੇ ਸੱਚੇ ਪਾਤਸ਼ਾਹ ਪਰਮੇਸ਼ਰ ਜੀ, ਕਿਰਪਾ ਕਰ ਮੇਰੇ ਉੱਤੇ, ਕਿਰਪਾ ਕਰ, ਮੈਨੂੰ ਬਖਸ਼ ਲੈ ਸੱਚੇ ਪਾਤਸ਼ਾਹ। ਮੈਂ ਤੇਰੀ ਸ਼ਰਨ ਵਿੱਚ ਪਿਆ, ਮੇਰੇ ਤੇ ਤਰਸ ਕਰ, ਮਿਹਰ ਕਰ ਮੇਰੇ ਉੱਤੇ। ਨਾਨਕ ਜਨ ਤੁਮਰੀ ਸਰਨਾਈ, ਹਰ ਰਾਖੋ ਲਾਜ ਹਰੇ। ਹੇ ਵਾਹਿਗੁਰੂ ਜੀ, ਮੈਂ ਤੇਰੀ ਸ਼ਰਨ ਵਿੱਚ ਹਾਂ, ਮੈਂ ਤੇਰਾ ਹਾਂ, ਮੇਰੀ ਇੱਜ਼ਤ ਰੱਖ ਲਓ ਸੱਚੇ ਪਾਤਸ਼ਾਹ, ਮੇਰੀ ਪੱਤ ਰੱਖ ਲਓ, ਮੈਨੂੰ ਡੁੱਬਣ ਤੋਂ ਬਚਾ ਲਓ ਸੱਚੇ ਪਾਤਸ਼ਾਹ, ਮੇਰੇ ਉੱਤੇ ਮਿਹਰ ਕਰੋ। ਇਹ ਮੁੱਖ ਵਾਕ ਸ਼ਬਦ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ। ਸੋ ਮੇਰੇ ਲਾਗੇ ਜੋੜੀ ਵਜਾਉਣ ਵਾਲੇ 2 ਉਸਤਾਦ ਹੋਰ ਬੈਠੇ ਨੇ ਜੀ। ਹਾਂਜੀ, ਉਹ ਵੀ ਉਡੀਕ ਕਰ ਰਹੇ ਨੇ ਜੀ। ਇਹਨੇ ਬੱਚੇ ਨੇ ਥੋੜ੍ਹਾ ਅਭਿਆਸ ਕੀਤਾ ਸੀ, ਨਾਲ ਤਾਲ ਔਖਾ ਸੀਗਾ, ਤੇ ਸੁਰ ਸੰਗੀਤ ਦਾ ਇਸ ਤਰ੍ਹਾਂ ਹੁੰਦਾ ਵੀ ਮਿਲਤ ਨਾ ਹੋਵੇ ਫਿਰ ਰਸ ਨਹੀਂ ਬਣਦਾ ਜੀ। ਇਸ ਵਾਸਤੇ ਹੁਣ ਥੋੜ੍ਹੇ ਮਿੰਟ, ਮੈਂ ਜ਼ਿਆਦਾ ਚਿਰ ਨਹੀਂ ਲਾਵਾਂਗਾ, ਸੰਗਤਾਂ ਨੇ ਫਿਰ ਦਰਬਾਰ ਸਾਹਿਬ ਵੀ ਜਾਣਾ,
ਤੇ ਰਾਗੀ ਜਥੇ ਜੇ ਭਾਈ ਸਾਹਿਬ ਭਾਈ ਕੁਲਜੀਤ ਸਿੰਘ ਜੀ ਵੀ ਰਹਿੰਦੇ ਆ, ਭਾਈ ਜਸਵੀਰ ਸਿੰਘ ਜੀ ਵੀ ਰਹਿੰਦੇ ਆ, ਭਾਈ ਰਣਜੀਤ ਸਿੰਘ ਹੋਣੀ ਵੀ ਰਹਿੰਦੇ, ਉਹਨਾਂ ਵੀ ਹਾਜ਼ਰੀ ਭਰਨੀ ਆ। ਪਰ ਜਾਣ ਵਾਲਿਆਂ ਤੇ ਕੋਈ ਪਾਬੰਦੀ ਨਹੀਂ ਹੋਏਗੀ। ਜਿਨ੍ਹਾਂ ਪ੍ਰੇਮੀਆਂ ਨੇ ਜਾਣਾ ਹੋਏਗਾ, ਜਲ ਪਾਣੀ ਤਿਆਰ ਆ, ਉਹ ਜਾ ਸਕਦੇ। ਕੀਰਤਨ ਹੁੰਦਾ ਰਹੇਗਾ। ਮਹਾਂਪੁਰਖਾਂ ਨੇ ਜਦੋਂ ਸਿਖਾਇਆ ਸੀ ਉਦੋਂ ਇਹ ਹੁਕਮ ਕੀਤਾ ਸੀਗਾ ਵੀ ਜਦੋਂ ਕੀਰਤਨ ਕਰਨਾ ਉਦੋਂ ਇਕੱਠ ਨਹੀਂ ਵੇਖਣਾ ਜੀ, ਸਿਰਫ ਆਪਣੇ ਗੁਰੂ ਵੱਲ ਵੇਖਣਾ ਵੀ ਮੈਂ ਆਪਣੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਉਣੀ ਆ, ਮੇਰਾ ਗੁਰੂ ਮੇਰੇ ਉੱਤੇ ਕਿਰਪਾ ਕਰੇ ਤੇ ਮੈਨੂੰ ਆਪਣੀ ਸੰਗਤ 'ਚ ਥਾਂ ਦੇ ਹੀ ਰੱਖੇ ਜੀ। ਸੰਗਤ ਜਿੰਨੀ ਸੁਣ ਲਵੇ ਉਹ ਸੰਗਤ ਦੇ ਭਾਗ ਨੇ। ਪਰ ਕੀਰਤਨ ਕਰਨ ਵੇਲੇ ਮਹਾਂਪੁਰਖਾਂ ਮੈਨੂੰ ਕਿਹਾ ਸੀ ਵੀ ਇੱਕ ਤੇ ਜ਼ਿੰਦਗੀ 'ਚ ਪੈਸਾ ਨਹੀਂ ਕਿਸੇ ਕੋਲ ਮੰਗਣਾ ਜੀ, ਜੀਵਨ ਵਿੱਚ ਪੈਸਾ ਨਹੀਂ ਕਿਸੇ ਕੋਲ ਮੰਗਣਾ, ਕਿਸੇ ਕੰਮ ਵਾਸਤੇ ਵੀ ਜੀ। ਪੈਸੇ ਮੰਗਣ ਦੇ ਬੜੇ ਬਹਾਨੇ ਹੁੰਦੇ ਜੀ, ਕਥਾ ਕੀਰਤਨ ਦੇ ਬੰਦਾ ਨਾ ਲਵੇ, ਹੋਰ ਬੜੇ ਤਰੀਕੇ ਹੈ ਜੀ। ਹਾਂਜੀ, ਮਾਇਆ ਲੈਣ ਦੇ ਬੜੇ ਤਰੀਕੇ ਮਨੁੱਖ ਦੇ ਕੋਲ, ਭੁਲੇਖੇ 'ਚ ਬੰਦਾ ਪਿਆ ਰਹਿੰਦਾ। ਜਰਮਨ ਦੇ ਵਿੱਚੋਂ ਨਾ ਨੌਜਵਾਨ ਮੇਰੇ ਕੋਲ ਆਏ, ਉਹ ਮੈਨੂੰ ਕਹਿੰਦੇ ਜੀ ਅਸੀਂ 50-50 ਹਜ਼ਾਰ ਰੁਪਈਆ ਕੱਢਦੇ ਹਾਂ ਆਪਣੀ ਕਮਾਈ ਵਿੱਚੋਂ, ਤਾਂ ਅਸੀਂ ਤੁਹਾਨੂੰ 50 ਲੱਖ ਰੁਪਈਆ ਭੇਜ ਦਿਆ ਕਰਾਂਗੇ ਤੇ ਲੜਕੀਆਂ ਦੇ ਵਿਆਹ ਕਰ ਦਿਆ ਕਰੋ, ਬੜਾ ਪੁੰਨ ਦਾ ਕੰਮ ਹੈ। ਤੇ ਮੈਂ ਕਿਹਾ ਜੀ ਮੈਨੂੰ ਤੇ ਮਹਾਂਪੁਰਖਾਂ ਨੇ ਕੰਮ ਹੀ ਬੜਾ ਵਧੀਆ ਦਿੱਤਾ ਜੀ, ਇਹਦੇ ਨਾਲੋਂ ਵਧੀਆ ਕੰਮ ਤਾਂ ਹੋਰ ਹੈ ਹੀ ਕੋਈ ਨਹੀਂ ਗਾ। ਤੇ ਮੈਂ ਕਿਹਾ ਕੁਰਸੀਆਂ ਖਰੀਦਦਾ ਫਿਰਾਂ, ਮੰਜੇ ਮੇਜ਼ ਖਰੀਦਦਾ ਫਿਰਾਂ, ਜਿਹੜੇ ਬੰਦੇ ਭੇਜਾਂ ਉਹਨਾਂ ਕੋਲ ਪਰਚੀਆਂ ਵੇਖਾਂ ਵੀ ਖਾਤ ਨਹੀਂ ਆਏ ਵਿੱਚੋਂ ਪੈਸੇ। ਤੇ ਤੁਸੀਂ ਮੈਂ ਕਿਹਾ ਇੱਧਰ ਦੇ ਅੱਗੇ ਨਾਲੇ ਆਪਣੇ ਪਰਿਵਾਰਾਂ ਨੂੰ ਮਿਲ ਜਿਆ ਕਰੋ ਤੇ ਨਾਲੇ ਤੁਸੀਂ ਇਹ ਕੰਮ ਕਰ ਜਿਆ ਕਰੋ। ਤੁਸੀਂ ਮੈਂ ਕਿਹਾ ਚੰਗਾ ਕੰਮ ਕਰ ਸਕਦੇ, ਮੈਨੂੰ ਤੁਸੀਂ ਆਂਦੇ ਜੀ ਬੜਾ ਵਧੀਆ ਕੰਮ, ਤੇ ਤੁਸੀਂ ਵਧੀਆ ਕੰਮ ਕਿਉਂ ਨਹੀਂ ਕਰਦੇ ਹੈਂ? ਅਸੀਂ ਮੈਂ ਕਿਹਾ ਜਿਹੜੇ ਕੰਮ ਲੱਗੇ ਕਿੱਡਾ ਵਧੀਆ ਕੰਮ ਹੈ। ਹਾਂਜੀ, ਪਰ ਸਾਡੇ ਭਾਈਚਾਰੇ ਦੇ ਲੋਕਾਂ ਨੇ ਇਹੋ ਜਿਹੇ ਕੰਮ ਸ਼ੁਰੂ ਕੀਤੇ ਆ ਜੀ, ਪੈਸੇ ਇਕੱਠੇ ਕਰਨ ਵਾਸਤੇ ਉਹਨਾਂ ਨੇ ਬਹਾਨੇ ਬਣਾਏ ਜੀ। ਹਾਂਜੀ, ਮਹਾਰਾਜ ਪਰਮੇਸ਼ਰ ਮਿਹਰ ਕਰੇ, ਇਹੋ ਜਿਹੇ ਖਿਲਾਰਿਆਂ ਤੋਂ ਰੱਬ ਬਚਾ ਲਵੇ ਬੰਦੇ ਨੂੰ ਜੀ। ਮਹਾਂਪੁਰਖਾਂ ਨੇ ਹੁਕਮ ਕੀਤਾ ਸੀ, ਕਹਿੰਦੇ ਜ਼ਿੰਦਗੀ 'ਚ ਪੈਸਾ ਨਹੀਂ ਕਦੇ ਕਿਸੇ ਕੋਲ ਮੰਗਣਾ, ਕੋਈ ਸਮਾਗਮ ਕਰਨ ਦਾ, ਕੋਈ ਇਮਾਰਤ ਬਣਾਉਣ ਦਾ, ਕੋਈ ਕੁਝ ਵੀ ਕਰਨ ਦਾ, ਕਿਸੇ ਵੀ ਕੰਮ ਦਾ ਪੈਸਾ ਨਹੀਂ ਕਦੇ ਮੰਗਣਾ। ਤੇ ਕਹਿੰਦੇ ਘਾਟਾ ਨਹੀਂ ਕਦੇ ਰਹੇਗਾ। ਤੇ ਤੁਹਾਡੇ ਸਾਹਮਣੇ ਘਾਟਾ ਕਿਸੇ ਚੀਜ਼ ਦਾ ਨਹੀਂ, ਵੇਖ ਲਓ। ਹਾਂਜੀ, ਆਪੇ ਸੰਗਤਾਂ ਲੰਗਰ ਬਣਾ ਕੇ ਵਰਤਾਉਣ ਦੇ, ਅਸੀਂ ਨਾ ਲਿਆਉਣਾ ਤੇ ਨਾ ਬਣਾਉਣਾ ਤੇ ਨਾ ਵਰਤਾਉਣਾ ਜੀ। ਹਾਂਜੀ, ਉਹਨਾਂ ਦੀ ਕਿਰਪਾ ਨਾਲ ਆਪੇ ਕੀਰਤਨ ਹੋ ਰਹੇ ਨੇ, ਉਹਨਾਂ ਦੀ ਬਖਸ਼ਿਸ਼ ਨਾਲ ਸਭ ਕੁਝ ਹੋ ਰਿਹਾ ਹੈ। ਮਹਾਂਪੁਰਖਾਂ ਦੇ ਕੋਲ ਹੈ ਰੱਬ ਦਾ ਨਾਮ, ਤੇ ਰੱਬ ਦੇ ਨਾਮ 'ਚ ਸਾਰੀਆਂ ਬਰਕਤਾਂ ਨੇ ਜੀ। ਹਾਂਜੀ, ਤੇ ਨਾਲ ਫਿਰ ਕਹਿਣ ਲੱਗੇ ਵੀ ਜਦੋਂ ਕੀਰਤਨ ਕਰਨਾ ਉਦੋਂ ਇਕੱਠ ਨਹੀਂ ਵੇਖਣਾ ਜੀ। ਅਸੀਂ ਨਾ ਅਕਾਲ ਤਖਤ ਸਾਹਿਬ ਕੀਰਤਨ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਮੈਨੂੰ ਸੁਨੇਹਾ ਆਇਆ ਜੀ, ਕੀਰਤਨ ਕਰਨ ਵਾਸਤੇ ਗਏ ਤੇ ਮੇਰੇ ਜਾਂਦਿਆਂ ਨੂੰ ਬੜਾ ਚੋਟੀ ਦਾ ਜਥਾ ਕੀਰਤਨ ਕਰਨ ਡਿਆ ਹੈ, ਬਹੁਤ ਚੋਟੀ ਦਾ, ਹਰਿਮੰਦਰ ਸਾਹਿਬ ਦਾ ਬਹੁਤ ਵੱਡਾ ਜਥਾ, ਮੈਂ ਨਾਮ ਨਹੀਂ ਲੈਣਾ। ਤੇ ਜਦੋਂ ਕੀਰਤਨ ਕਰਕੇ ਉੱਠੇ ਤੇ ਮੈਂ ਉਹਨਾਂ ਦੇ ਗੋਡੀਆਂ ਥਲਾਇਆ ਜੀ, ਇਹ ਬੜੇ ਵੱਡੇ ਕੀਰਤਨੀ ਆ। ਤੇ ਮੈਂ ਆਖਿਆ ਜੀ ਬੜੀ ਕਿਰਪਾ ਕੀਤੀ, ਬੜਾ ਤੁਸੀਂ ਆਨੰਦ ਬਣਾਇਆ, ਬੜਾ ਰਸ ਬਣਿਆ। ਤੋ ਗੁੱਸੇ 'ਚ ਮੈਨੂੰ ਕਹਿੰਦਾ, ਆਂਦਾ ਸੁਣਨ ਵਾਲਾ ਤਾਂ ਕਹਿੰਦਾ ਕੋਈ ਨਹੀਂ, ਦਰੀਆਂ ਚਾਦਰਾਂ ਤੇ ਚਾਨਣੀਆਂ ਨੇ ਕਹਿੰਦਾ ਕੀਰਤਨ ਸੁਣਿਆ, ਆਨੰਦ ਕਾਹਦਾ ਬਣਿਆ ਕਹਿੰਦਾ ਹੈ। ਮੈਂ ਆਖਿਆ ਹੱਦ ਹੋ ਗਈ, ਅਕਾਲ ਤਖਤ ਸਾਹਿਬ ਦੀ ਹਜ਼ੂਰੀ ਦੇ ਵਿੱਚ। ਹਾਂਜੀ, ਅਕਾਲ ਤਖਤ ਸਾਹਿਬ ਦੀ ਹਜ਼ੂਰੀ ਵਿੱਚ ਸਾਡੇ ਮਨ ਵਿੱਚ ਇਹ ਗੱਲ ਆਵੇ ਵੀ ਸੁਣਨ ਵਾਲਾ ਕੋਈ ਨਹੀਂ ਹੈਗਾ। ਹਾਂਜੀ, ਐਡਾ ਮਹਾਨ ਅਸਥਾਨ। ਹਾਂਜੀ, ਇਹ ਭਾਵਨਾ ਮਹਾਂਪੁਰਖਾਂ ਦੇ ਕੋਲੋਂ ਮਿਲਦੀ ਜੀ, ਇਹ ਸ਼ਰਧਾ ਮਹਾਂਪੁਰਖਾਂ ਨੇ ਬੰਦੇ ਨੂੰ ਦੇਣੀ ਆ। ਧੰਨ ਭਾਗ ਜਦੋਂ ਪਰਮੇਸ਼ਰ ਦੇ ਗੁਣ ਗਾਵਣ ਦਾ ਮੌਕਾ ਮਿਲੇ, ਧੰਨ ਭਾਗ ਬੰਦੇ ਦੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਅਸਾਂ ਸਾਰਿਆਂ ਨੇ ਗੁਰੂ ਸਾਹਿਬ ਦਾ ਆਸਰਾ ਤੱਕਣਾ, ਗੁਰੂ ਸਾਹਿਬ ਦੇ ਚਰਨਾਂ ਦਾ ਆਸਰਾ ਤੱਕਣਾ ਹੈ। ਤੇ ਮੈਂ ਬਹੁਤਾ ਚਿਰ ਨਹੀਂ ਲਾਵਾਂਗਾ, ਤੇ ਦੋਵੇਂ ਵੀਰ ਮੇਰੇ ਨਾਲ ਥੋੜ੍ਹੇ ਮਿੰਟ ਹਾਜ਼ਰੀ ਭਰ ਲੈਣਗੇ। ਸਾਰਿਆਂ ਦਾ ਪ੍ਰੇਮ ਹੈ, ਗੁਰੂ ਜੀ ਦੀ ਕਿਰਪਾ ਹੈ, ਨਹੀਂ ਤੇ ਕਿੱਥੇ ਲੱਭਦੇ ਜੀ ਬੰਦੇ ਜੀ। ਇਹ ਤਾਂ ਉਹਨਾਂ ਮਹਾਂਪੁਰਖਾਂ ਦੀ ਬਖਸ਼ਿਸ਼ ਹੈ ਜਿਨ੍ਹਾਂ ਨੇ ਸੇਵਾ ਬਖਸ਼ੀ। ਤੇ ਆਪ ਹੀ ਹੁਣ ਤੋਂ ਉੱਠ ਖਲੋ, ਜਿਹੜਾ ਬਹਿ ਜਾਂਦਾ ਕਿੱਥੇ ਉੱਠਣ ਦਾ ਨਾਂ ਲੈਂਦਾ ਜੀ। ਉਹ ਬਾਬਾ ਤਾਰਾ ਸਿੰਘ ਜੀ ਉਹਨਾਂ ਨੇ ਵਾਜਾ ਵਜਾਉਣਾ ਤੇ ਮੈਂ ਢੋਲਕੀ ਵਜਾਉਣੀ, ਤੇ ਦੇ ਤੇਰੇ ਦੀ ਬਾਬਾ ਜੀ ਨੇ ਵਾਜਾ ਦਵੱਲੀ ਜਾਣਾ ਜੀ। ਨਾਲ ਉਹ ਬਾਬੇ ਲੱਖਾ ਹੋਣੀ ਸਾਰੇ ਚਿਮਟੇ ਫੜੇ ਹੋਣੇ ਜੀ ਉਹਨਾਂ ਨੇ, ਤੇ ਉਹ ਅਸੀਂ ਥੱਕ ਜਾਣਾ ਜੀ ਵਜਾ ਜਾ ਕੇ। ਬਾਬਿਆਂ ਪਤਾ ਕੀ ਆਖਣਾ ਜੱਟ ਸੁਹਾਗੇ ਤੇ ਚੜਿਆ ਨਹੀਂ, ਮਹਾਨ ਵਾਜਾ ਆਇਆ ਹੱਥ 'ਚ, ਕਹਿਣ ਲੱਗੇ ਵਾਜੇ ਦੀਆਂ ਚੀਕਾਂ ਕਢਾ ਦਾਂਗੇ ਕਹਿੰਦੇ। ਹਾਂਜੀ, ਵਜਾਈ ਜਾਣਾ ਜੀ, ਜਿਹੜੀ ਸੁਰ ਕਾਬੂ ਆ ਗਈ ਉਹੀ ਵਜਾਈ ਜਾਂਦੇ ਜੀ ਉਹ। ਹਾਂਜੀ,
ਤੋ ਭਗਤੀ ਬੰਦਗੀ ਦਾ ਪ੍ਰਤਾਪ ਹੁੰਦਾ, ਜਿਸ ਤਰ੍ਹਾਂ ਬੋਲਦੇ ਸੀ ਸੋਹਣੇ ਲੱਗਦੇ ਸੀ ਜੀ। ਹਾਂਜੀ, ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ। ਗੁਰੂ ਜੀ ਕਹਿੰਦੇ ਆ, ਕਿਰਪਾ ਕਿਰਪਾ ਧਾਰ ਜਗ ਜੀਵਨ, ਰੱਖ ਲੇਵੋ ਸਰਨ ਪਰੇ, ਨਾਨਕ ਜਨ ਤੁਮਰੀ ਸਰਨਾਈ, ਹਰ ਰਾਖੋ ਲਾਜ ਹਰੇ। ਵਾਹਿਗੁਰੂ ਮੇਰੀ ਇੱਜ਼ਤ ਰੱਖ ਲੈ, ਸੱਚੇ ਪਾਤਸ਼ਾਹ ਮੇਰੀ ਪੱਤ ਰੱਖ ਲੈ, ਮੈਂ ਤੇਰੀ ਸ਼ਰਨ ਵਿੱਚ ਹਾਂ, ਮੈਂ ਹੁਣ ਤੇਰਾ ਹਾਂ, ਮੇਰੀ ਪੱਤ ਰੱਖ ਲੈ ਮੇਰੇ ਪਰਮੇਸ਼ਰ। ਸੰਗਤ ਜੀ, ਜਿਹਦੀ ਇੱਜ਼ਤ ਰਹਿ ਗਈ ਉਹਦਾ ਸਭ ਕੁਝ ਹੀ ਰਹਿ ਗਿਆ ਜੀ, ਉਹਨੂੰ ਸਭ ਕੁਝ ਮਿਲ ਗਿਆ, ਜਿਹਦੀ ਇੱਜ਼ਤ ਪਰਮੇਸ਼ਰ ਨੇ ਬਣਾਈ ਰੱਖੀ। ਵਾਹਿਗੁਰੂ ਮਿਹਰ ਕਰੇ ਸੱਚਾ ਪਾਤਸ਼ਾਹ, ਤੁਹਾਡੀ ਵੀ ਰੱਬ ਇੱਜ਼ਤ ਬਣਾਈ ਰੱਖੇ ਤੇ ਸਾਡੀ ਵੀ ਬਣਾਈ ਰੱਖੇ। ਆਖੋ ਗੱਜ ਕੇ ਸ੍ਰੀ ਵਾਹਿਗੁਰੂ। ਫੇਰ ਆਖੋ ਸਾਰੇ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਮਿਲ ਸੰਗਤ ਤਨ ਤਨ ਕਰੋ, 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 ਮਿਲ ਸੰਗਤ ਤਨ ਤਨ ਕਰੋ। ਸੋਈ ਰਾਮਦਾਸ ਗੁਰ ਬਲ ਭਣ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਤਨ ਤਨ ਕਰੋ, ਮਿਲ ਸੰਗਤ ਤਨ ਤਨ ਕਰੋ, ਮਿਲ ਸੰਗਤ ਤਨ ਤਨ ਕਰੋ, ਮਿਲ ਸੰਗਤ ਤਨ ਤਨ ਕਰੋ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਨਾ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਦੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਤ ਸਿਧ ਨਵ ਨਿਤ ਪਾਵੇ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਤਨ ਤਨ ਕਰੋ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਤਨ ਤਨ ਕਰੋ। ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ, ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ, ਮਿਲ ਸੰਗਤ ਤਨ ਤਨ ਕਰੋ, ਮਿਲ ਸੰਗਤ ਤਨ ਤਨ ਕਰੋ, ਮਿਲ ਸੰਗਤ ਤਨ ਤਨ ਕਰੋ, ਮਿਲ ਸੰਗਤ ਤਨ ਤਨ ਕਰੋ। ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਤਨ ਤਨ ਕਰੋ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਤਨ ਤਨ ਕਰੋ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਤਨ ਤਨ ਕਰੋ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਤਨ ਤਨ ਕਰੋ, 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 ਮਿਲ ਸੰਗਤ
ਧੰਨ ਧੰਨ ਕਰੋ ਮੇਲ ਸੰਗਤ ਧੰਨ ਧੰਨ ਕਰੋ। ਹੁਣ ਭਾਈ ਸੁਖਬੀਰ ਸਿੰਘਣਾ ਨੂੰ ਬੇਨਤੀ, ਉਹ ਵੀ ਆ ਜਾਣ, ਹਾਜ਼ਰੀ ਲਵਾ ਲੈਣ। ਇਹ ਵੀ ਸਾਡੇ ਨਾਲ 17-18 ਸਾਲ ਸਿੰਘ ਰਿਹਾ। ਛੋਟਾ ਜਿਹਾ ਸੀ, ਏਡਾ ਕਿ ਨਿੱਕਾ ਜਿਹਾ ਸੀ ਜਦੋਂ ਆਇਆ ਸੀ, ਜੇ ਮਹਾਰਾਜ ਦੀ ਕਿਰਪਾ, ਮਹਾਰਾਜ ਨੇ ਗੁਣ ਦਿੱਤਾ। ਭਾਈ ਜਸਵੀਰ ਸਿੰਘ ਜੀ ਹਰਿਮੰਦਰ ਸਾਹਿਬ ਜੋੜੀ ਵਜਾਉਂਦੇ ਨੇ, ਇਹ ਵੀ ਮੇਰਾ ਖਿਆਲ 17-18 ਸਾਲ ਤੇ ਇਹ ਵੀ ਨਾਲ ਹੀ ਰਹੇ ਨੇ। ਇੱਥੇ ਇਹਨਾਂ ਨੇ ਸਾਰੀ ਵਿੱਦਿਆ ਪ੍ਰਾਪਤ ਕੀਤੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ, ਸੰਥਾ, ਇਹ ਸਾਰਾ ਤਬਲੇ ਦੀ ਵਿੱਦਿਆ। ਬੜੀ ਖੁਸ਼ੀ ਹੈ, ਬੱਚੇ ਇੱਥੋਂ ਸਿੱਖ ਕੇ ਆਪਣਾ ਜੀਵਨ ਬਣਾ ਰਹੇ ਨੇ। ਮੇਰੇ ਮਨ ਵਿੱਚ ਚਾਅ ਹੈ ਵੀ ਮਹਾਂਪੁਰਖਾਂ ਨੇ ਸਾਨੂੰ, ਵੇਖੋ ਅਸੀਂ ਗਰੀਬ ਘਰਾਂ ਦੇ ਬੱਚੇ ਜੀ, ਹਾਂਜੀ, ਮਹਾਂਪੁਰਖਾਂ ਨੇ ਆਪਣੇ ਚਰਨਾਂ 'ਚ ਰੱਖ ਕੇ ਸਾਨੂੰ ਗੁਣ ਬਖਸ਼ੇ, ਅਤੇ ਅੱਜ ਜਿੱਥੇ ਅਸੀਂ ਆਪ ਸੁੱਖ ਪਾ ਰਹੇ ਜੀ, ਹਾਂਜੀ, ਉੱਥੇ ਹੋਰ ਵੀ ਸਾਡੇ ਨਾਲ ਬਹੁਤ ਸਾਰੇ ਲੋਕ ਜਿਹੜੇ ਆਨੰਦ ਮਾਣ ਰਹੇ ਨੇ ਜੀ। ਗੁਰੂ ਕਿਰਪਾ ਕਰਨ, ਜਿਤਨਾ ਸਾਡੇ ਉੱਤੇ ਮਹਾਂਪੁਰਖਾਂ ਨੇ ਤਰਸ ਕੀਤਾ, ਸੇਵਾ ਬਖਸ਼ੀ, ਅਤੇ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਵੀ ਅੱਗੇ ਸੇਵਾ ਨਿਭਾਈਏ, ਅਸੀਸਾਂ ਲਵਾਂਗੇ ਜੀ, ਹਾਂਜੀ, ਭਲਾ ਹੋਏਗਾ ਜੀ। ਗੁਰੂ ਮਹਾਰਾਜ ਦੀ ਮਿਹਰ ਹੈ। ਰੋਜ਼ਾਨਾ ਹੀ ਤਕਰੀਬਨ ਰਾਤ ਦੇ ਕੀਰਤਨ ਤੋਂ ਬਾਅਦ 9 ਵਜੇ ਗੁਰਬਾਣੀ ਦੀ ਸੰਥਾ ਆਰੰਭ ਹੁੰਦੀ ਹੈ, ਅਤੇ ਤਕਰੀਬਨ ਰਾਤ ਦੇ 1 ਵਜੇ ਤੱਕ ਰੋਜ਼ ਹੀ ਜੀ, 2 ਵੀ ਵੱਜ ਜਾਂਦੇ ਨੇ ਤੜਕੇ ਦੇ, ਗੁਰਬਾਣੀ ਦੀ ਸੰਥਾ ਰੋਜ਼ਾਨਾ ਹੀ ਲੜੀਵਾਰ ਸਰੂਪ ਪੁਰਾਤਨ ਸਮੇਂ ਦੇ ਜੋ ਸਾਨੂੰ ਮਹਾਂਪੁਰਖਾਂ ਪੜ੍ਹਾਇਆ, ਉਸੇ ਤਰ੍ਹਾਂ ਹੀ ਇੱਥੇ ਅੱਗੇ ਸੰਥਾ ਚੱਲ ਰਹੀ ਹੈ। ਅਤੇ ਸਿੰਘ ਸਾਰੇ ਮੇਰੇ ਨਾਲ ਜਿੰਨੇ ਸਾਰੇ ਹੀ ਕੀਰਤਨੀਏ ਨੇ, ਮੇਰੇ ਨਾਲ ਵਧੀਆ ਕੀਰਤਨ ਕਰਦੇ ਜੀ। ਮਹਾਰਾਜ ਦੀ ਮਿਹਰ ਹੈ। ਸਾਰੇ ਜਣੇ ਮਿਹਨਤ ਕਰਦੇ ਰਹਿੰਦੇ ਨੇ, ਯਾਦ ਕਰਦੇ ਰਹਿੰਦੇ ਨੇ। ਜੀਵਨ ਬਣ ਜੇ, ਕਿਸੇ ਇੱਕ ਦਾ ਵੀ ਜੀਵਨ ਬਣ ਜੇ, ਸਾਡਾ ਆਇਆ ਸਫਲਾ ਹੋ ਗਿਆ ਜੀ, ਹਾਂਜੀ। ਗੁਰੂ ਮਹਾਰਾਜ ਦੀ ਕਿਰਪਾ ਹੈ, ਸੱਚੇ ਪਾਤਸ਼ਾਹ ਦੀ ਮਿਹਰ ਹੈ। ਸਾਰੇ ਬੜੇ ਨੇਕ ਨੇ, ਚੰਗੇ ਨੇ, ਗੁਰਮੁਖ ਨੇ ਜੀ। ਠੀਕ ਹੈ। ਧੰਨ ਧੰਨ ਸੁਹਾਵੀ ਸਫਲ ਘੜੀ, ਧੰਨ ਧੰਨ ਸੁਹਾਵੀ ਸਫਲ ਘੜੀ, ਧੰਨ ਧੰਨ ਸੁਹਾਵੀ ਸਫਲ ਘੜੀ, ਧੰਨ ਧੰਨ ਸੁਹਾਵੀ ਸਫਲ ਘੜੀ। ਜਿਤ ਹਰ ਸੇਵਾ ਮਨ ਭਾਣੀ, ਜਿਤ ਹਰ ਸੇਵਾ ਮਨ ਭਾਣੀ, ਤਨ ਤਨ ਸੁਹਾਵੀ ਸਫਲ ਘੜੀ, ਤਨ ਤਨ ਸੁਹਾਵੀ ਸਫਲ ਘੜੀ। ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ, ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ, ਮੇਰੇ ਹਰ ਪ੍ਰਭ ਅਕਥ ਕਹਾਣੀ, ਮੇਰੇ ਹਰ ਪ੍ਰਭ ਅਕਥ ਕਹਾਣੀ। ਕਿਉਂ ਪਾਈਐ
ਜਿਤ ਹਰ ਸੇਵਾ ਮਨ ਪਾਣੀ, ਜਿਤ ਹਰ ਸੇਵਾ ਮਨ ਪਾਣੀ, ਤਨ ਤਨ ਸੁਹਾਵੀ ਸਫਲ ਕੜੀ, ਤਨ ਤਨ ਸੁਹਾਵੀ ਸਫਲ ਕੜੀ। ਹਰ ਮੇਲ ਦਿਖਾਏ ਆਪ ਹਰ, ਹਰ ਮੇਲ ਦਿਖਾਏ ਆਪ ਹਰ, ਗੁਰ ਬਚਨੀ ਨਾਮ ਸਮਾਣੀ, ਗੁਰ ਬਚਨੀ ਨਾਮ ਸਮਾਣੀ, ਦਿਨ ਵਿਟਹੁ ਨਾਨਕ ਵਾਰਿਆ, ਦਿਨ ਵਿਟਹੁ ਨਾਨਕ ਵਾਰਿਆ, ਜੋ ਜਪਦੇ ਹਰ ਨਿਰਵਾਣੀ, ਜੋ ਜਪਦੇ ਹਰ ਨਿਰਵਾਣੀ, ਜੋ ਜਪਦੇ ਹਰ ਨਿਰਵਾਣੀ, ਜੋ ਜਪਦੇ ਹਰ ਨਿਰਵਾਣੀ, ਤਨ ਤਨ ਸੁਹਾਵੀ ਸਫਲ ਕੜੀ, ਤਨ ਤਨ ਸੁਹਾਵੀ ਸਫਲ ਕੜੀ। ਜਿਤ ਹਰ ਸੇਵਾ ਮਨ ਪਾਣੀ, ਜਿਤ ਹਰ ਸੇਵਾ ਮਨ ਹਾਂ, ਤਨ ਤਨ ਸੁਹਾਵੀ ਸਫਲ ਕੜੀ, 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 ਤਨ ਤਨ ਸੁਹਾਵੀ ਸਫਲ ਕੜੀ। ਇਹ ਵੀ ਪੌੜੀ ਚੌਥੇ ਪਾਤਸ਼ਾਹ ਮਹਾਰਾਜ ਜੀ ਦੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਹੁਣ 2-4 ਮਿੰਟ ਵਿੱਚ ਇੱਕ ਸ਼ਬਦ ਪੜ੍ਹ ਕੇ ਫਿਰ ਮੈਂ ਫਤਿਹ ਬੁਲਾਵਾਂਗਾ ਜੀ। ਸੱਚੇ ਪਾਤਸ਼ਾਹ ਕਿਰਪਾ ਆਓ ਜੀ। ਇਹ ਸਾਰੇ ਮੇਰੇ ਤੇ ਕਬਜ਼ਾ ਰੱਖਦੇ ਜੀ। ਹਾਂਜੀ, ਫਿਰ ਮੈਨੂੰ ਡਰ ਆਉਂਦਾ ਵੀ ਕੋਈ ਨਾਰਾਜ਼ ਨਾ ਹੋ ਜਾਵੇ। ਪਿਆਰ ਕਰਦੇ ਨੇ ਸਾਰੇ। ਕਿੱਥੇ ਮਹਾਰਾਜ ਜੋੜੀ ਵਾਲੇ ਬੰਦੇ ਕਿੱਥੇ ਲੱਭਦੇ ਆ ਜੀ। ਹਾਂਜੀ, ਤੇ ਮਹਾਰਾਜ ਦੀ ਮਿਹਰ ਵੇ ਖੁਦ ਹੀ ਅੱਧੀ ਰਾਤ ਤੱਕ ਪ੍ਰੇਮ ਨਾਲ ਬੈਠੇ ਨੇ ਜੀ। ਕੋਈ ਲੋਭ ਲਾਲਚ ਨਹੀਂ ਜੀ। ਗੁਰੂ ਜੀ ਦੀ ਮਿਹਰ ਹੈ। ਫਿਰ ਇਹਨਾਂ ਦੀ ਕਦਰ ਕਰਨੀ ਆਪਣਾ ਫਰਜ਼ ਹੈ ਜੀ। ਇਹ ਮਹਾਂਪੁਰਖਾਂ ਦੇ ਕੋਲੋਂ ਸਾਰਾ ਕੁਝ ਸਿੱਖਣਾ ਪੈਂਦਾ ਜੀ। ਬਾਬਾ ਦਇਆ ਸਿੰਘ ਜੀ ਉਹਨਾਂ ਦੇ ਸਹੁਰੇ ਪਿੰਡ ਨਾ ਜੀ, ਬਾਬਾ ਜੀ ਦੇ ਸਹੁਰਾ ਸਾਹਿਬ ਦੀ ਬਰਸੀ ਸੀ ਜੀ। ਤੇ ਹਰ ਸਾਲ ਸਾਰਾ ਦਲ ਉੱਥੇ ਜਾਣਾ, ਬਾਬਾ ਜੀ ਨੇ ਜਾਣਾ। ਤੇ ਬਾਬਾ ਜੀ ਦੇ ਸੁਪੁੱਤਰ ਮੇਰੇ ਸ਼ਾਗਿਰਦ ਸਨ ਜੀ, ਮੇਰੇ ਕੋਲ ਪੜ੍ਹਦੇ ਸਿੱਖਦੇ। ਤੇ ਬੰਦੇ ਦੀ ਥੋੜ੍ਹੀ ਬਹੁਤੀ ਆਕੜ ਤੇ ਹੁੰਦੀ ਹੈ ਜੀ। ਹਾਂਜੀ, ਅਸੀਂ ਉੱਥੇ ਗਏ ਤੇ ਭੋਗ ਪਿਆ ਤੇ ਕੀਰਤਨ ਆਰੰਭ ਕਰਨਾ ਹੈ। ਤੇ ਕੀਰਤਨ ਕਰਨ ਵਾਸਤੇ ਇੱਕ ਰਾਗੀ ਸਿੰਘ ਹੋਰ ਲੱਗ ਗਿਆ ਜੀ। ਤੇ ਬੱਚੇ ਹਜੇ ਇੰਨਾ ਤਜਰਬਾ ਨਹੀਂ। ਮੈਂ ਰੁੱਸ ਗਿਆ ਜੀ। ਮੈਂ ਕਿਹਾ ਵੀ ਵੇਖੋ, ਮੈਂ ਤੇ ਉਸਤਾਦ ਹਾਂ ਜੀ, ਟਾਈਮ ਤੇ ਮੈਨੂੰ ਮਿਲਣਾ ਚਾਹੀਦਾ ਸੀ। ਇਹ ਵੇਖੋ ਜੀ ਕਿੱਧਰੋਂ ਆ ਗਿਆ। ਮੈਂ ਉਹ ਪਰੇ ਜਾ ਕੇ ਨਾ ਖੇਤਾਂ 'ਚ ਬਹਿ ਗਿਆ ਜੀ। ਉਹ ਬਾਬਾ ਜੀ ਛੋਟੇ ਵਿਚਾਰੇ ਕਦੀ ਵੱਡੇ ਬਾਬਿਆਂ ਕੋਲ ਜਾਣ, ਕਦੀ ਮੇਰੇ ਕੋਲ ਜਾਣ। ਹਾਂਜੀ, ਚੱਲੀਏ। ਮੈਂ ਆਖਿਆ ਜੀ ਮੈਂ ਨਹੀਂ ਜਾਣਾ, ਬਥੇਰੇ ਰਾਗੀ ਉੱਥੇ ਹੈਗੇ ਆ। ਹਾਂਜੀ, ਉਹ ਮੁੜ ਕੇ ਬਾਬਾ ਜੀ ਨੇ 3-4 ਨਿਹੰਗ ਸਿੰਘ ਭੇਜੇ ਵੀ ਉਹਨਾਂ ਨੂੰ ਲੈ ਕੇ ਆਓ, ਟਾਈਮ ਹੋ ਗਿਆ। ਮਹਾਂਪੁਰਖ ਜਾਣੀ ਜਾਣ ਹੁੰਦੇ ਜੀ। ਜਦੋਂ ਮੈਂ ਜਾ ਕੇ ਮੱਥਾ ਟੇਕ ਕੇ ਬੈਠਾ ਤੇ ਮੈਨੂੰ ਕਹਿਣ ਲੱਗੇ ਵੀ ਸੰਗਤ ਬੜੀ ਥੋੜ੍ਹੀ ਸੀ ਤੇ ਅਸੀਂ ਸੰਗਤ ਇਕੱਠੀ ਕਰਨ ਵਾਸਤੇ ਉਹਨੂੰ ਲਾਇਆ ਸੀ। ਕਹਿਣ ਲੱਗੇ ਵੇਖੋ ਕਿੱਡਾ ਮਹਾਂਪੁਰਖੋਂ ਦਾ ਤਰੀਕਾ ਬੰਦੇ ਨੂੰ ਖੁਸ਼ ਕਰਨ ਦਾ। ਮੈਨੂੰ ਕਹਿੰਦੇ ਵੀ ਜਦੋਂ ਉਹਨੂੰ ਲਾਇਆ ਸੀ ਨਾ ਉਦੋਂ ਸੰਗਤ ਨਹੀਂ ਹੈਗੀ, ਤੇ ਅਸੀਂ ਆਖਿਆ ਘੜੀ ਲਾਵੇ ਤੇ ਸੰਗਤ ਇਕੱਠੀ ਹੋ ਜੇ। ਕੀਰਤਨ ਤਾਂ ਤੁਸੀਂ ਹੀ ਕਰਨਾ ਸੀ, ਉਹਨੂੰ ਤਾਂ ਸੰਗਤ ਇਕੱਠੀ ਕਰਨ ਨੂੰ ਲਾਇਆ ਸੀ। ਕਹਿਣ ਲੱਗੇ ਉਹ ਮੈਂ ਖੁਸ਼ ਹੋ ਗਿਆ ਜੀ। ਹਾਂਜੀ, ਮਤਲਬ ਮਹਾਂਪੁਰਖਾਂ ਕੋਲ ਜੁਗਤ ਹੁੰਦੀ ਆ, ਹਰ ਗੱਲ ਉਹਨਾਂ ਕੋਲ ਸਿੱਖਣੀ ਪੈਂਦੀ ਹੈ ਜੀ।
ਹਰ ਬੰਦੇ ਨੂੰ ਪ੍ਰਸੰਨ ਰੱਖਣਾ, ਖੁਸ਼ ਰੱਖਣਾ, ਉਹਨੂੰ ਜੋੜ ਕੇ ਰੱਖਣਾ। ਹਾਂਜੀ, ਉਹਦਾ ਮਨ ਪ੍ਰਸੰਨ ਰਵੇ। ਭਗਤ ਜੀ ਗੁਰਵਾਲੀ ਵਾਲਿਆਂ ਕੋਲ ਮੈਂ ਬੈਠਾ, ਮੈਨੂੰ ਕਹਿਣ ਲੱਗੇ ਸੰਤ ਜੀ ਸਾਡੇ ਘਰ ਨਿਸ਼ਾਨ ਸਾਹਿਬ ਵੀ ਨਹੀਂ ਹੈਗਾ, ਸਾਡੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੈਗਾ, ਸਾਡੇ ਘਰ ਲੰਗਰ ਵੀ ਨਹੀਂ ਪੱਕਦਾ, ਸਾਡੇ ਕੋਲ ਗੱਦੀ ਵੀ ਕੋਈ ਨਹੀਂ। ਤੇ ਗ੍ਰਸਤੀ ਬੰਦੇ ਆਪਣੀ ਖੇਤੀਬਾੜੀ ਕਰਨ ਵਾਲੇ, ਤੇ ਸਾਰਾ ਦਿਨ ਸੰਗਤ ਕਹਿੰਦੇ ਤੁਰੀ ਆਉਂਦੀ ਆ। ਕਿਸੇ ਨੇ ਮਠਿਆਈ ਦਾ ਡੱਬਾ ਚੁੱਕਿਆ, ਕਿਸੇ ਨੇ ਸੇਬਾਂ ਦਾ ਲਿਫਾਫਾ ਫੜਿਆ, ਕੋਈ ਕੇਲੇ ਲਈ ਆਉਂਦਾ, ਕੋਈ ਕਿੰਨੇ ਕਿੰਨੇ ਪੈਸੇ ਰੱਖ ਕੇ ਮੱਥੇ ਟੇਕੀ ਜਾਂਦਾ। ਇਹ ਕੀ ਗੱਲ ਕਹਿਣ ਲੱਗੇ ਵੀ ਨਾ ਤਾਂ ਅਸੀਂ ਕੋਈ ਸੰਤ ਬਾਬੇ ਆ, ਨਾ ਅਸੀਂ ਕੋਈ ਲੰਗਰ ਲਾਉਣੇ, ਨਾ ਨਿਸ਼ਾਨ ਸਾਹਿਬ, ਨਾ ਗੁਰਦੁਆਰਾ, ਇਹ ਕੀ ਗੱਲ ਆ? ਮੈਂ ਕਿਹਾ ਮਹਾਰਾਜ ਤੁਸੀਂ ਸਮੱਤ ਬਖਸ਼ੋ। ਕਹਿੰਦੇ ਸਾਰੀ ਪ੍ਰੇਮ ਦੀ ਸਾਂਝ ਹੈ। ਕਹਿਣ ਲੱਗੇ ਇਹ ਸਾਰੀਆਂ ਪ੍ਰੇਮ ਦੀਆਂ ਸਾਂਝਾਂ ਨੇ। ਕਹਿਣ ਲੱਗੇ ਇਸ ਵਾਸਤੇ ਮਹਾਂਪੁਰਖਾਂ ਕੋਲੋਂ ਸਮੱਤ ਮਿਲਦੀ ਹੈ। ਹਰ ਇੱਕ ਦੀ ਕਦਰ ਕਰੋ, ਹਰ ਇੱਕ ਦੀ ਇੱਜ਼ਤ ਕਰੋ, ਹਰ ਇੱਕ ਦਾ ਸਤਿਕਾਰ ਕਰੋ ਜੀ। ਤੁਸੀਂ ਵੇਖਿਆ ਇਹ ਤਾਂ ਹੁਣ ਜਿਹੜੇ ਰਾਗੀ ਸਿੰਘ ਰਹਿੰਦੇ ਮੇਰੇ ਬੜੇ ਖਾਸ ਸੱਜਣ ਨੇ, ਪੱਕੇ ਨੇ ਸਾਡੇ ਨਾਲ, ਇਹਨਾਂ ਮਹਿਸੂਸ ਨਹੀਂ ਕਰਨਾ। ਨਹੀਂ ਤਾਂ ਤੁਸੀਂ ਹਰ ਬੁੱਧਵਾਰ ਵੇਖਦੇ ਹੋ ਜਿੰਨੇ ਕੀਰਤਨੀ ਆਉਂਦੇ ਸਭ ਨੂੰ ਲਾ ਕੇ ਸਭ ਤੋਂ ਮਗਰੋਂ ਮੈਂ ਲੱਗਦਾ ਜੀ ਵੀ ਇਹ ਗੁਣੀ ਪੁਰਸ਼ ਨੇ ਸਾਰੇ, ਸਾਡੇ ਸਤਿਕਾਰਯੋਗ ਨੇ। ਮੈਨੂੰ ਬੜੀ ਸੰਗਤ ਕਹਿੰਦੀ ਆ ਇੱਥੇ ਬਹਿਣ ਨੂੰ ਥਾਂ ਨਹੀਂ ਮਿਲਦਾ ਹੁੰਦਾ ਜੀ, ਇੰਨੀ ਜ਼ਿਆਦਾ ਸੰਗਤ। ਜਦੋਂ 8 ਕੁ ਵਜੇ ਅਸੀਂ ਲੱਗ ਪੈਣਾ ਜੀ, 8 ਤੋਂ 11 ਵਜੇ ਤੱਕ। ਉਹ ਜਦੋਂ ਫਿਰ ਰਾਗੀ ਜਿੱਥੇ ਵੱਧ ਗਏ, ਜ਼ਿਆਦਾ ਟਾਈਮ ਆਪਣਾ ਅੱਗੇ ਚਲਾ ਗਿਆ, ਮੈਨੂੰ ਫਿਰ ਸੰਗਤ ਆਖੇ ਜੀ ਨਹੀਂ ਜੀ ਤੁਸੀਂ ਬਾਕੀਆਂ ਨੂੰ ਟਾਈਮ ਨਾ, ਤੁਸੀਂ ਆਪਣਾ ਟਾਈਮ ਪੱਕਾ ਰੱਖੋ। ਹਾਂਜੀ, ਅਸੀਂ ਤਾਂ ਨੌਕਰੀ ਕਰਨ ਵਾਲੇ ਬੰਦੇ ਹਾਂ, ਅਸੀਂ ਕਾਰੋਬਾਰੀ ਹਾਂ, ਅਸੀਂ ਸਾਰੀ ਰਾਤ ਨਹੀਂ ਜਾਗ ਸਕਦੇ। ਹਾਂਜੀ, ਮੈਂ ਆਖਿਆ ਵੀ ਭਾਈ ਜੀ ਮੇਰੇ ਵੱਸ ਨਹੀਂ ਜੇ, ਜਿਹੜਾ ਇੱਥੇ ਆਉਂਦਾ ਅਸੀਂ ਉਹਦਾ ਸਤਿਕਾਰ ਕਰਨਾ ਜੀ, ਉਹਦੀ ਇੱਜ਼ਤ ਕਰਨੀ, ਪਹਿਲਾਂ ਟਾਈਮ ਉਹਨੂੰ ਦੇਣਾ ਤਾਂ ਮਗਰੋਂ ਅਸਾਂ ਲੱਗਣਾ। ਇਹ ਮੈਂ ਕਿਹਾ ਨਾ ਤਾਂ ਇੱਥੇ ਪੈਸੇ ਲੈਣ ਆਉਂਦੇ ਆ, ਨਾ ਇਹ ਖਾਣ ਦੇ ਭੁੱਖੇ ਨੇ। ਹਾਂਜੀ, ਅਤੇ ਇਹਦਾ ਭਾਵ ਇਹਨਾਂ ਨੂੰ ਗੁਰੂ ਸਾਹਿਬ ਨੇ ਪ੍ਰੇਰ ਕੇ ਲਿਆਂਦਾ, ਸਾਡੇ ਸਤਿਕਾਰਯੋਗ ਨੇ ਜੀ। ਇਹ ਗੁਰੂ ਘਰ ਦੇ ਕੀਰਤਨੀਏ ਕੀਰਤਨ ਸੁਣਾਉਂਦੇ ਨੇ। ਇਸ ਵਾਸਤੇ ਸੰਗਤ ਜੀ ਜਿਉਂ-ਜਿਉਂ ਬੰਦਾ ਸਾਧੂ ਸੰਤਾਂ ਦੀ ਸੰਗਤ ਕਰਦਾ, ਉਹਨੂੰ ਰਹਿਣ ਬਹਿਣ ਦੀ, ਉਹਨੂੰ ਦੂਜਿਆਂ ਦਾ ਆਦਰ ਕਰਨ ਦੀ ਜਾਚ ਆਉਂਦੀ, ਹਰ ਇੱਕ ਦੀ ਕਦਰ ਕਰਨੀ ਜੀ। ਹਾਂਜੀ, ਅਸਥਾਨ ਵੇਖੋ ਜਦੋਂ ਕਮਾਈਆਂ ਵਾਲੇ ਮਹਾਂਪੁਰਖ ਹੁੰਦੇ ਸੀ, ਅਸਥਾਨ ਭਰੇ ਪਏ ਹੁੰਦੇ ਸੀ, ਭਰੇ ਪਏ ਹੁੰਦੇ ਸੀ ਅਸਥਾਨ ਸੰਗਤਾਂ ਦੇ ਨਾਲ। ਹਾਂਜੀ, ਜਿਉਂ-ਜਿਉਂ ਕਮਾਈਆਂ ਵਾਲੇ ਜਿਹੜੇ ਤੁਰ ਗਏ ਜੀ, ਤੇ ਮਗਰੋਂ ਰਹਿ ਗਿਆ ਦੂਜਾ ਮਹਿਕਮਾ ਜੀ, ਸਥਾਨ ਖਾਲੀ ਹੋਣੇ ਸ਼ੁਰੂ ਹੋ ਗਏ ਜੀ। ਇਹ ਤੇ ਪ੍ਰੇਮ ਦੇ ਸੌਦੇ ਨੇ ਜੀ, ਪ੍ਰੇਮ ਦੇ ਸੌਦੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਮਿਹਰ ਕਰਨ ਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ। ਚੌਂਕੀ ਚੌਗਿਰਦ ਹਮਾਰੇ, ਚੌਂਕੀ ਚੌਗਿਰਦ ਹਮਾਰੇ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਪ੍ਰਭ ਜੀ ਤੂੰ ਮੇਰੋ ਸੁਖ ਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ। ਰਹਾਓ ਨਾਨਕ ਪ੍ਰਭ ਅਬਿਨਾਸੀ, ਨਾਨਕ ਪ੍ਰਭ ਅਬਿਨਾਸੀ। ਤਾਂ ਕੀ ਸੇਵ ਨਾ ਬਿਰਥ ਜਾਸੀ, ਤਾਂ ਕੀ ਆਨੰਦ ਕਰਹਿ ਤੇਰੇ ਦਾਸਾ, ਆਨੰਦ ਕਰਹਿ ਤੇਰੇ ਦਾਸਾ।
ਜਪ ਪੂਰਨ ਹੋਈ ਆਸਾ, ਜਪ ਪੂਰਨ ਹੋਈ ਆਸਾ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਚੌਕੀ ਚੌਗਿਰਦ ਹਮਾਰੇ, ਗੁਰ ਕਾ ਸ਼ਬਦ ਰਖਵਾਰੇ, ਹਾਂ ਗੁਰ ਕਾ ਸ਼ਬਦ ਰਖਵਾਰੇ, 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 ਗੁਰ ਕਾ ਸ਼ਬਦ ਰਖਵਾਰੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਸਤਿਗੁਰੂ ਜੀ ਸਾਡੀ ਸਾਰਿਆਂ ਦੀ ਹਾਜ਼ਰੀ ਲਾ ਲਿਓ। ਅਨੇਕ ਭੁੱਲਾਂ ਹੋਈਆਂ, ਆਪ ਜੀ ਕਿਰਪਾ ਕਰਕੇ ਬਖਸ਼ ਲਓ ਸੱਚੇ ਪਾਤਸ਼ਾਹ। ਅੱਗੋਂ ਵਾਸਤੇ ਬਲ ਬਖਸ਼ੋ ਸਾਰਿਆਂ ਨੂੰ। ਆਪ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਬੈਠ ਕੇ ਆਪ ਜੀ ਦੇ ਦਰਸ਼ਨ ਦੀਦਾਰ, ਆਪ ਜੀ ਦੀ ਅੰਮ੍ਰਿਤ ਬਾਣੀ ਪੜ੍ਹਨ ਦਾ, ਗਾਵਣ ਦਾ, ਵਿਚਾਰਨ ਦਾ, ਸੁਣਨ ਦਾ ਬਲ ਮਿਲੇ ਸੱਚੇ ਪਾਤਸ਼ਾਹ। ਜੈਸੇ ਕਸੇ ਤੁਹਾਡੇ ਆਪਣੇ ਬਾਣੇ ਰੱਖਿਓ। ਸ਼ੁਕਰ ਹੈ, ਧੰਨਵਾਦ ਹੈ ਸਤਿਗੁਰੂ ਜੀ ਦਾ। ਸਤਿਗੁਰੂ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਦਿਨ ਦੇ ਦਿਨ ਜਿਹੜੀ ਤਰੀਕ ਸੀ ਉਹ 'ਤੇ ਲਸ਼ਕਰੀ ਨੰਗਲ ਮਨਾਏ ਸਨ। ਹੁਣ ਜਿਉਂ-ਜਿਉਂ ਸਮਾਂ ਮਿਲੇਗਾ, ਜਿਸ ਤਰ੍ਹਾਂ ਅੱਜ ਆਪਾਂ ਇੱਥੇ ਸਤਿਗੁਰੂ ਜੀ ਦੇ ਪਿਆਰ ਵਿੱਚ ਹਾਜ਼ਰੀ ਭਰੀ, ਬਹੁਤ ਬਹੁਤ ਵਧਾਈਆਂ ਹੋਣ। ਅਤੇ ਐਤਵਾਰ ਗੁਰਦੁਆਰਾ ਟਾਹਲਾ ਸਾਹਿਬ, ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਲੱਥਾ ਸੀ, ਉੱਥੇ ਨਵਾਂ ਗੁਰਦੁਆਰਾ ਸਾਹਿਬ ਬੜੇ ਸਾਲ ਹੋ ਗਏ ਤਿਆਰ ਹੋ ਰਿਹਾ ਸੀ ਅਤੇ ਸੰਪੂਰਨ ਹੋ ਗਿਆ ਜੀ। ਐਤਵਾਰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨੇ ਆ। 9 ਤੋਂ 10 ਸੰਗਤ ਆਈ ਸੀ, 1 ਘੰਟਾ ਉੱਥੇ ਪ੍ਰਕਾਸ਼ ਦੇ ਸਮੇਂ ਕੀਰਤਨ ਕਰਨਾ ਜੀ। ਉਹ ਮੈਨੂੰ ਕਹਿੰਦੇ ਸੀ ਵੀ ਤੁਸੀਂ ਹੀ ਕੀਰਤਨ ਕਰਨਾ। ਉੱਥੇ ਫਿਰ ਆਪਾਂ ਸਾਰਿਆਂ ਨੇ ਤਰਨ ਤਾਰਨ ਸੰਤ ਪਾਲ ਸਿੰਘ ਮਮਣਕਿਆਂ ਵਾਲਿਆਂ ਨੇ ਉੱਥੇ ਸਥਾਨ ਬਣਾਇਆ GT ਰੋਡ 'ਤੇ। ਉਹਨਾਂ ਦੀਆਂ ਬੱਚੀਆਂ ਉੱਥੇ ਸੇਵਾ ਕਰਦੀਆਂ ਨੇ। ਉੱਥੇ ਸਵੇਰੇ ਤਕਰੀਬਨ 10 ਵਜੇ ਤੋਂ ਲੈ ਕੇ 2-2:30 ਵਜੇ ਤੱਕ ਗੁਰਬਾਣੀ ਕੀਰਤਨ ਗੁਰਪੁਰਬ ਦੀ ਖੁਸ਼ੀ ਵਿੱਚ ਹੋਏਗਾ। ਇਹ ਉੱਥੇ ਵੀ ਆਪਾਂ ਹਰ ਸਾਲ ਹੀ ਗੁਰਪੁਰਬ ਮਨਾਉਂਦੇ ਹਾਂ। ਇਸ ਵਾਸਤੇ ਟਾਹਲਾ ਸਾਹਿਬ ਹਾਜ਼ਰੀ ਭਰ ਕੇ ਫਿਰ ਤਰਨ ਤਾਰਨ ਸਾਹਿਬ ਪਹੁੰਚ ਕੇ ਮਹਾਰਾਜ ਦਾ ਗੁਰਪੁਰਬ ਮਨਾਵਾਂਗੇ। ਬੜੀ ਖੁਸ਼ੀ ਹੈ, ਸਤਿਗੁਰੂ ਜੀ ਦੇ ਗੁਰਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਗੁਰੂ ਜੀ ਦੀ ਸਿਫਤ ਕਰਨ ਦਾ, ਸੁਣਨ ਦਾ ਮੌਕਾ ਮਿਲਦਾ ਹੈ। ਇਹ ਸਾਡੇ ਜੀਵਨ ਦੇ ਵਿੱਚ ਬਹੁਤ ਭਲੀ ਗੱਲ ਹੈ ਕਿ ਆਪਣੇ ਗੁਰੂ ਜੀ ਦੀਆਂ ਵਡਿਆਈਆਂ ਕਰੀਏ ਅਤੇ ਆਪਣੇ ਗੁਰੂ ਜੀ ਦੀਆਂ ਵਡਿਆਈਆਂ ਸੁਣੀਏ। ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦਾ ਪ੍ਰਤਾਪ ਹੈ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗੰਮ ਗਿਆਨ ਰਸ ਰਸਿਓ ਹੀਓ। ਗੁਰ ਅਮਰਦਾਸ ਕਰਤਾਰ ਕੀਓ, ਵਸ ਵਾਹੋ ਵਾਹੋ ਕਰ ਧਿਆਇਓ। ਸ੍ਰੀ ਗੁਰ ਰਾਮਦਾਸ ਜਯੋ ਜੈ, ਜਗ ਮਹਿ ਤੈ ਹਰ ਪਰਮ ਪਦ ਪਾਇਓ। ਗੁਰੂ ਰਾਮਦਾਸ ਸਾਹਿਬ ਜੀ ਨੂੰ ਪ੍ਰੇਮੀ ਪੁੱਛਣ ਲੱਗੇ, ਮਹਾਰਾਜ ਨਾਮ ਦੇ ਵਿੱਚ ਮਨ ਨਹੀਂ ਜੁੜਦਾ, ਨਾਮ ਵਿੱਚ ਮਨ ਨਹੀਂ ਜੁੜਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤਾਂ ਕਰਕੇ ਨਹੀਂ ਜੁੜਦਾ, ਤੁਸੀਂ ਨਾਮ ਨੂੰ ਆਪਣਾ ਕੰਮ ਨਹੀਂ ਸਮਝਦੇ, ਆਪਣਾ ਕੰਮ ਨਹੀਂ ਸਮਝਦੇ। ਜਿੱਦਣ ਤੁਸੀਂ ਆਪਣਾ ਕੰਮ ਸਮਝ ਕੇ ਕੀਤਾ ਨਾ, ਉਦਣ ਜੁੜਨ ਲੱਗ ਪੈਣਾ ਜੀ। ਹਾਂਜੀ, ਹੁਣ ਵੇਖੋ ਆਪਾਂ ਕਿਤੇ ਵੀ ਬੈਠੇ ਹੋਈਏ ਤੇ ਘਰ ਨੂੰ ਆਪਾਂ ਆਪਣਾ ਮੰਨਦੇ ਹਾਂ, ਤੇ ਘਰ ਦਾ ਵੀ ਧਿਆਨ ਬੰਦੇ ਦਾ ਬਣਿਆ ਰਹਿੰਦਾ ਜੀ। ਜੁੜਦਾ ਕਿ ਨਹੀਂ ਧਿਆਨ ਜੀ? ਘਰ ਨੂੰ ਜਾਣਾ, ਹੁਣ ਇੱਥੇ ਅਰਦਾਸ ਬੇਨਤੀ ਹੋਣੀ, ਉੱਠਣਾ ਜੀ, ਤੇ ਆਪੋ ਆਪਣੇ ਘਰਾਂ ਨੂੰ ਜਾਣਾ ਜੀ। ਸਾਰਿਆਂ ਨੂੰ ਧਿਆਨ ਉੱਥੇ ਹੀ ਹੈ ਜੀ। ਹਾਂਜੀ, ਬੱਚੇ ਮੇਰੇ ਨੇ, ਜ਼ਮੀਨ ਮੇਰੀ ਆ, ਦੁਕਾਨ ਮੇਰੀ ਆ, ਨੌਕਰੀ ਮੇਰੀ, ਧਿਆਨ ਲੱਗਾ ਬੰਦਾ ਉਸ ਪਾਸੇ ਰੋਜ਼ ਤੁਰਦਾ ਜੀ।
ਗੁਰੂ ਜੀ ਕਹਿੰਦੇ ਜਿੱਦਣ ਤੁਸੀਂ ਸਮਝ ਲੈਣਾ ਨਾ ਵੀ ਇਹ ਕੰਮ ਵੀ ਮੇਰਾ ਆਪਣਾ ਕੰਮ ਹੈ, ਹਾਂਜੀ। ਪਰ ਇਹਦੇ ਬਾਰੇ ਬੰਦੇ ਨੂੰ ਉਦੋਂ ਸਮਝ ਪੈਣੀ, ਗੁਰੂ ਜੀ ਕਹਿੰਦੇ ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ। ਜਦੋਂ ਸੱਜਣ ਸੰਤਾਂ ਦੀ ਸੰਗਤ ਕਰੇਗਾ ਨਾ ਬੰਦਾ, ਫਿਰ ਉਹਨੂੰ ਪਤਾ ਲੱਗਣਾ ਵੀ ਇਹ ਕੰਮ ਮੇਰਾ ਵਾ ਤੇ ਮੈਨੂੰ ਕਰਨਾ ਚਾਹੀਦਾ, ਬਾਕੀ ਕੰਮ ਮੇਰੇ ਨਹੀਂ ਹੈਗੇ, ਉਹ ਤਾਂ ਮੈਂ ਫਰਜ਼ੀ ਆ, ਇਹ ਹੈ ਮੇਰਾ ਕੰਮ, ਹਾਂਜੀ। ਤੇ ਸਤਿਗੁਰ ਕਿਰਪਾ ਕਰਨ। ਬਲ ਭੱਟ ਜੀ ਕਹਿੰਦੇ ਭਾਈ ਜੇ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਆਖੋਗੇ ਤੁਹਾਨੂੰ ਵੇਖਣ ਦੀ ਅਕਲ ਆ ਜਾਏਗੀ। ਜਿਹੜੀ ਅੱਖਾਂ 'ਚ ਮੂਰਖਤਾਈ ਹੈ ਨਾ ਜੀ, ਵੀ ਅੱਖਾਂ ਜਿਹੜੀਆਂ ਇਹ ਠੀਕ ਢੰਗ ਨਾਲ ਨਹੀਂ ਵਹਿੰਦੀਆਂ, ਇਹਨਾਂ 'ਚ ਅੰਧਕਾਰ ਵੜਿਆ ਪਿਆ, ਉਹ ਦੂਰ ਹੋ ਜਾਏਗਾ ਕਹਿੰਦੇ। ਤੇ ਜਦੋਂ ਤੁਸੀਂ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਆਖੋਗੇ ਤੁਹਾਡੇ ਹਿਰਦੇ 'ਚ ਨਾਮ ਵਸ ਜਾਏਗਾ। ਜਦੋਂ ਤੁਸੀਂ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਆਖੋਗੇ ਤੁਹਾਡੇ ਦਿਲ ਨੂੰ ਠੰਡ ਪੈ ਜਾਏਗੀ। ਮਾਰ ਭੱਟ ਜੀ ਕਹਿੰਦੇ ਆ ਸੜਦਾ ਤਪਦਾ ਦਿਲ ਤੁਹਾਡਾ ਮਨ ਸ਼ਾਂਤ ਹੋ ਜਾਏਗਾ। ਤੇ ਜਦੋਂ ਤੁਸੀਂ ਆਖੋਗੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਤੁਹਾਡੀਆਂ ਭੁੱਖਾਂ ਹੀ ਸਾਰੀਆਂ ਦੂਰ ਹੋ ਜਾਣਗੀਆਂ, ਹਾਂਜੀ। ਕਹਿੰਦੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੰਗਤ ਵਿੱਚ ਮਿਲਿਆ ਕਰੋ, ਜਾਚ ਸਿੱਖਿਆ ਕਰੋ, ਗੁਰੂ ਜੀ ਦੀਆਂ ਵਡਿਆਈਆਂ ਕਰਨ ਦੀ ਧੰਨ ਧੰਨ ਆਖਿਆ ਕਰੋ। ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਆਉਂਦੇ ਰਹੋ। ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਤੁਸੀਂ ਰੱਬ ਨੂੰ ਮਿਲ ਪੋਗੇ। ਕਹਿੰਦੇ ਆਖੋ ਗੱਜ ਕੇ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਆਇਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ। ਹੁਣ ਭਾਈ ਕੁਲਜੀਤ ਸਿੰਘ ਜੀ ਨਰੋਬੀ ਵਾਲੇ, ਫਿਰ ਭਾਈ ਜਸਬੀਰ ਸਿੰਘ ਜੀ, ਸਾਰੇ ਬੜੇ ਵਧੀਆ ਕੀਰਤਨੀਏ ਨੇ। ਇਹਨਾਂ ਦੀ ਨਿਮਰਤਾ ਹੈ, ਹਾਂਜੀ। ਸੰਗਤਾਂ ਨੇ ਬਹੁਤਿਆਂ ਨੂੰ ਚਲੇ ਜਾਣਾ ਜੀ, ਤੇ ਇਹਨਾਂ ਨੇ ਪ੍ਰੇਮ ਨਾਲ ਹਾਜ਼ਰੀ ਭਰਨੀ ਹੈ। ਇਹਨਾਂ ਦੇ ਭਾਗ ਚੰਗੇ, ਹਾਂਜੀ। ਇਹਨਾਂ ਦੀ ਚੌਥੀ ਪੁਸ਼ਤ ਹੁਣ ਕੀਰਤਨ ਕਰਨ ਰਹੇ ਨੇ ਜੀ, ਚੌਥੀ ਪੁਸ਼ਤ। ਇਹਨਾਂ ਦੇ ਪੜਦਾਦਾ ਜੀ ਹਰਿਮੰਦਰ ਸਾਹਿਬ ਦੇ ਹੈਡ ਰਾਗੀ ਹੁੰਦੇ ਸਨ ਜੀ। ਮੈਂ ਛੋਟੀ ਜੀ ਉਮਰ ਦੇ ਵਿੱਚ ਉਹਨਾਂ ਕੋਲ ਕੀਰਤਨ ਸੁਣਿਆ, ਅੱਜ ਤੱਕ ਮੈਨੂੰ ਸ਼ਬਦ ਯਾਦ ਜੇ। ਵਾਇਲਨ ਦੇ ਨਾਲ ਉਹ ਸ਼ਬਦ ਪੜ੍ਹ ਰਹੇ ਸਨ ਜੀ, ਗਿਆਨੀ ਸ਼ੇਰ ਸਿੰਘ ਜੀ ਕੋਕਰੀ ਕਲਾਂ। ਸ਼ਬਦ ਪੜ੍ਹ ਰਹੇ, ਮਨ ਮਿਲ ਸੰਤ ਸੰਗਤ ਸ਼ੁਭਵੰਤੀ। ਨਿੱਕਾ ਜਿਹਾ ਹੀ ਉਦੋਂ ਦਰਬਾਰ ਸਾਹਿਬ ਦਰਸ਼ਨ ਕਰ, ਮੈਨੂੰ ਨਹੀਂ ਪਤਾ ਉਹ ਕੌਣ ਹੈ, ਇਹ ਤਾਂ ਮੁੜ ਕੇ ਇਹਨਾਂ ਦੱਸਿਆ। ਇਹਨਾਂ ਦੇ ਪਿਤਾ ਜੀ ਅਮਰੀਕਾ 'ਚ ਕੀਰਤਨ ਸਿਖਾਉਂਦੇ, 400-500 ਬੱਚੇ ਨੂੰ ਜੀ, ਭਾਈ ਕੁਲਜੀਤ ਸਿੰਘ ਜੀ ਦੇ ਜੀ। ਆਪ ਇਹ ਇੱਥੇ ਮਹਾਰਾਜ ਦੀ ਕਿਰਪਾ ਅੰਮ੍ਰਿਤਸਰ ਰਹਿੰਦੇ ਨੇ, ਗਾੜੀ ਇਹਨਾਂ ਦੇ ਬੱਚੇ ਵੀ ਕੀਰਤਨ ਕਰਦੇ ਆ ਜੀ। ਨਿਰਮਾਨ ਜੀ ਹੋਣਾ ਦੀ ਤੀਜੀ ਚੌਥੀ ਪੁਸ਼ਤ ਕੀਰਤਨ ਵਾਲਿਆਂ ਦੀ ਹੈ ਜੀ। ਮਹਾਰਾਜ ਦੀ ਮਿਹਰ, ਚੰਗੇ ਕਰਮ ਜਿਨ੍ਹਾਂ ਨੂੰ ਮਹਾਰਾਜ ਨੇ ਇਸ ਪਾਸੇ ਲਾਇਆ, ਮਿਹਰ ਹੈ, ਕਿਰਪਾ ਹੈ। ਗੁਰੂ ਜੀ ਬਖਸ਼ੀ ਕਰਨ ਜੀ ਆਇਆਂ ਨੂੰ। ਬਾਬਾ ਕੁਨਨ ਸਿੰਘ ਜੀ ਆਏ ਨੇ ਸੰਗਤਾਂ ਲੈ ਕੇ, ਬੜੀ ਸਾਡੀ ਮਿੱਤਰਤਾ ਰਹੀ ਜੀ। ਕਰਤਾਰਪੁਰ ਸਾਹਿਬ ਬਹੁਤ ਪ੍ਰੇਮ ਰਿਹਾ, ਬੜੀ ਸੇਵਾ ਇਹਨਾਂ ਨੇ ਨਿਭਾਈ। ਉਸ ਸਥਾਨ 'ਤੇ ਡਿਊਟੀ ਬੜੇ ਪ੍ਰੇਮ ਨਾਲ ਕੀਤੀ ਤੇ ਕਰ ਰਹੇ ਨੇ। ਬੇਨਤੀ ਆ ਵੀ ਮੈਨੂੰ ਤੁਹਾਡੇ ਆਉਣ ਦੀ ਬੜੀ ਖੁਸ਼ੀ ਹੋਈ ਆ, ਤੇ ਛੇਤੀ ਛੇਤੀ ਦਰਸ਼ਨ ਦਿਆ ਕਰੋ, ਹਾਂਜੀ। ਇਹ ਵੀ ਤੁਹਾਡਾ ਆਪਣਾ ਘਰ ਹੈਗਾ। ਛੇਤੀ ਛੇਤੀ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਆਇਆ ਕਰੋ, ਦਰਸ਼ਨ ਦਿਆ ਕਰੋ, ਚਰਨ ਪਾਇਆ ਕਰੋ। ਆਪਣੇ ਜਦੋਂ ਸੱਜਣ ਮਿਲਦੇ, ਪਿਆਰ ਵਾਲੇ ਮਿਲਦੇ, ਤੇ ਜ਼ਿਆਦਾ ਖੁਸ਼ੀ ਹੁੰਦੀ ਹੈ, ਹਾਂਜੀ। ਵੇਖੋ ਮੈਨੂੰ ਕਿੰਨਾ ਚਾਅ, ਮੇਰਾ ਹਟਣ ਨੂੰ ਜੀ ਨਹੀਂ ਕਰਦਾ ਜੀ, ਹਾਂਜੀ। ਇਸ ਤਰ੍ਹਾਂ ਜਦੋਂ ਪੁਰਾਣੀਆਂ ਯਾਦਾਂ ਆਉਂਦੀਆਂ, ਮਹਾਂਪੁਰਖਾਂ ਦੇ ਸੇਵਕ, ਉਹਨਾਂ ਦੇ ਪਰਿਵਾਰ ਦੇ ਜੀ ਆਉਂਦੇ ਨੇ, ਕਿੰਨਾ ਚੰਗਾ ਲੱਗਦਾ, ਕਿੰਨਾ ਭਲਾ ਲੱਗਦਾ ਹੈ। ਸਤਿਗੁਰੂ ਜੀ ਕਿਰਪਾ ਕਰਨ। ਜੀ ਆਇਆਂ ਨੂੰ। ਜਿਨ੍ਹਾਂ ਸੰਗਤਾਂ ਜਾਣਾ, ਜਲ ਪਾਣੀ ਤਿਆਰ ਛੱਕ ਕੇ ਜਾਣਾ, ਹਾਂਜੀ। ਤੇ ਜਿਨ੍ਹਾਂ ਦਾ ਜੀ ਕਰਦਾ ਉਹ ਬਹਿਣ, ਜਿਨ੍ਹਾਂ ਜਾਣਾ ਉਹ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਤੇ ਆਪਾਂ ਜਲ ਪਾਣੀ ਛਕਦੇ। ਗੁਰੂ ਜੀ ਮਿਹਰ ਕਰਨ, ਆਇਆ ਸਫਲ ਹੋਵੇ। ਤੇ ਬੇਨਤੀ ਆ ਵੀ ਤਰਨ ਤਾਰਨ ਜਾਣ ਵਾਸਤੇ ਜਿਨ੍ਹਾਂ ਕੋਲ ਟਾਈਮ ਹੈਗੇ ਉਹ ਟਾਹਲਾ ਸਾਹਿਬ ਪਹੁੰਚਿਓ, ਮਹਾਰਾਜ ਦੇ ਪ੍ਰਕਾਸ਼ ਸਮੇਂ ਦਰਸ਼ਨ ਕਰਿਓ। ਬਾਕੀ ਤਰਨ ਤਾਰਨ ਕੋਈ 11 ਵਜੇ, ਕੋਈ 11:30, 12 ਵਜੇ ਮੈਂ ਉੱਥੇ ਟਾਈਮ ਆਰੰਭ ਕਰਾਂਗਾ ਕੀਰਤਨ। ਬਾਕੀ ਜਥੇ ਕਰਨਗੇ, ਤੇ ਜਦੋਂ ਵੀ ਟਾਈਮ ਲੱਗਾ ਤੁਸੀਂ ਪਹੁੰਚ ਜਿਓ ਉੱਥੇ। ਅੱਜ ਉਹ ਆਏ ਸੀ ਇੱਥੇ ਬੇਨਤੀ ਕਰਨ ਵਾਸਤੇ, ਭੈਣ ਜੀ ਹੋਣੀ ਮਣਕਿਆਂ ਵਾਲੇ, ਤੇ ਜ਼ਰੂਰ ਸਮਾਂ ਕੱਢਿਓ। ਜੀ ਆਇਆਂ ਨੂੰ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।